ਸਵਾਗਤ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਤੇ ਟਾਈਮ ਉਹੀ ਹੋ ਗਿਆ ਜਿਸ ਟਾਈਮ ਤੇ ਆ ਕੇ ਗੱਲਾਂ ਬਾਤਾਂ ਕਰੀਦੀਆਂ। ਦੇਖਦੇ ਹੋ ਤੁਸੀਂ ਇਸ ਵਕਤ ਪ੍ਰਾਈਮ ਏਸ਼ੀਆ ਟੀਵੀ ਪੂਰੀ ਦੁਨੀਆ 'ਚ ਦੇਖਿਆ ਜਾਂਦਾ, ਵੱਖ ਵੱਖ ਢੰਗ ਤਰੀਕੇ ਨਾਲ ਦੇਖਦੇ ਹੋ। ਜਿਸ ਵੀ ਤਰੀਕੇ ਨਾਲ ਦੇਖਦੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਤੇ ਬੜਾ ਧੰਨਵਾਦ ਪਿਆਰ ਦੇਣ ਲਈ। ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ ਉਸੇ ਤਰ੍ਹਾਂ ਹੀ। ਹੋਰ ਬਾਠ ਸਾਹਿਬ ਕੀ ਹਾਲ ਨੇ? ਚੜ੍ਹਦੀ ਕਲਾ ਜੀ, ਠੀਕ ਠਾਕ। ਆਪਣਾ ਸੁਣਾਓ? ਜਿੱਦਾਂ ਬਹਿ ਜਾ ਆ ਹਾਲ ਦੀ ਘੜੀ ਜਿੱਦਾਂ ਨਾਈਸ ਆ ਮਤਲਬ। ਹਾਂ, ਕਿਉਂਕਿ ਇੱਥੇ ਕਿਹੜਾ ਪਤਾ ਲੱਗਦਾ ਕਿਹਨੂੰ ਕਦੋਂ ਲਾ ਦੇਣਾ ਤੇ ਕਿਹਨੂੰ ਕਦੋਂ ਲਾ ਦੇਣਾ। ਇਸ ਕਰਕੇ ਅੱਜ ਹੁਣ ਠੀਕ ਆ। ਹਾਂ, ਪ੍ਰੋਗਰਾਮ ਕਰਨ ਤੋਂ ਬਾਅਦ ਕੀ ਪਤਾ ਕਿੱਦਾਂ ਦਾ ਹਾਈ ਕਮਾਂਡ ਤੋਂ ਹੁਕਮ ਆ ਜਾਏ। ਹਾਂ, ਇਹ ਗੱਲ ਹੈਗੀ। ਇਹ ਜਿਹੜੀ ਹਾਈ ਕਮਾਂਡ ਆ ਨਾ, ਇਹ ਜਿਹੜਾ ਹਾਈ ਕਮਾਂਡ ਕਲਚਰ ਹੀ ਕਿਤੇ ਨਾ ਕਿਤੇ ਇਹ ਬਹੁਤ ਤੰਗ ਕਰਦਾ। ਹਾਂ, ਬਹੁਤ ਤੰਗ ਕਰਦਾ। ਇਸੇ ਕਰਕੇ ਆਪਾਂ ਕਹਿੰਦੇ ਕਿ ਪੰਜਾਬ ਦੇ ਮਸਲੇ ਪੰਜਾਬ 'ਚ ਹੱਲ ਕਰਨੇ ਆ, ਸਟੂਡੀਓ ਦੇ ਮਸਲੇ ਸਟੂਡੀਓ 'ਚ ਹੱਲ। ਨਹੀਂ ਦੇਖੋ, ਕਾਰਨ ਪਤਾ ਕੀ ਹੈ, ਇਹ ਬਹੁਤ ਜ਼ਰੂਰੀ ਮਸਲਾ ਕਿ ਵੀ ਜਿਹੜੇ ਸਟੇਟਾਂ ਦੇ ਮਸਲੇ ਉਹ ਸਟੇਟਾਂ 'ਚ ਹੱਲ ਹੋ ਜਾਣ, ਜਿਹੜੇ ਫੈਡਰਲ ਮਸਲੇ ਉਹ ਫੈਡਰਲ ਤਰੀਕੇ ਨਾਲ ਹੱਲ ਹੋ ਜਾਣ। ਯਾਨੀ ਜੇ ਇੱਦਾਂ ਦੀ ਵੀ ਗੱਲ ਹੋਵੇ, ਮਸਲਾ ਹੱਲ ਨਾ ਵੀ ਹੋਵੇ, ਤਾਂ ਇੱਕ ਕਮੇਟੀ ਬਣਾਉਣੀ ਚਾਹੀਦੀ ਆ। ਪਰ ਉਹ ਕਮੇਟੀ 'ਚ ਮੈਂਬਰ ਕੌਣ ਹੋਣ, ਉਹ ਕਮੇਟੀ ਬਣਾਉਣ ਲਈ ਪਹਿਲਾਂ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ। ਉਹ ਜ਼ਿਆਦਾ ਜ਼ਰੂਰੀ। ਹਾਂ, ਕਿਉਂਕਿ ਬਾਅਦ 'ਚ ਮੰਨ ਲਓ ਕਮੇਟੀ ਫੈਸਲਾ ਕਰ ਦੇਵੇ ਤੇ ਬਾਅਦ 'ਚ ਉਹਦੇ ਤੇ ਤੁਹਮਤ ਲੱਗ ਜਾਵੇ ਭਾਈ ਸਾਹਿਬ ਇਹ ਬੰਦੇ ਤੇ ਕਮੇਟੀ 'ਚ ਪਾਏ ਨਹੀਂ। ਹਾਂ, ਇਹ ਵੀ ਹੋ ਸਕਦਾ ਕਿ ਆਹ ਕਮੇਟੀ ਬਣਾਉਣ ਦੇ ਲਈ ਆਹ ਕਮੇਟੀ ਇਹ ਫੈਸਲਾ ਕਰੂ ਉਹਦੇ ਮੈਂਬਰ ਕਿਹੜੇ ਆ। ਜਦੋਂ ਆਹ ਕਮੇਟੀ ਬਣ ਗਈ, ਜੇ ਇਹਦੇ ਫੈਸਲੇ ਦੇ ਉੱਤੇ ਇਤਰਾਜ਼ ਹੋਵੇ ਤਾਂ ਇੱਕ ਤੀਜੀ ਕਮੇਟੀ ਚਾਹੀਦੀ ਹੈ ਕਿ ਤੁਸੀਂ ਉਹਦੇ ਕੋਲ ਅਪੀਲ ਕਰ ਸਕਦੇ ਆ ਪ੍ਰਵਾਨਗੀ ਲਈ। ਹਾਂ, ਇਹ ਬਹੁਤ ਜ਼ਰੂਰੀ ਹੈ। ਤੇ ਇਹਨਾਂ ਤਿੰਨਾਂ ਕਮੇਟੀਆਂ 'ਚ ਤਾਲਮੇਲ ਰੱਖਣ ਲਈ ਚੌਥੀ ਕਮੇਟੀ। ਪਰ ਨਹੀਂ, ਇਹ ਦੇਖੋ, ਇਹ ਸਾਰੇ ਕੁਝ ਦੇ ਉੱਪਰ ਜਿਹੜੀ ਹਾਈ ਕਮਾਂਡ ਹੈ ਨਾ ਉਹ ਵੱਲ ਸੁਪਰੀਮ ਪਾਵਰ ਹੋ ਜਾਂਦੀ ਹੈ, ਉੱਥੇ ਜਾ ਕੇ ਪੇਚਾ ਪੈ ਜਾਂਦਾ। ਇਹ ਬਿਲਕੁਲ ਉੱਦਾਂ ਦੀ ਗੱਲ ਹੀ ਆ। ਨਿਆਣੇ ਨੂੰ ਭੁੱਖ ਲੱਗੀ, ਮੇਰੇ ਵਰਗੇ ਨੂੰ, ਉਹ ਫੱਟਾ ਲੈ ਕੇ ਪੀੜੀ ਲੈ ਕੇ ਚੌਂਕੇ 'ਚ ਬੈਠਾ, ਉਧਰਲੇ ਪਾਸੇ ਚੁੱਲ੍ਹੇ ਦੇ ਵਿੱਚ ਛਿਟੀਆਂ ਲਾ ਕੇ ਅੱਗ ਬਾਲੀ, ਉੱਪਰ ਤਵਾ ਰੱਖਿਆ, ਪਰ ਨਾ ਬੀਬੀ ਕੋ ਪਰਾਤ ਆ, ਨਾ ਉਹਨੂੰ ਆਟਾ ਦੀਦਾ ਤੇ ਨਾ ਉਹਨੂੰ ਘਿਓ ਦੀਦਾ ਕਿ ਪਾਈ ਰੋਟੀ ਚੋਪੜਨੀ ਆ। ਤੇ ਬੀਬੀ ਇੱਦਾਂ ਹੀ ਪੁੱਛੀ ਜਾਂਦੀ, ਪੁੱਤ ਪੌਂਠੀ ਖਾਣੀ ਆ ਕਿ ਰੋਟੀ ਖਾਣੀ ਆ, ਪਰੌਂਠਾ 3 ਖੁੰਝਾ ਖਾਣਾ ਕਿ ਚੌਰਸ ਖਾਣਾ, ਲੂਣ ਵਾਲਾ ਖਾਣਾ ਕਿ ਖੰਡ ਵਾਲਾ ਬਣਾ ਦੇਵਾਂ ਕਿ ਵਿੱਚ ਆਲੂ ਭਰ ਕੇ ਬਣਾ ਦਈਏ। ਹੁਣ ਆਟਾ ਹੋਊਗਾ ਤਾਂ ਆ, ਲੋਕਾਂ ਨੂੰ ਭੁੱਖ ਲੱਗੀ ਉਹ ਆ, ਲੋਕਾਂ ਦੇ ਮਸਲੇ ਖੜੇ ਦੇ ਖੜੇ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੇ ਲੋਕੀ ਚਾਹੁੰਦੇ ਆ ਕਿ ਭਾਈ ਹੁਣ ਤਾਂ ਕਰ ਦਿਓ। ਇੱਧਰਲੇ ਪਾਸੇ ਕਮੇਟੀਆਂ ਬਣੀ ਜਾਂਦੀਆਂ। ਹਾਂ, ਦੇਖੋ, ਜੇ ਤੁਹਾਨੂੰ ਐਂ ਲੱਗਦਾ ਨਾ ਵੀ ਯਾਰ ਇਹ ਸ਼ੁਰੂ 'ਚ ਬੰਦੇ ਕੀ ਗੱਲਾਂ ਕਰਨ ਲੱਗ ਪਿਆ, ਤੇ ਇਹਨੂੰ ਤੁਸੀਂ ਇਦਾਂ ਮੰਨ ਲਓ ਕਿ ਵੀ ਇਹ ਉੱਦਾਂ ਜਿਹਦਾ ਕੰਮ ਆ ਜਿੱਦਾਂ ਜਿਹਦਾ ਇਸ ਵਕਤ ਪੰਜਾਬ 'ਚ ਸਿਆਸਤ ਦਾ ਆਇਆ ਪਿਆ। ਮਤਲਬ ਜੇ ਤੇ ਉਹਦੀ ਸਮਝ ਆ ਗਈ ਤੇ ਫਿਰ ਇਹਨਾਂ ਗੱਲਾਂ ਦੀ ਵੀ ਆ ਜਾਊਗੀ, ਤੇ ਜੇ ਨਹੀਂ ਆਉਂਦੀ ਤੇ ਫਿਰ ਭਾਈ ਸਾਹਿਬ ਜੇ ਉਹਦੀ ਨੇ ਏਡੀ ਵੱਡੀ ਚੀਜ਼ ਦੀ ਸਮਝ ਆਉਂਦੀ, ਸਾਡੀਆਂ ਗੱਲਾਂ ਦੀ ਕਿੱਥੋਂ ਆਉਣੀ? ਨਹੀਂ ਆਉਣੀ। ਫਿਰ ਜਿਹੜੀ ਚੀਜ਼ ਜੀ ਕਰਦਾ ਉਹ ਖਾ ਲਓ, ਹੈ ਨਾ। ਫਿਰ ਤੇ ਕੁੱਲ ਆਏ ਹੋਈ ਆ ਭਾਈ ਸਾਹਿਬ, ਅਖੀਰ ਫੈਸਲਾ ਤੇ ਆ ਵੀ ਭਾਈ ਸਾਹਿਬ ਮਰਜ਼ੀ ਆਪੋ ਆਪਣੀ, ਜਿਹਨੇ ਕਰਨੀ ਕਰ ਲਓ। ਹੁਣ ਚਲੋ ਇੰਨਾ ਕੁਝ ਹੋਇਆ ਤੇ ਸਾਰੇ ਕੁਝ ਤੋਂ ਮੇਰੇ ਖਿਆਲ ਨਾਲ ਜਿਹੜੀ ਚੀਜ਼ ਸਭ ਤੋਂ ਪਹਿਲਾਂ ਵਿਚਾਰਨ ਵਾਲੀ ਆ ਜੀ, ਉਹ ਇਹ ਆ ਵੀ ਭਾਈ ਸਾਹਿਬ ਇੱਕ ਸ਼ਹਿਰ ਨੂੰ ਛੱਡ ਕੇ ਦੂਜੇ ਸ਼ਹਿਰ ਗਏ, ਉਹ ਕਹਿੰਦੇ ਮਿਲਦੇ ਆ, ਕਹਿੰਦੇ ਨਹੀਂ ਮੈਂ ਨਹੀਂ ਮਿਲਣਾ, ਉੱਥੇ ਨਹੀਂ ਮੈਂ ਆਉਣਾ, ਫਿਰ ਜੇ ਆਉਣਾ ਤੇ ਫਿਰ ਇੱਥੇ ਮਿਲਣਾ ਹੀ। ਉਹ ਕਹਿੰਦੇ ਕੋਈ ਗੱਲ ਨਹੀਂ, ਇੱਥੇ ਮਿਲ ਲੈਂਦੇ ਆ। ਅਖੀਰ ਫਿਰ ਮੁਲਾਕਾਤ ਵਾਹ ਘੁੱਪ ਹਨੇਰੇ ਤੱਕ ਚੱਲੀ ਆ, 1.5-2 ਘੰਟੇ ਹੋਇਆ ਕਿ ਉਹ ਕੁਛ ਬਾਹਰ ਆਇਆ ਨਹੀਂ। ਕਹਿੰਦੇ ਸੰਧਾਲੀਆ ਸਾਹਿਬ ਗੱਲ ਤੁਹਾਡੀ ਠੀਕ ਹੈ। 3 ਦਿਨ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਸੀ, ਉਹਦੇ ਤੋਂ ਬਾਅਦ ਉਡੀਕਿਆ ਤੇ ਇਹੀ ਜਾ ਰਿਹਾ ਸੀ ਕਿ ਹਾਈ ਕਮਾਂਡ ਚਾਹੁੰਦੀ ਆ ਕਿ ਭਾਈ ਪੰਜਾਬ ਵਾਲਾ ਮਸਲਾ ਪੰਜਾਬ 'ਚ ਨਿਬੇੜੋ, ਸੂਬੇ ਦੀ ਗੱਲ ਸੂਬੇ ਮੇ, ਬਾਹਰ ਨਹੀਂ ਜਾਣੀ ਚਾਹੀਦੀ। ਫਿਰ ਚੰਨੀ ਸਾਹਿਬ ਮੁੱਖ ਮੰਤਰੀ ਆ, ਗੱਲ ਤਾਂ ਉਹਨਾਂ ਦੇ ਨਾਲ ਹੋਣੀ ਆ, ਨਿਯੁਕਤੀਆਂ ਹੋਈਆਂ ਤੇ ਉਹਨਾਂ ਦੇ ਅਧੀਨ ਹੀ ਹੋਈਆਂ ਹੋਣੀਆਂ, ਤੇ ਗੱਲ ਉਹਨਾਂ ਦੇ ਨਾਲ ਨਿਬੜਨੀ ਹੈ। ਪ੍ਰਗਟ ਸਿੰਘ ਜਾਣ, ਅਮਰਿੰਦਰ ਰਾਜਾ ਵੜਿੰਗ ਜਾਣ, ਬੁਲਾਰੀਆ ਸਾਹਿਬ ਜਾਣ, ਡਾਕਟਰ ਰਾਜਕੁਮਾਰ ਵੇਰਕਾ ਜਾਣ, ਸੁਰਜੀਤ ਸਿੰਘ ਧੀਮਾਨ ਜਾਣ, ਸਾਰੇ ਬੰਦੇ ਜਾਂਦੇ ਸੀ ਮੁੜਦੇ ਸੀ, ਜਾਂਦੇ ਸੀ ਮੁੜਦੇ ਸੀ। ਕੁਲਜੀਤ ਸਿੰਘ ਨਾਗਰਾ ਦਾ ਨਾਂ ਰਹਿ ਗਿਆ। ਪਰ ਚੰਨੀ ਸਾਹਿਬ ਦੇ ਨਾਲ ਮੁਲਾਕਾਤ ਕਦੋਂ ਹੋਏਗੀ ਇਹ ਚਰਚਾ ਹੀ ਸੀ। ਹਾਲਾਂਕਿ ਸੋਸ਼ਲ ਮੀਡੀਆ ਤੇ ਅਫਵਾਹਾਂ ਉੱਡਣੀਆਂ ਸ਼ੁਰੂ ਹੋ ਗਈਆਂ ਸੀ। ਹਾਈ ਕਮਾਂਡ ਨੇ ਚੰਨੀ ਸਾਹਿਬ ਨੂੰ ਰੋਕਤਾ ਹੀ। ਹਾਈ ਕਮਾਂਡ ਬਹੁਤ ਗੁੱਸੇ 'ਚ ਆ। ਹਾਈ ਕਮਾਂਡ ਹੁਣ ਨਵਜੋਤ ਸਿੰਘ ਸਿੱਧੂ ਨੂੰ ਸਥਿਤੀ ਦਿਖਾੜੂ ਕਿ ਕੀ ਆ, ਹਾਈ ਕਮਾਂਡ ਆਪਣੀ ਤਾਕਤ ਦਿਖਾੜੂ। ਪਰ ਸਭ ਤੋਂ ਪਹਿਲਾਂ ਟਵੀਟ ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਆਉਂਦਾ, ਕਹਿੰਦੇ ਮੈਂ ਸ਼ਾਮੀ 3 ਵਜੇ ਮਿਲੂੰਗਾ, ਬਾਅਦ ਦੁਪਹਿਰ। ਚੰਨੀ ਸਾਹਿਬ ਦਾ ਸੁਨੇਹਾ ਆਇਆ, ਉਹ ਕਹਿੰਦੇ ਜਿਹੜਾ ਵੀ ਕੋਈ ਮਸਲਾ ਤੁਹਾਡੇ ਮਨ ਦੇ ਵਿੱਚ ਹੈਗਾ ਵਿਚਾਰਨਾ, ਆਪਾਂ ਖੁੱਲ੍ਹੇ ਦਿਲ ਨਾਲ ਵਿਚਾਰਦੇ ਹਾਂ, ਆ ਜਾਓ। ਮੈਂ ਕਹਿੰਦੇ ਜਾਊਂਗਾ। ਚਲੋ ਠੀਕ ਹੈ, ਜਾਣਾ ਸੀ, ਚੰਨੀ ਸਾਹਿਬ ਦੇ ਨਾਲ ਬਹਿਣਾ ਸੀ, ਪਰ ਉਹਦੇ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਰ ਦਿੱਤੀ, ਇੱਕ ਟਵੀਟ ਹੋਰ ਕਰਤਾ। ਕਿਉਂਕਿ ਇੱਕ ਆਇਆ ਸੀ ਟਵੀਟ ਕਿ ਮੈਂ ਅਸਤੀਫਾ ਦਿੰਦਾ, ਕਾਰਨ ਨਹੀਂ ਸੀ। ਦੂਸਰੀ ਆਈ ਸੀ ਵੀਡੀਓ ਜਿਹਦੇ ਵਿੱਚ ਇਹ ਦੱਸਿਆ ਸੀ ਕਿ ਭਾਈ ਕੁਝ ਨਿਯੁਕਤੀਆਂ ਹੋਈਆਂ, ਗਲਤ ਬੰਦੇ ਲਾ ਦਿੱਤੇ ਗਏ, ਨਾਂ ਨਹੀਂ ਸੀ ਲਿਆ। ਤੀਸਰਾ ਆਇਆ ਟਵੀਟ ਕਿ ਚੰਨੀ ਸਾਹਿਬ ਨਾਲ ਮੁਲਾਕਾਤ ਹੋਊਗੀ, ਪਰ ਮੀਟਿੰਗ ਤੋਂ ਠੀਕ ਪਹਿਲਾਂ ਪਟਿਆਲਿਓਂ ਚੰਡੀਗੜ੍ਹ ਨੂੰ ਤੁਰਨ ਤੋਂ ਪਹਿਲਾਂ ਕੁੜਤਾ ਪਜਾਮਾ ਪ੍ਰੈਸ ਕਰਕੇ ਪਾ ਕੇ ਗੱਡੀ 'ਚ ਬੈਠਣ ਤੋਂ ਪਹਿਲਾਂ ਜਿਹੜਾ ਟਵੀਟ ਕੀਤਾ, ਤੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਰ ਦਿੱਤਾ ਸੀ ਕਿ ਦੇਖੋ
ਪੰਜਾਬ ਪੁਲਿਸ ਤੇ ਜਿਹੜੇ ਤੁਸੀਂ ਹੈੱਡ ਲਾਏ ਆ ਭਾਵੇਂ ਕਾਰਜਕਾਰੀ ਲਾਏ ਆ, ਉਹਨਾਂ ਨੇ ਕਹਿ ਦਿੱਤਾ ਕਿ ਭਾਈ ਇਹਨਾਂ ਨੇ ਉਸ ਵੇਲੇ ਦੀ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਤੇ ਕਲੀਨ ਚਿੱਟ ਦਿੱਤੀ ਸੀ। 2 ਸਿੱਖ ਨੌਜਵਾਨ ਜਿਹੜੇ ਆ ਉਹਨਾਂ ਨੂੰ ਧੱਕੇ ਨਾਲ ਫਸਾਉਣ ਦਾ ਕੋਸ਼ਿਸ਼ ਕੀਤਾ ਸੀ। ਇਸ ਕਰਕੇ ਲੋਕਾਂ ਦੇ ਵਿੱਚ ਗਲਤ ਤਰੀਕੇ ਦੇ ਨਾਲ ਭਾਵਨਾ ਜਾਊਗੀ ਤੇ ਮੈਂ ਇਸ ਮੁੱਦੇ ਤੇ ਸਮਝੌਤਾ ਨਹੀਂ ਕਰ ਸਕਦਾ, ਕਿਉਂਕਿ ਲੋਕਾਂ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਭਾਈ ਅਸੀਂ ਇਨਸਾਫ ਦੇਵਾਂਗੇ। ਇਸ ਕਰਕੇ ਪੰਜਾਬ ਦੇ ਨਾਲ ਖੜੇ ਆ, ਚਾਹੇ ਕੁਝ ਵੀ ਮੁੱਲ ਤਾਰਨਾ ਪੈ ਜਾਵੇ, ਆਪਾਂ ਉਹ ਤੋਂ ਪਿੱਛੇ ਨਹੀਂ ਹਟਦੇ। ਇਹਦਾ ਮਤਲਬ ਸੀ ਕਿ ਤੁਰੰਤ ਤੋਂ ਪਹਿਲਾਂ ਬਾਈ ਨੇਮ ਜਿਹੜਾ ਟਵੀਟ ਕਰ ਦਿੱਤਾ ਸੀ, ਉਹਨੇ ਸਾਫ਼ ਕਰ ਦਿੱਤਾ ਸੀ ਕਿ ਭਾਈ ਅੱਜ ਮੀਟਿੰਗ ਤਾਂ ਹੋਏਗੀ, ਪਰ ਨਵਜੋਤ ਸਿੰਘ ਸਿੱਧੂ ਜਿੱਦਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਤੋਂ ਨਹੀਂ ਸੀ ਮੰਨੇ ਕਿ ਭਾਈ ਮੈਂ ਅੰਮ੍ਰਿਤਸਰ ਛੱਡ ਕੇ ਨਹੀਂ ਜਾਣਾ, ਜਿੱਦਾਂ ਉਹ ਪਹਿਲਾਂ ਇਸ ਕਰਕੇ ਨਹੀਂ ਸੀ ਮੰਨੇ ਕਿ ਭਾਈ 25-75 ਦੀ ਗੱਲ ਬਠਿੰਡੇ ਵਾਲੀ ਰੈਲੀ 'ਚ ਕਹਿਤੀ ਸੀ, ਭਾਵੇਂ ਅਸਤੀਫਾ ਦੇ ਕੇ ਘਰੇ ਬਹਿਣਾ ਪੈ ਗਿਆ, ਭਾਵੇਂ 5 ਸਾਲ ਲੋਕ ਸਭਾ ਦੀ ਚੋਣ ਨਹੀਂ ਲੜੀ, ਇੱਧਰ ਉੱਧਰ ਭਟਕਣਾ ਪਿਆ, ਪਰ ਉਹ ਆਪਣੀ ਗੱਲ ਤੇ ਅੜੇ ਰਿਹਾ ਸੀ। ਤੇ ਐਤਕੀ ਵੀ ਲੱਗਦਾ ਸੀ ਕਿ ਭਾਈ ਮੀਟਿੰਗ ਹੋਏਗੀ, ਪਰ ਜਾਂ ਤਾਂ ਸਿੱਧੂ ਦੀ ਮੰਨੀ ਜਾਊਗੀ ਜਾਂ ਫਿਰ ਅਸਤੀਫਾ ਮਨਜ਼ੂਰ ਹੋਊਗਾ। ਨਹੀਂ, ਮੇਰੇ ਖਿਆਲ ਨਾਲ ਜਿਹੜਾ ਪ੍ਰਭਾਵ ਹੈ ਨਾ, ਸ਼ਾਇਦ ਇਸੇ ਕਰਕੇ ਹੁਣ ਤੱਕ ਜਿਹੜਾ ਕਿਹੜਾ ਵੀ ਬੰਦਾ ਕੋਈ ਪਹਿਲਾਂ ਕਿਤੇ ਕਿਤੇ ਹਾਮੀ ਭਰਦਾ ਸੀ ਸਿੱਧੂ ਸਾਹਿਬ ਦੇ ਹੱਕ 'ਚ, ਉਹ ਵੀ ਸਖਤ ਹੋ ਗਿਆ। ਯਾਰ ਇਦਾਂ ਕਿਦਾਂ, ਇਹ ਕੀ ਕੰਮ ਰੋਜ਼ ਦਾ ਫੜਿਆ ਯਾਰ, ਇਹ ਕੋਈ ਕੰਮਾਂ 'ਚੋਂ ਕੰਮ, ਉਹਦੇ ਬਹਿ ਕੇ ਗੱਲ ਕਰ ਲੈਣੇ, ਕਿੱਡੀ ਗੱਲਾਂ 'ਚ ਗੱਲ ਹੋ ਗਈ ਹੈ ਨਾ। ਮਤਲਬ ਹੁਣ ਕੋਸ਼ਿਆ ਮਸਲੇ ਉਹ ਅੰਦਰ ਬਹਿ ਕੇ ਨਜਿੱਠ ਲਓ। ਹੁਣ ਇਹ ਇੱਦਾਂ ਜਿਹੜੀ ਟੋਨ ਟਨੈਲਿਟੀ ਆ ਜਿਹਦੇ 'ਚ ਮੈਂ ਹੁਣੇ ਗੱਲ ਕੀਤੀ, ਇਹ ਇਕੱਲੀ ਇੱਕ ਨੇ ਨਹੀਂ, ਇਹ ਕਾਂਗਰਸ ਦੇ ਕਈ ਲੀਡਰਾਂ ਨੇ ਕੀਤੀ। ਕੁਝ ਲੋਕ ਜਿਹੜੇ ਬਾਹਰੋਂ ਸਿਆਸਤ ਨੂੰ ਦੂਰੋਂ ਨੇੜਿਓਂ ਦੇਖਣ ਵਾਲੇ ਸੀ, ਉਹ ਵੀ ਕਹਿਣ ਲੱਗ ਪਏ ਵੀ ਯਾਰ ਇਦਾਂ ਥੋੜ੍ਹਾ ਜਿਹਾ ਕੰਮ ਤੁਰ ਤੇ ਲੈਣ ਦਿਓ, ਫਿਰ ਬਹਿ ਕੇ ਕਰ ਲਓ। ਪਰ ਕੁਝ ਜਿਹੜੇ ਬੰਦੇ ਇਹ ਕਹਿੰਦੇ ਆ ਵੀ, ਉਹ ਕਹਿੰਦੇ ਆ ਵੀ ਯਾਰ ਜੇ ਗੱਲ ਨਿਕਲ ਜਾਂਦੀ ਹੈ ਘਰਾਂ ਤੇ ਫਿਰ ਮੁੜ ਕੇ ਸਿੱਧੂ ਸਾਹਿਬ ਨੂੰ ਜਵਾਬ ਦੇਣਾ ਪੈਣਾ। ਹੁਣ ਤਾਂ ਉਹਨਾਂ ਨੇ ਮੌਕੇ 'ਤੇ ਨੱਪ ਲੈਣਾ ਵੀ ਭਾਈ ਸਾਹਿਬ ਮੈਨੂੰ ਖੋਡੇ ਚੂਹਾ ਜਾਪਦਾ ਹੀ, ਤੇ ਜੇ ਉਹਨੇ ਕਹਿਣਾ ਕੋਈ ਨਹੀਂ ਨਿਕਰਾਂ, ਮੈਂ ਬਾਅਦ 'ਚ ਪੁੱਛੇ ਵੀ ਯਾਰ ਇਹ ਖੋਡੇ ਚੂਹਾ ਨਹੀਂ ਹੈਗਾ, ਉਦੋਂ ਬਾਅਦ 'ਚ ਬੰਦਾ ਆਖੇ ਆਹ ਵੇਖਿਆ ਤੇ ਮੈਂ ਵੀ ਸੀ, ਫਿਰ ਮੈਂ ਉਦੋਂ ਬੋਲਿਆ ਨਹੀਂ, ਫਿਰ ਤੇ ਰੱਟਾ ਪੈ ਜਾਣਾ ਸੀ ਵੀ ਯਾਰ ਤੈਨੂੰ ਪਤਾ ਹੈ ਤੂੰ ਦੱਸਿਆ ਕਿਉਂ ਨਹੀਂ। ਹੁਣ ਜੇ ਖੋਡੇ ਚੂਹੇ ਵਾਲੀ ਗੱਲ ਉਹਨਾਂ ਨੇ ਪਹਿਲਾਂ ਕਰਤੀ ਵੀ ਹੈਗਾ ਹੀ, ਹੁਣ ਮੇਰੇ ਖਿਆਲ ਨਾਲ ਜਿੱਥੇ ਜਾ ਕੇ ਪੇਚ ਫਸ ਗਿਆ ਤੇ ਹੁਣ ਜਿਹੜੀ ਮਾੜੀ ਮੋੜ ਜੀ ਗੱਲ ਸਾਹਮਣੇ ਆਈ ਕਿ ਸ਼ਾਇਦ ਉੱਥੇ ਕੋਈ ਗੱਲ ਉਹੀ ਫਿਰ ਕਮੇਟੀ ਵਾਲੀ ਆ ਗਈ ਜਿਹੜੀ ਆਪਾਂ ਸ਼ੁਰੂ 'ਚ ਕਰਨਾ ਹੈ। ਕੋਈ ਗੱਲ ਨਹੀਂ ਯਾਰ, ਕੋਈ ਤਾਲਮੇਲ ਕਮੇਟੀ ਬਣਾ ਲੈਂਦੇ, ਕੋਈ ਥੋੜ੍ਹਾ ਜਿਹਾ ਕਿਵੇਂ ਚੱਲਣਾ, ਕਿਵੇਂ ਮਸਲਾ ਹੱਲ ਕਰਨਾ, ਕੋਈ ਗੱਲ ਨਹੀਂ ਇੱਕ ਪੈਨਲ ਬਣਾ ਕੇ ਆਪਾਂ ਉੱਪਰ ਭੇਜ ਦਿੰਦੇ, ਡਿਸਕਸ ਕਰ ਲੈਂਦੇ ਮਸਲਾ, ਕੋਈ ਚੱਕਰ ਨਹੀਂ। ਉਹੋ ਜਿਹੀ ਗੱਲ ਬਾਹਰ ਆ ਰਹੀ ਹੈ, ਪਰ ਕਲੈਰਿਟੀ ਅਜੇ ਵੀ ਕੋਈ ਨਹੀਂ, ਕਿਉਂਕਿ ਸਿੱਧੂ ਸਾਹਿਬ ਨੇ ਬੋਲੇ। ਦੇਖੋ ਸੰਧਾਲੀਆ ਸਾਹਿਬ, ਗੱਲ ਤੁਹਾਡੀ ਠੀਕ ਹੈ, ਕਿਉਂਕਿ ਇਹ ਮੀਟਿੰਗ ਜਦੋਂ 2-2.5 ਘੰਟੇ ਚੱਲੀ ਤਾਂ ਲੋਕਾਂ ਨੂੰ ਆਸ ਬੜੀ ਸੀ, ਕਿਉਂਕਿ ਹਰੀਸ਼ ਚੌਧਰੀ ਹੋਰੀ ਵਿੱਚ ਬੈਠੇ, ਪ੍ਰਗਟ ਸਿੰਘ ਹੋਰੀ ਨਾਲ ਬੈਠੇ, ਚੰਨੀ ਸਾਹਿਬ ਤੇ ਸਿੱਧੂ ਸਾਹਿਬ ਨੇ ਤਾਂ ਬਹਿਣਾ ਹੀ ਸੀ। ਪਹਿਲੀ ਗੱਲ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਕੋਈ ਨਹੀਂ, ਇਹ ਗੱਲ ਬਹੁਤ ਚੇਤੇ ਰੱਖਣ ਵਾਲੀ ਹੈ, ਬਸ 1-2 ਨਿਯੁਕਤੀਆਂ ਤੇ ਪੰਗਾ ਪਿਆ। ਦੂਸਰੀ ਗੱਲ ਇਹ ਕਿ ਜਦੋਂ ਮੀਟਿੰਗ ਚੱਲ ਰਹੀ ਸੀ ਤਾਂ ਇੱਕ ਟੇਬਲ ਸੈੱਟ ਕਰ ਦਿੱਤਾ ਗਿਆ ਸੀ ਕਾਂਗਰਸ ਭਵਨ 'ਚ, ਉੱਥੇ ਇੱਕ ਮਾਈਕ ਰੱਖ ਦਿੱਤਾ ਗਿਆ ਸੀ, ਤੇ ਇਹ ਪ੍ਰਕਿਰਿਆ ਉਦੋਂ ਚੱਲਦੀ ਹੈ ਜਦੋਂ ਕਿਸੇ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਹੋਵੇ ਕਿ ਅਸੀਂ ਜਾਣਕਾਰੀ ਦੇਵਾਂਗੇ। ਜੇ ਤਾਂ ਬੈਠਕ ਦੇ ਵਿੱਚੋਂ ਸਾਰਾ 100% ਫੈਸਲਾ ਹੋ ਜਾਂਦਾ ਤੇ ਚੰਨੀ ਸਾਹਿਬ ਤੇ ਸਿੱਧੂ ਸਾਹਿਬ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਨੀ ਸੀ, ਹੋ ਸਕਦਾ ਇੱਕ ਦੂਜੇ ਨੂੰ ਘੁੱਟ ਕੇ ਜੱਫੀ ਪਾਉਂਦੇ, ਹੋ ਸਕਦਾ ਕਹਿੰਦੇ ਕਿ ਭਾਈ ਚੰਨੀ ਸਾਹਿਬ ਵੀ ਕਹਿੰਦੇ ਕਿ ਭਾਈ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਨੇ, ਰਲ ਕੇ ਚੱਲਾਂਗੇ, ਸਿੱਧੂ ਸਾਹਿਬ ਵੀ ਕਹਿੰਦੇ ਚੰਨੀ ਸਾਹਿਬ ਬਹੁਤ ਵਧੀਆ ਬੰਦੇ ਨੇ, ਵਧੀਆ ਫੈਸਲੇ ਕਰਨਗੇ, ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ ਠੋਕਤ ਵਾਲੀ। ਪਰ ਇਦਾਂ ਕੁਝ ਨਹੀਂ ਹੋਇਆ। ਪਹਿਲਾਂ ਚੰਨੀ ਸਾਹਿਬ ਦਾ ਕਾਫਲਾ ਚਲੇ ਗਿਆ, ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ, ਉਹਦੇ ਤੋਂ ਬਾਅਦ ਪ੍ਰਗਟ ਸਿੰਘ ਹੋਰੀ, ਬੁਲਾਰੀਆ ਸਾਹਿਬ, ਡਾਕਟਰ ਰਾਜਕੁਮਾਰ ਵੇਰਕਾ, ਥੋੜੇ ਸਮੇਂ ਬਾਅਦ ਸਿੱਧੂ ਸਾਹਿਬ ਵੀ ਚਲੇ ਗਏ, ਕਿਸੇ ਨੇ ਗੱਲ ਨਹੀਂ ਕੀਤੀ, ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਚਲੇ ਗਏ। ਹੁਣ ਜਦੋਂ ਕਿਸੇ ਨੇ ਗੱਲ ਨਹੀਂ ਕੀਤੀ ਤਾਂ ਪਤਾ ਕੀ ਲੱਗੇ, ਪਰ ਬਾਅਦ ਵਿੱਚ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ, ਕਿਉਂਕਿ ਉਸ ਵੇਲੇ ਇਹ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਕਿ ਗੱਲ ਕਿਸੇ ਪਾਸੇ ਨਿਬੜੀ ਨਹੀਂ, ਇਹ ਚਰਚਾ ਚੱਲਦੀ ਸੀ ਕਿ ਜੇ ਗੱਲ ਨਹੀਂ ਨਿਬੜੀ, ਜੇ ਸਿੱਧੂ ਸਾਹਿਬ ਨੇ ਜ਼ਿੱਦ ਫੜੀ ਹੈ ਤੇ ਹੋ ਸਕਦਾ ਹਾਈਕਮਾਂਡ ਕਵੇ ਕਿ ਅਸਤੀਫਾ ਮਨਜ਼ੂਰ ਹੈ ਭਾਈ, ਹੋਰ ਬੰਦਾ ਲਾਓ। ਕਿਉਂਕਿ ਜਿਸ ਤਰੀਕੇ ਦੇ ਬਿਆਨ ਆਉਣ ਲੱਗ ਪਏ ਸੀ ਵੱਖ-ਵੱਖ ਪਾਸਿਆਂ ਤੋਂ, ਜਾਖੜ ਸਾਹਿਬ ਨੇ ਵੀ ਟਵੀਟ ਕਰਤਾ ਸੀ ਬੜਾ ਸਖਤ ਜਿਹਾ ਕਿ ਤੁਸੀਂ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਦੀ ਹੈਸੀਅਤ ਨੂੰ ਥੱਲੇ ਜਾਣ ਦੀ ਕੋਸ਼ਿਸ਼ ਨਾ ਕਰੋ, ਮਾਮਲਾ ਅੱਗੇ ਲੈ ਕੇ ਜਾਓ, ਹੁਣ ਆਪਾਂ ਅੱਗੇ ਵਧਣਾ ਹੈ, ਛੱਡੋ ਇਹਨਾਂ ਗੱਲਾਂ ਨੂੰ, ਉਹਨਾਂ ਦੀ ਹੈਸੀਅਤ ਥੱਲੇ ਨਾ ਕਰੋ। ਪਰ ਅਸਾਰ ਜੋ ਨਜ਼ਰ ਆਉਂਦੇ ਆ, ਕਿਉਂਕਿ ਪੰਜਾਬ ਪੁਲਿਸ ਦੇ ਜਿਹੜੇ ਇਕਬਾਲਪ੍ਰੀਤ ਸਿੰਘ ਸੋਤਾ ਕਾਰਜਕਾਰੀ ਮੁਖੀ ਨੇ, ਅਜੇ ਉਹਨਾਂ ਨੂੰ ਕੰਮ ਦਿੱਤਾ ਹੈ ਵਾਧੂ, ਤੇ ਪੱਕੇ ਜੀ ਉਹਨਾਂ ਨੂੰ ਕਰਨਾ ਹੈ, 10-11 ਮਹੀਨੇ ਉਹਨਾਂ ਦੀ ਨੌਕਰੀ ਰਹਿੰਦੀ ਹੈ। ਹੁਣ ਪਤਾ ਲੱਗਿਆ ਕਿ ਵਿੱਚੋਂ ਹੱਲ ਇਦਾਂ ਦਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਦਾ ਇੱਕ ਪੈਨਲ ਬਣਾ ਕੇ UPSC ਨੂੰ ਭੇਜ ਦਿਓ, ਕਿਉਂਕਿ ਨਿਯੁਕਤੀ ਉਹਨਾਂ ਨੇ ਕਰਨੀ ਹੈ, UPSC ਨੂੰ ਪੈਨਲ ਬਣਾ ਕੇ ਭੇਜ ਦਿਓ ਇਹਨਾਂ ਤੋਂ ਬਿਨਾਂ, ਉਹਦੇ ਵਿੱਚੋਂ ਜਿਹਦੀ ਉਹ ਨਿਯੁਕਤੀ ਕਰ ਦੇਣ, ਕਿਸੇ ਦਾ ਬਿਨਾਂ ਲੱਗੇ ਬੰਦਾ। ਇਹਦਾ ਮਤਲਬ ਹੈ ਕਿ ਇਸ ਮੁੱਦੇ ਤੇ ਤਕਰੀਬਨ ਇੰਨੀ ਕੁ ਸਹਿਮਤੀ ਤਾਂ ਬਣ ਗਈ ਆ, ਭਾਈ ਬਦਲ ਦਿੰਨੇ ਆ, ਕਿਉਂਕਿ ਉਹ ਜੇ ਪੱਕੇ ਲਾਏ ਨਹੀਂ ਸੀ, ਥੋੜੀ ਆਸਾਨੀ ਹੈ। ਦੂਸਰਾ ਕਹਿੰਦੇ ਕਾਂਗਰਸ ਹਾਈਕਮਾਂਡ ਦੇ ਉੱਤੇ ਛੱਡ ਦਿੱਤਾ ਗਿਆ ਕਿ ਐਡਵੋਕੇਟ ਜਨਰਲ ਸਾਹਿਬ ਜਿਹੜੇ ਆ ਉਹਨਾਂ ਦਾ ਕੀ ਕਰੀਏ, ਕਿਉਂਕਿ ਚੰਨੀ ਸਾਹਿਬ ਨੇ ਤਾਂ ਤੁਹਾਨੂੰ ਯਾਦ ਹੋਣਾ ਪਿਛਲੇ ਦਿਨਾਂ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ
ਅਸੀਂ ਤਾਂ ਇੱਕ ਬਹੁਤ ਸੀਨੀਅਰ ਵਕੀਲ ਅਪਾਇੰਟ ਕਰਨਾ ਹੈ, ਉਹਨਾਂ ਨੂੰ 10 ਕੁ ਮੈਂਬਰਾਂ ਦੀ ਵਕੀਲਾਂ ਦੀ ਇੱਕ ਟੀਮ ਦੇਣੀ ਹੈ ਜਿਹੜੀ ਕਿ ਪੰਜਾਬ ਦੇ ਮਾਮਲੇ ਨਜਿੱਠੇ। ਪਰ ਉਹ ਟੀਮ ਨੇ ਕਰਨਾ ਤਾਂ ਕੰਮ ਐਡਵੋਕੇਟ ਜਨਰਲ ਸਾਹਿਬ ਦੇ ਨਾਲ ਹੀ ਹੈ ਨਾ, ਉਹਨਾਂ ਦੀ ਸਲਾਹ ਦੇ ਨਾਲ ਹੀ ਹੈ ਨਾ, ਉਹਨਾਂ ਦੀਆਂ ਹਦਾਇਤਾਂ ਦੇ ਨਾਲ ਹੀ ਹੈ। ਜਾਣੀ ਇੱਥੇ ਵੀ ਮੀਟਿੰਗ ਦੇ ਵਿੱਚ ਜ਼ਰੂਰ ਇਸ ਗੱਲ ਦੇ ਉੱਤੇ ਚਰਚਾ ਹੋਇਆ ਹੋਊਗਾ ਕਿ ਭਾਈ ਆਪਾਂ ਫਲਾਨਾ ਬੰਦਾ ਲੈ ਆਉਨੇ ਆ, ਪੈਸੇ ਦੇਣੇ ਆ, ਉਹ ਬੰਦਾ ਕੇਸ ਲੜੂਗਾ, ਇਹਨਾਂ ਨੂੰ ਛੱਡੋ। ਪਰ ਨਵਜੋਤ ਸਿੰਘ ਸਿੱਧੂ ਇਹਨਾਂ ਦੋਨਾਂ ਮਸਲਿਆਂ ਤੋਂ ਮੈਨੂੰ ਨਹੀਂ ਲੱਗਦਾ ਕਿ ਭੋਰਾ ਵੀ ਪਿਛਾਂ ਹਟਣਗੇ। ਹਾਂ, ਇਹ ਤੁਹਾਡੀ ਗੱਲ ਸੰਧਾਲੀਆ ਸਾਹਿਬ ਬਿਲਕੁਲ ਠੀਕ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਲੈ ਕੇ ਅਸ਼ਵਨੀ ਕੁਮਾਰ ਸਾਹਿਬ ਤੱਕ, ਰਵਨੀਤ ਸਿੰਘ ਬਿੱਟੂ ਤੱਕ, ਵਿੱਚ ਵਿਚਾਲੇ ਜਾਖੜ ਸਾਹਿਬ, ਕਿੰਨੇ ਬੰਦਿਆਂ ਨੇ ਇਹ ਕਿਹਾ ਕਿ ਭਾਈ ਸਿੱਧੂ ਸਾਹਿਬ ਨਾ ਕਾਹਲੀ 'ਚ ਫੈਸਲਾ ਕਰ ਲੈਂਦੇ ਆ, ਟੀਮ ਨਾਲ ਬਣ ਕੇ ਨਹੀਂ ਚੱਲਦੇ। ਇਹ ਗੱਲ ਠੀਕ ਹੈ, ਲੋਕਾਂ ਦੇ ਵਿੱਚ ਇਹ ਗੱਲ ਪ੍ਰਚਾਰਨ ਦਾ ਵੀ ਯਤਨ ਕੀਤਾ ਗਿਆ, ਪਰ ਵਿੱਚ ਵਿਚਾਲੇ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਗੱਲ ਚੱਲਦੀ ਹੈ ਕਿ 4.5 ਸਾਲ ਟੀਮ ਬਣ ਕੇ ਹੀ ਚੱਲੇ। ਜਾਖੜ ਸਾਹਿਬ ਬਹੁਤਾ ਪ੍ਰਧਾਨ ਰਹੇ, ਕੈਪਟਨ ਸਾਹਿਬ ਮੁੱਖ ਮੰਤਰੀ ਰਹੇ, ਕੈਬਨਿਟ ਦੀਆਂ ਮੀਟਿੰਗਾਂ ਦੇ ਵਿੱਚ ਕੋਈ ਬੰਦਾ ਕਿੰਤੂ ਪਰੰਤੂ ਨਹੀਂ ਸੀ ਕਰਦਾ, ਵਿਧਾਇਕ ਕਹਿਣ ਮੰਨਦੇ ਸੀ, ਭਾਵੇਂ ਕਪਤਾਨ ਸਾਹਿਬ ਮਿਲਦੇ ਸੀ ਕਿ ਨਹੀਂ ਮਿਲਦੇ ਸੀ, ਭਾਵੇਂ ਕਾਂਗਰਸ ਪਾਰਟੀ ਦਾ ਜਥੇਬੰਦਕ ਢਾਂਚਾ ਬਣਾਇਆ ਦੁਆਰਾ ਜਾਂ ਨਹੀਂ ਬਣਾਇਆ, ਕਿਸੇ ਨੇ ਕੋਈ ਕਿੰਤੂ ਪਰੰਤੂ ਤਾਂ ਨਹੀਂ ਕੀਤਾ। ਇਹਦੇ ਤੋਂ ਚੰਗੀ ਟੀਮ ਸਪਿਰਿਟ ਤਾਂ ਕੋਈ ਨਹੀਂ ਹੋਣੀ। ਪਰ ਉਸ ਟੀਮ ਸਪਿਰਿਟ ਨੂੰ ਕੀ ਕਰਨਾ ਜੇ ਇਸ ਟੀਮ ਸਪਿਰਿਟ ਦੇ ਨਾਲ ਲੋਕਾਂ ਦੇ ਮੁੱਦੇ ਹੀ ਨਾ ਹੱਲ ਹੋਣ। ਤੁਸੀਂ ਇਹ ਦੇਖੋ ਕਿ ਟੀਮ ਸਪਿਰਿਟ ਰਹੀ 4.5 ਸਾਲ ਠੋਕ ਕੇ ਰਹੀ, ਸਿੱਧੂ ਸਾਹਿਬ ਤਾਂ ਘਰੇ ਬੈਠੇ ਸੀ, ਉਸ ਟੀਮ ਸਪਿਰਿਟ ਦੇ ਵਿੱਚੋਂ ਬੇਅਦਬੀ ਦੇ ਮੁੱਦੇ ਦਾ ਇਨਸਾਫ ਨਹੀਂ ਨਿਕਲਿਆ। ਨਿਆਣੇ ਟੈਂਕੀਆਂ ਤੇ ਚੜੇ ਰਹੇ, ਨਹਿਰਾਂ 'ਚ ਛਾਲ ਮਾਰਦੇ ਰਹੇ, ਹਸਪਤਾਲਾਂ 'ਚ ਡਾਕਟਰ ਨਹੀਂ ਸੀ, ਕਾਲਜਾਂ 'ਚ ਮਾਸਟਰ ਨਹੀਂ ਸੀ। ਹੁਣ ਉਦਾਂ ਦੀ ਟੀਮ ਸਪਿਰਿਟ ਚਾਹੀਦੀ ਆ ਕਿ ਲੋਕਾਂ ਦੇ ਮੁੱਦੇ ਚਾਹੀਦੇ ਆ? ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਵੀ ਐਂਗਲ ਸੋਚਣਾ ਪਊਗਾ। ਨਹੀਂ, ਐਂਗਲ ਸੋਚਣ ਵਾਲੀ ਗੱਲ ਤਾਂ ਹੈਗੀ ਆ, ਪਰ ਇੱਥੇ ਨਾ ਮੈਨੂੰ ਲੱਗਦਾ ਵੀ ਜਿੱਥੇ ਜਾ ਕੇ ਤਾਣੀ ਉਲਝ ਗਈ, ਇਹਦੇ 'ਚ ਹਾਈ ਕਮਾਂਡ ਕੋਲ ਇਸ ਵਕਤ ਮੈਨੂੰ ਲੱਗਦਾ ਵੀ ਸਵਾਏ ਸਿਰਦਰਦ ਦੀਆਂ ਗੋਲੀਆਂ ਦੇ ਹੋਰ ਕੁਝ ਨਹੀਂ ਹੈਗਾ। ਕਿਉਂਕਿ ਉਹ ਦੇਖੋ ਨਾ, ਹੁਣ ਉਹ ਵਿਚਾਰੇ 3 ਜੀ ਹੈ ਤੇ 17 ਥਾਵਾਂ ਤੇ ਪੰਗਾ, ਕਿੰਨਿਆਂ ਕੁ ਦੀ ਸੁਣ ਲੈਣ ਉਹ। ਮਤਲਬ ਹੁਣ ਇਹ ਵੇਖਣ ਵੀ ਯੂਪੀ 'ਚ ਕਿਉਂਕਿ ਇੱਕ ਨਵਾਂ ਪਰਿਵਾਰ ਦਾ ਮੈਂਬਰ ਲਾਂਚ ਕਰਨਾ, ਕਿਉਂਕਿ ਜਿਸ ਹਿਸਾਬ ਨਾਲ ਰੌਲਾ ਪੀ ਇਲੈਕਸ਼ਨ ਲੜਨੀ ਹੈ, ਹੁਣ ਇੱਕ ਚਿਹਰਾ, ਕੱਲ੍ਹ ਨੂੰ ਉਹ ਵੀ ਹਾਰ ਜਵੇ, ਫੇਰ ਪੰਗਾ ਪੈ ਜੇ, ਮੁੰਡਾ ਅੱਗੇ ਹਾਰ ਕੇ ਆ ਗਿਆ ਉੱਥੋਂ, ਹੈ ਨਾ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਛੱਤੀਸਗੜ੍ਹ ਦੀ, ਉਧਰ ਵਾਲੇ ਅੱਗੇ ਆਣ ਕੇ ਬੈਠੇ ਵੀ ਹਾਂਜੀ ਸਾਨੂੰ ਦੱਸੋ ਜੀ ਟਾਈਮ ਕਦੋਂ ਦਿੰਦੇ ਹੋ। ਉਹ ਕਹਿੰਦੇ ਰੁਕ ਜਾਓ ਯਾਰ, ਜੋ ਕੈਪਟਨ ਸਾਹਿਬ ਵਾਲਾ ਮਸਲਾ ਨਿਬੇੜਦੇ, ਕਹਿੰਦੇ ਉਹਨਾਂ ਦਾ ਤਾਂ ਚੱਲੀ ਜਾਣਾ ਯਾਰ, ਸਾਡਾ ਨਿਬੇੜੋ। ਉੱਤਰਾਖੰਡ ਵਾਲਾ ਉਹ ਮਸਲਾ ਵੱਖਰਾ, ਹਰੀਸ਼ ਰਾਵਤ ਸਾਹਿਬ ਦੀ ਚਿੱਠੀ ਵੱਖਰੀ ਪਈ ਆ ਵੀ ਮਾਰਾ ਮੇਰਾ ਖੜਾ ਛਡਾਓ ਮੈਡਮ ਜੀ, ਮੈਂ ਪੰਜਾਬ ਦਾ ਇੰਚਾਰਜ ਨਹੀਂ ਬਣਦਾ, ਹੈ ਨਾ, ਮੈਨੂੰ ਲੋੜ ਨਹੀਂ, ਲੜੋ ਨਹੀਂ ਹਟਦੇ। ਆ ਵੀ ਮੇਰੀਆਂ ਤਾਂ ਟਿਕਟਾਂ ਮੁੱਕ ਗਈਆਂ ਜਹਾਜ਼ ਦਾ ਸਫ਼ਰ ਕਰਦੇ ਕਰਦੇ, ਮੈਂ ਬੜਾ ਬੰਦਾ ਕੋ ਮਾਰ ਦੇਣਗੇ ਮੇਰੇ ਉੱਥੇ ਆਪਸ 'ਚ ਲੜਦੇ। ਹੁਣ ਦੂਜੇ ਪਾਸੇ ਜੇ ਆਪਾਂ ਉਹ 23 ਦੀ ਗੱਲ ਕਰੀਏ, ਜਿਹੜੀ ਉਹ 23 ਵਾਲੀ ਟੀਮ ਆ ਸੀਨੀਅਰ ਵਾਲੀ, ਜਿਹੜੇ ਵੱਖਰੇ ਤੌਰ ਦੇ ਉੱਪਰ ਇਲਜ਼ਾਮ ਲਾਈ ਜਾਂਦੇ ਵੀ ਹਾਂ ਭਾਈ ਸਾਹਿਬ ਸਾਨੂੰ ਹਾਈ ਕਮਾਨ ਦੇ ਵਿੱਚ ਜਿਹੜਾ ਨਵਾਂ ਕਲਚਰ ਠੀਕ ਨਹੀਂ, ਕੁਝ ਬੰਦੇ ਫਿੱਟ ਨਹੀਂ ਹੈਗੇ, ਕਾਂਗਰਸ ਜਿਹੜੀ ਹਾਈ ਕਮਾਨ ਉਹ ਕਲੀਅਰ ਕਰੇ ਵੀ ਕਰਨਾ ਕੀ ਜ਼ਿੰਦਗੀ 'ਚ, ਪ੍ਰਧਾਨ ਦਾ ਉਹਦਾ ਨਹੀਂ ਅਜੇ ਤੱਕ ਕਲੀਅਰ ਹੈਗਾ। ਹੁਣ ਇੰਨੇ ਰੌਲਿਆਂ ਦੇ ਵਿੱਚੋਂ ਰਾਜਸਥਾਨ ਵਾਲਾ ਜੇ ਮੈਂ ਜ਼ਿਕਰ ਕਰਨ ਰਹਿ ਗਿਆ, ਇੰਨੇ ਰੌਲਿਆਂ ਦੇ ਵਿੱਚੋਂ ਹੁਣ ਜਦੋਂ ਉਹਨਾਂ ਨੂੰ ਸੁੱਖ ਦਾ ਸਾਹ ਆਇਆ ਹੋਊਗਾ, ਇੱਕ ਤਰ੍ਹਾਂ ਗੱਲ ਹੋਈ ਹੋਊਗੀ, ਹੁਆ ਕਿਆ ਕੁਛ नहीं, बस वो कैप्टन साहब को साइड पे कर दिया, चन्नी साहब को बना दिया, चन्नी साहब ने 2-3 दिन भंगड़ा भी डाला था, पंजाब में अब अच्छा चल रहा है। तो हो सकता भी किते नींद आई होवे माड़ी मोट, किते सोनिया गांधी होरां नूं अचानक फिर घंटी वजी होवे, हैलो की होया, वो सिद्धू साहब ने फिर इस्तीफा देता, ये घलता जे इस्तीफा। ਹੁਣ ਦੇਖੋ ਇਸ ਸਿਸਟਮ ਦੇ ਵਿੱਚ, ਇਸ ਸਿਨੈਰੀਓ 'ਚ ਜੇ ਆਪਾਂ ਇਹ ਭਾਲੀਏ ਵੀ ਉਹਨਾਂ ਨੇ ਇਹ ਫੈਸਲਾ ਕਰ ਦੇਣਾ ਵੀ ਯਾਰ ਹੁਣ ਪੰਜਾਬ 'ਚ ਕਰੀਏ ਕੀ, ਇਹਦੀ ਆਸ ਤੇ ਬੜੀ ਘੱਟ। ਮੇਰੇ ਖਿਆਲ ਨਾਲ ਜਿਹੜੀ ਉਹ ਆਵਾਜ਼ ਆਈ ਸੀ ਨਾ ਵਿੱਚੋਂ ਵੀ ਯਾਰ ਤੁਸੀਂ ਨਜਿੱਠ ਲਓ, ਜੇ ਤੁਹਾਡੇ ਕੋਲ ਨਜਿੱਠਿਆ ਜਾਂਦਾ ਨਹੀਂ ਦਫਾ ਹੋ ਸਾਡੇ ਨਾਲ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਖਿੱਚ ਦੇ ਵਿੱਚੋਂ ਹੀ ਆਈ ਗੱਲ। ਤੇ ਹੋ ਸਕਦਾ ਇਸ ਚੀਜ਼ ਨੂੰ ਕਾਂਗਰਸ ਪਾਰਟੀ ਦੀ ਜਿਹੜੀ ਪੰਜਾਬ ਵਾਲੀ ਲੀਡਰਸ਼ਿਪ ਹੈ ਉਹਨਾਂ ਨੇ ਮਹਿਸੂਸ ਕੀਤਾ ਵੀ ਵੀਰ ਜੇ ਵਾਰ-ਵਾਰ ਉੱਥੇ ਜਾਵਾਂਗੇ ਤੇ ਇਹ ਨਾ ਵੇਖੇ ਜੇ ਕੋਈ ਹੋਰ ਸਿਆਪਾ ਗੱਲ ਪਾ ਲਈਏ, ਇੱਥੋਂ ਹੀ ਠੰਡੇ ਮਿੱਠੇ ਜਿਹੇ ਹੋ ਕੇ ਕੁਛ ਕਰ ਲਈਏ ਯਾਰ ਜਿਹੜਾ ਕੰਮ ਕਰਨ ਵਾਲਾ ਨਹੀਂ। ਇਹ ਗੱਲ ਤਾਂ ਸੰਧਾਲੀਆ ਸਾਹਿਬ ਤੁਹਾਡੀ ਬਿਲਕੁਲ ਠੀਕ ਹੈ ਕਿ ਖਿਜਣਗੇ ਤਾਂ ਉਹ ਸਹੀ, ਕਦੇ ਇੱਕ ਧੜਾ ਚਲੇ ਜਾਂਦਾ, ਕਦੇ ਦੂਸਰਾ, 15 ਦਿਨਾਂ ਦੇ ਵਿੱਚ ਤੁਸੀਂ ਫੇਰ ਅਫੜ ਦਿੱਲੀ ਲੈ ਗਏ ਆ। ਪਰ ਇਹ ਵੀ ਗੱਲ ਹੈ ਕਿ ਛੱਤੀਸਗੜ੍ਹ 'ਚੋਂ ਵੀ ਕਾਂਗਰਸ ਦੇ ਕਈ ਵਿਧਾਇਕ ਫੇਰ ਆ ਕੇ ਦਿੱਲੀ ਬੈਠੇ ਆ, ਰਾਜਸਥਾਨ ਵਾਲੇ ਵੀ ਦਿੱਲੀ ਚਲੇ ਗਏ ਆ। ਉਹਨਾਂ ਨੇ ਵੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਭਾਈ ਜੇ ਤੁਸੀਂ ਪੰਜਾਬ 'ਚ ਤਬਦੀਲੀ ਕਰ ਸਕਦੇ ਆ, ਸਾਡੇ ਕਿਉਂ ਨਹੀਂ ਕਰ ਸਕਦੇ। ਹਾਈ ਕਮਾਂਡ ਦੀ ਸਿਰਦਰਦੀ ਬਹੁਤ ਵੱਧ ਗਈ ਹੈ। ਕੈਪਟਨ ਸਾਹਿਬ ਨੇ ਜਿਹੜੇ ਸਟੈਪ ਲੈ ਲਏ ਉਹ ਵੱਖਰੇ ਆ, ਪਰ ਇਹ ਗੱਲ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਚਾਹੀਦੀ ਹੈ ਇਸ ਵੇਲੇ ਕਿ ਕੰਮ ਕੀ ਹੋਣਾ ਹੈ। ਕਾਂਗਰਸ ਪਾਰਟੀ ਦੇ ਇਹ ਮੰਨਿਆ ਜਾ ਰਿਹਾ ਜੀ ਸਿੱਧੂ ਅਲੱਗ ਥਲੱਗ ਪੈ ਗਿਆ, ਰੋਜ਼ ਖਬਰਾਂ ਲੱਗਦੀਆਂ ਜੀ ਪਟਿਆਲੇ ਦਾ ਕੋਈ ਵਿਧਾਇਕ ਉਹਨਾਂ ਨੂੰ ਮਿਲਣ ਨਹੀਂ ਪਹੁੰਚਾ, ਕਾਂਗਰਸ ਦਾ, ਹੋ ਸਕਦਾ ਨਾ ਪਹੁੰਚਾ ਹੋਵੇ। ਕਾਂਗਰਸ ਦੇ ਜੀ ਬਹੁਤੇ ਬੰਦੇ ਜਿਹੜੇ ਕੈਪਟਨ ਸਾਹਿਬ ਨੂੰ ਲਾਉਣ ਦੇ ਲਈ ਉਹਨਾਂ ਦੇ ਨਾਲ ਸੀ, ਹੁਣ ਜਦੋਂ ਕੋਈ ਮੰਤਰੀ ਬਣ ਗਿਆ, ਕਿਤੇ ਹੋਰ ਫਿੱਟ ਹੋਣ ਦੀ ਆਸ ਹੈ, ਉਹ ਹੁਣ ਸਿੱਧੂ ਸਾਹਿਬ ਤੋਂ ਨਿਖੜ ਗਏ, ਨਿਖੜ ਜੂ, ਕੋਈ ਵੱਡੀ ਗੱਲ ਨਹੀਂ। ਜੇ ਕੈਪਟਨ ਸਾਹਿਬ ਇਕੱਲੇ ਰਹਿ ਸਕਦੇ, ਸਿੱਧੂ ਸਾਹਿਬ ਤਾਂ ਰਹਿ ਹੀ ਸਕਦੇ ਆ, ਕੋਈ ਵੱਡੀ ਗੱਲ ਨਹੀਂ। ਜਿਹੜਾ ਬੰਦਾ 9.5 ਸਾਲ ਮੁੱਖ ਮੰਤਰੀ ਰਿਹਾ ਉਹ ਬੰਦਾ ਇਕੱਲਾ ਹੈ, ਨਾਲ 5-7 ਬੰਦੇ ਹੋਣਗੇ ਬੜੀ ਹੱਦ। ਨਹੀਂ ਇੱਕ ਬੰਦਾ ਹੈਗਾ, ਨਹੀਂ ਉਹ ਦੇਖ ਸਦੀਕ ਸਾਹਿਬ ਗਏ ਯਾਰ ਲੈਣ ਉੱਥੋਂ, ਉਹਨਾਂ ਦਾ ਨਾਂ ਤੇ ਲਓ ਨਾ। ਨਹੀਂ ਮੁਹੰਮਦ ਸਦੀਕ ਲੈਨੇ ਆਪਾਂ ਨਾਂ ਨਾ, ਮੁਹੰਮਦ ਸਦੀਕ ਸਾਹਿਬ ਦੇਖੋ ਇੰਨੇ ਚਿਰ ਦਾ ਬੰਦਾ ਕਿਸੇ ਪਿਕਚਰ 'ਚ ਨਹੀਂ ਆਇਆ,
ਪਰ ਜਦੋਂ ਕੈਪਟਨ ਸਾਹਿਬ ਨੂੰ ਵਾਕਿਆ ਹੀ ਲੋੜ ਸੀ ਉੱਥੋਂ ਵੀ ਯਾਰ ਕੋਈ ਬੰਦਾ ਤੇ ਆਵੇ ਸਵਾਗਤ ਦੇ ਲਈ, ਉਦੋਂ ਸਦੀਕ ਸਾਹਿਬ ਪਹੁੰਚੇ। ਨਹੀਂ ਪਹੁੰਚੇ ਦੇਖੋ ਸਦੀਕ ਸਾਹਿਬ ਉਹਨਾਂ ਦੀ ਪਿੱਠ ਸੁਣਦੀ, ਕਿਉਂਕਿ ਹਲੇ ਦੇ ਆਪਣੇ ਕੋਲ ਤਾਂ ਬੈਠੇ ਨੇਗੇ ਕਿ ਭਾਈ ਉਹ ਪਹੁੰਚੇ ਨੇ। ਹਾਂ ਚਲੋ ਹੁਣ ਇਹਦੇ ਨਾਲ ਸੰਧਾਲੀਆ ਸਾਹਿਬ ਇੱਕ ਗੱਲ ਜਿਹੜੀ ਇੱਥੇ ਕਾਂਗਰਸ ਦੇ ਬਹੁਤੇ ਵਿਧਾਇਕਾਂ ਨੂੰ ਪਤਾ, ਉਹ ਚਾਹ ਕੇ ਵੀ ਜੇ ਉਹਨਾਂ ਨੂੰ ਲੱਗੇ ਵੀ ਕਿ ਸਿੱਧੂ ਸਾਹਿਬ ਨੇ ਕਿਹੜੇ ਮੌਕੇ ਤੇ ਪੌੜਾ ਪਾਤਾ, ਉਹ ਨਿਖੜ ਕੇ ਨਹੀਂ ਰਹਿ ਸਕਦੇ। ਉਹਦਾ ਇੱਕ ਕਾਰਨ ਹੈ, ਲੋਕ ਕਹਿੰਦੇ ਨੇ ਕਿ 6 ਮਹੀਨਿਆਂ ਤੋਂ ਬਾਅਦ ਪੰਜਾਬ 'ਚ ਵੋਟਾਂ, ਪਰ ਵੋਟਾਂ 6 ਮਹੀਨਿਆਂ 'ਚ ਨਹੀਂ ਹੈਗੀਆਂ। ਵੋਟਾਂ ਤਾਂ ਹੋਰ ਮਹੀਨੇ ਤੱਕ ਹੀ ਸ਼ੁਰੂ ਹੋ ਜਾਣੀਆਂ, 1.5 ਮਹੀਨੇ ਤੱਕ ਹੀ। ਇਲੈਕਸ਼ਨ ਕਮਿਸ਼ਨ ਦਾ ਫਰਮਾਨ ਤਾਂ ਨਹੀਂ ਅੜਿੱਕਣਾ ਕਿਸੇ ਨੇ, ਪਿੰਡਾਂ 'ਚ ਤਾਂ ਜਾਣਾ ਪਊਗਾ। ਕਿੱਥੇ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਗਰਾਂਟਾਂ ਵੰਡਣੀਆਂ ਸੀ, ਪਤਾ ਉਹਨਾਂ ਨੂੰ ਵੀ ਹੈਗਾ ਸਾਰੇ ਵਿਧਾਇਕਾਂ ਨੂੰ ਤੇ ਮੰਤਰੀਆਂ ਨੂੰ ਕਿ ਭਾਈ ਅਸੀਂ ਪਿੰਡਾਂ 'ਚ ਜਾਣਾ ਹੈ, ਲੋਕਾਂ ਨੇ ਬੇਅਦਬੀ ਵਾਲੇ ਮਸਲੇ ਤੇ ਸਵਾਲ ਪੁੱਛਣੇ ਆ। ਨਵਜੋਤ ਸਿੰਘ ਸਿੱਧੂ ਨੇ ਤਾਂ ਕੰਮ ਸ਼ੁਰੂ ਨਹੀਂ ਸੀ ਕੀਤਾ, ਸ਼ੁਰੂ ਤਾਂ ਕੁਲਤਾਰ ਸਿੰਘ ਸੰਧਵਾ ਉਹਨਾਂ ਨੇ ਕਰਤਾ ਸੀ, ਸ਼ੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਦੇ ਪੀੜਤ ਪਰਿਵਾਰਾਂ ਨੇ ਕਰਤਾ ਸੀ। ਉਹ ਸਵਾਲ ਤਾਂ ਲੋਕਾਂ ਨੇ ਥਾਂ-ਥਾਂ ਪੁੱਛਣੇ ਸੀ, ਜਥੇਬੰਦੀਆਂ ਨੇ ਆ ਕੇ ਪੁੱਛਣੇ ਸੀ ਕਿ ਦੱਸੋ ਭਾਈ ਤੁਸੀਂ ਤਾਂ ਕਹਿੰਦੇ ਅਸੀਂ ਇਨਸਾਫ ਦੇਵਾਂਗੇ, ਮੁੱਖ ਮੰਤਰੀ ਬਦਲਤਾ ਤੇ ਇਨਸਾਫ ਇਦਾਂ ਦੇਣਾ। ਉਹ ਤਾਂ ਇਹਨਾਂ ਦੀ ਆਪਣੀ ਪਾਰਟੀ ਦੇ ਅੰਦਰੋਂ ਸ਼ੁਰੂ ਹੋ ਗਿਆ ਕੰਮ, ਹੋ ਸਕਦਾ 15 ਦਿਨਾਂ 'ਚ ਨਜਿੱਠਿਆ ਜਾਵੇ। ਇਸ ਵੇਲੇ ਕਾਂਗਰਸ ਪਾਰਟੀ ਨੇ ਜੇਤਾ ਮੁਕਾਬਲੇ 'ਚ ਆਉਣਾ, ਕਿਉਂਕਿ ਲੋਕਾਂ ਨੇ 5 ਸਾਲ ਦਾ ਹਿਸਾਬ ਲੈਣਾ ਹੈ, ਲੋਕਾਂ ਨੇ ਪਿਛਲੇ ਕੀਤੇ ਵਾਅਦਿਆਂ ਦਾ ਹਿਸਾਬ ਲੈਣਾ ਹੈ। ਤਾਂ ਇਹਨਾਂ ਨੂੰ ਬਹੁਤ ਤੇਜ਼ ਗਤੀ ਨਾਲ ਕੰਮ ਕਰਨਾ ਪਊਗਾ। ਜੇ ਇਦਾਂ ਆਪਣੇ ਗਲ ਦੇ ਵਿੱਚ ਆਪੇ ਹੀ ਸਿਆਪੇ ਪਾਉਂਦੇ ਰਹੇ, ਕਦੇ ਨਿਯੁਕਤੀਆਂ ਦੇ ਕਦੇ ਕਿਸੇ ਤਰ੍ਹਾਂ ਦੇ, ਘਰੇ ਲੜਾਈ ਹੁੰਦੀ ਰਹੀ, ਫਿਰ ਤਾਂ ਠੀਕ ਹੈ ਭਾਈ, ਥਾਲੀ 'ਚ ਪਾਓ ਲੱਡੂ, ਅਗਲੇ ਦੇ ਘਰੇ ਫੜਾਓ। ਨਹੀਂ ਅਗਲੇ ਦੇ ਘਰੇ ਫੜਾਉਣ ਦੀ ਲੋੜ ਵੀ ਨਹੀਂ, ਉਹ ਕਹਿੰਦੇ ਤੁਸੀਂ ਬਸ ਪਾ ਕੇ ਰੱਖੋ, ਹੀ ਆਪ ਲੈ ਜਾਣੇ ਆ, ਲੜਨ ਨੂੰ ਨਹੀਂ ਹਟਣਾ। ਹਾਂ ਤੁਸੀਂ ਬਸ ਤਕੜੇ ਹੋ ਗਏ ਨਾ, ਪੱਗੋ ਹੱਥੀ ਵੀ ਰਹਿਣਾ, ਬਾਕੀ ਕੰਮ ਸੈੱਟ ਆ, ਬਾਕੀ ਕੰਮ ਅਸੀਂ ਆਪੇ ਕਰ ਲੈਣਾ। ਪਰ ਇੱਕ ਗੱਲ ਤਾਂ ਹੈਗੀ ਆ ਵਾਟ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਵੀ ਜਿਹੜੇ ਮਸਲੇ ਨੇ ਇਹ ਗੱਲ ਜ਼ਰੂਰ ਸਮਝੀ ਜਾਵੇ ਵੀ ਭਾਵੇਂ 3600 ਲੜਾਈਆਂ ਹੋ ਜਾਣ ਕਾਂਗਰਸ ਪਾਰਟੀ 'ਚ ਪੰਜਾਬ ਦੇ ਵਿੱਚ, ਪਰ ਜਦੋਂ ਉਹ ਸਾਰੀਆਂ ਲੜਾਈਆਂ ਦਾ ਹੈਡਿੰਗ ਉੱਪਰੋਂ ਪੜ੍ਹਨਗੇ ਵੀ ਕਿੱਥੋਂ ਪਈਆਂ, ਉਹ ਮਸਲੇ ਐਜ਼ ਇਟ ਇਜ਼ ਨੇ। ਤੇ ਜੇ ਉਹ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ, ਭਾਵੇਂ 15 ਦਿਨ ਲਾ ਲਓ, ਮਹੀਨਾ ਲਾ ਲਓ, 1.5 ਲਾ ਲਓ, ਜਾਂ ਜਿਹੜੇ ਕੱਲ ਦੇ ਕੇਜਰੀਵਾਲ ਸਾਹਿਬ ਪੰਜਾਬ 'ਚ ਤੁਰੇ ਫਿਰਦੇ ਆ, ਮੈਨੇ तो 47 ਦਿਨों में कर दिया था, इनके पास तो 4 ਮਹੀਨੇ हैं। ਫਿਰ ਇਹ ਨਾ ਹੋਵੇ ਕਿ ਬਾਅਦ ਚੋਂ 4 ਮਹੀਨਿਆਂ ਨੂੰ 47 ਦੇ ਵੰਡ ਕੇ ਵਿਖਾਉਣ ਵੀ ਇੰਨੇ % ਟਾਈਮ ਸੀਗਾ ਤਾਂ ਵੀ ਨਹੀਂ ਹੋਇਆ, ਹੈ ਨਾ। ਇਸ ਕਰਕੇ ਮੇਰੇ ਖਿਆਲ ਨਾਲ ਇਹ ਵਿਚਾਰਨਾ ਬੜਾ ਜ਼ਰੂਰੀ ਆ। ਬਾਕੀ ਚਲੋ ਹੁਣ ਤਾਂ ਹਨੇਰਾ ਪੈ ਗਿਆ, ਅੱਜ ਦਾ ਦਿਨ ਨਵਾਂ ਚੜ੍ਹ ਗਿਆ। ਅੱਜ ਮੇਰੇ ਖਿਆਲ ਨਾਲ ਆਸ ਆਪਾਂ ਕਰਦੇ ਹਾਂ ਵੀ ਹੋ ਸਕਦਾ ਵੀ ਕੋਈ ਦਿੱਲੀੋਂ ਸੁਨੇਹਾ ਆ ਜਾਵੇ, ਕੋਈ ਇੱਧਰੋਂ ਉੱਧਰੋਂ ਕੋਈ ਜਾ ਕੇ ਮਿਲ ਪਵੇ, ਜਾਂ ਜਿਹੜੀ ਕੱਲ ਰਾਤ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਇੱਕ ਹੁੰਦਾ ਨਾ ਕਾਲੀ ਵੀ ਜਾਓ ਫਿਰ ਮੈਂ ਨਹੀਂ ਖੇਡਦਾ, ਤੇ ਮੁੜ ਕੇ ਘਰੇ ਜਾ ਕੇ ਬੰਦਾ ਸੋਚਦਾ ਯਾਰ ਨਹੀਂ ਗੱਲ ਤੇ ਕੁਛ ਵੀ ਨਹੀਂ, ਚੱਲ ਇੱਥੇ ਜੇ ਨਿਬੇੜ ਲੈਂਦੇ ਆ, ਸ਼ਾਇਦ ਅੱਜ ਦੇ ਦਿਨ ਦੇ ਵਿੱਚ ਕੁਛ ਨਾ ਕੁਛ ਢੋ ਮੇਲਾ ਬਣ ਜੇ। ਨਹੀਂ ਬਹੁਤ ਆਸ ਹੈ ਜੀ, ਅੱਜ ਜਦੋਂ ਸ਼ਾਮਾਂ ਪੈਣੀਆਂ, ਸ਼ਾਮਾਂ ਤੱਕ ਕੁਛ ਨਾ ਕੁਛ ਕੰਮ ਜਿਹੜਾ ਨਿਕਲ ਕੇ ਸਾਹਮਣੇ ਆ ਜਾਣਾ। ਪਰ ਸੰਧਾਲੀਆ ਸਾਹਿਬ, ਚਰਨਜੀਤ ਸਿੰਘ ਚੰਨੀ ਹੋਰੀ ਵਧੀਆ ਤਰੀਕੇ ਨਾਲ ਅੱਗੇ ਵਧ ਰਹੇ ਆ, ਭਾਵੇਂ ਬਿਜਲੀ ਦੇ ਬਕਾਇਆਂ ਦੀ ਗੱਲ ਹੈ, ਭਾਵੇਂ ਵਿਦਿਆਰਥੀਆਂ ਨੂੰ ਮਿਲਣ ਦੀ ਗੱਲ ਹੈ, ਭਾਵੇਂ ਉਹਨਾਂ ਨੇ ਕਿਹਾ ਸੀ ਕਿ ਪਾਣੀ ਵਾਲੀਆਂ ਮੋਟਰਾਂ ਜਿਹੜੀਆਂ ਪਾਣੀ ਸਪਲਾਈ ਕਰਨ ਵਾਲੀਆਂ ਉਹਨਾਂ ਦੇ ਬਿੱਲਾਂ ਦੀ ਗੱਲ ਹੈ, ਸਾਰਾ ਕੁਝ ਠੀਕ ਕਰ ਰਹੇ ਹੈ। ਪਰ ਇਹ ਗੱਲ ਬਹੁਤ ਚੇਤੇ ਰੱਖਣ ਵਾਲੀ ਹੈ ਕਿ ਪੰਜਾਬ ਖੇਤੀਬਾੜੀ ਤੇ ਆਧਾਰਿਤ ਹੈ। ਜੇ ਉਧਰਲੇ ਪਾਸੇ ਕੋਈ ਬਹੁਤ ਵੱਡਾ ਪਰਿਵਰਤਨ ਲਿਆਉਣ 'ਚ ਕਾਮਯਾਬ ਨਹੀਂ ਹੁੰਦੇ, ਖੇਤੀਬਾੜੀ ਵਾਲਾ ਸੂਬਾ, ਜਾਂ ਜਿਹੜੇ ਆ ਨਿਆਣੇ ਘਰਾਂ ਦੇ ਵਿੱਚ ਵਿਹਲੇ ਤੁਰੇ ਫਿਰਦੇ ਆ ਤੇ ਬੇਰੁਜ਼ਗਾਰ ਹੈ ਤੇ ਅਸਾਮੀਆਂ ਖਾਲੀ ਆ, ਜੇ ਵੇਲੇ ਸਿਰ ਉਹਨਾਂ ਅਸਾਮੀਆਂ ਨੂੰ ਨਹੀਂ ਭਰਿਆ ਜਾਂਦਾ, ਕਿਉਂਕਿ ਨਿਆਣੇ ਨੌਕਰੀਆਂ ਤੇ ਲੱਗਣਗੇ, 4 ਪੈਸੇ ਉਹਨਾਂ ਨੂੰ ਆਉਣਗੇ ਤਾਂ ਉਹਨਾਂ ਨੇ ਬਿੱਲ ਆਪੇ ਹੀ ਦੇ ਦੇਣੇ ਆ। ਲੋਕ ਇਹ ਉਡੀਕਦੇ ਆ, ਲੋਕ ਸਾਫ਼ ਪਾਣੀ ਉਡੀਕਦੇ ਆ, ਲੋਕ ਇਹ ਚਾਹੁੰਦੇ ਆ ਕਿ ਭਾਈ ਆ ਖੇਤੀਬਾੜੀ ਵਾਲੇ ਮਸਲੇ ਤੇ ਕਿਸੇ ਬਦਲਵੀਂ ਫਸਲ ਦਾ ਮੁੱਲ ਮਿਲੇ। ਕੰਮ ਤਾਂ ਬਹੁਤ ਵੱਡੇ ਆ ਕਰਨ ਵਾਲੇ, ਕਿਉਂਕਿ ਅਜੇ ਛੋਟੇ-ਛੋਟੇ ਸਟੈਪ ਲਏ ਜਾ ਰਹੇ ਆ। ਬਿਜਲੀ ਕੰਪਨੀਆਂ ਦੇ ਨਾਲ ਹੋਏ ਸਮਝੌਤੇ, ਲੋਕਾਂ ਨੂੰ ਤਾਂ ਉਹ ਲੱਗਣਾ ਕਿ ਭਾਈ ਆ ਵੱਡਾ ਧਮਾਕਾ ਹੈ, ਲੋਕਾਂ ਨੂੰ ਤਾਂ ਖੇਤੀਬਾੜੀ ਬਿੱਲਾਂ ਦੇ ਮੁੱਦਿਆਂ ਦੇ ਉੱਤੇ ਲੱਗਣਾ ਹੈ ਕਿ ਆਹ ਵੱਡਾ ਧਮਾਕਾ ਹੈ, ਲੋਕਾਂ ਨੂੰ ਤਾਂ ਬੇਅਦਬੀ ਵਾਲੇ ਮੁੱਦੇ ਤੇ ਲੱਗਣਾ ਕਿ ਆਹ ਵੱਡਾ ਧਮਾਕਾ, ਕਿਉਂਕਿ ਉਹ ਸਾਰੀ ਦੁਨੀਆ ਨੂੰ ਆਪਣੇ ਕਲਾਵੇ 'ਚ ਲੈ ਕੇ ਬੈਠੇ ਆ ਮੁੱਦੇ। ਬਾਕੀ ਸਾਰੇ ਮੁੱਦੇ ਛੋਟੇ ਨੇ, ਕਰਨੇ ਚਾਹੀਦੇ ਆ, ਪਰ ਜੇ ਛੋਟੇ ਮੁੱਦਿਆਂ ਤੇ ਸੀਮਤ ਰਹੇ, ਇਹ ਵਿਧਾਨ ਸਭਾ ਦੀਆਂ ਚੋਣਾਂ 'ਚ ਜਿੱਤ ਨੂੰ ਲਿਆ ਸਕਦੇ। ਨਹੀਂ ਬਿਲਕੁਲ ਸਹੀ। ਆਪਾਂ ਇਹਦੇ ਚਲੋ ਚੰਨੀ ਸਾਹਿਬ ਦੀ ਉਹ ਵੀ ਗੱਲ ਕਰ ਲਈ, ਪਿਛਲੇ ਦਿਨੀ ਮੀਟਿੰਗ ਕੀਤੀ ਸੀ ਉਹਨਾਂ ਨੇ, ਉਹ ਜਿਹੜੇ ਖੁਰਾਕ ਸਪਲਾਈ ਵਾਲੇ ਵੱਡੇ ਅਫਸਰ ਸੀਗੇ, ਵੀ ਮਹਾਰਾਜ ਦੇਖੋ ਕਾਰਨ ਹੈ ਵੀ ਝੋਨੇ ਦੀ ਸਪਲਾਈ ਜਿਹੜੀ ਆ, ਖਰੀਦ ਵਾਲਾ ਕੰਮ ਉਹ ਬਹੁਤ ਜ਼ਰੂਰੀ ਹੈ, ਤੇ ਤੁਸੀਂ ਜੋ ਕੁਝ ਵੀ ਹੈਗਾ ਉਹ ਸ਼ਰਤਾਂ ਨੂੰ ਪਾਸੇ ਰੱਖ ਕੇ ਨਾ ਨਵਾਂ ਸਾਡੇ ਕੋਲ ਸਿਆਪਾ ਨਾ ਪਾਓ ਤੇ ਚੁੱਕ ਲਓ ਟਾਈਮ ਨਾਲ। ਉਦੋਂ ਗੱਲ ਇਹ ਬਣਦੀ ਸੀ ਵੀ ਸ਼ਾਇਦ ਹੁਣ 1 ਤਰੀਕ ਹੋ ਗਈ ਤੇ 1 ਤੋਂ ਸਰਕਾਰੀ ਖਰੀਦ ਸ਼ੁਰੂ ਹੋ ਜਾਣੀ ਹੈ, ਪਰ ਹੁਣ ਕਹਿੰਦੇ ਚਿੱਠੀ ਆਈ ਹੈ ਦਿੱਲੀ ਵਾਲੇ ਪਾਸਿਓਂ, ਕਹਿੰਦੇ ਨਹੀਂ 10 ਕੁ ਦਿਨ ਹੋਰ ਰੁਕੋ, ਅਜੇ ਨਾ ਸਾਨੂੰ ਪਤਾ ਲੱਗਿਆ ਵੀ ਪੰਜਾਬ 'ਚ ਮੀਂਹ ਕਣੀ ਜਾਂ ਵਾਹਵਾ, ਤੇ ਉਹਦਾ ਕਰਕੇ ਨਾ ਫਸਲ ਅਜੇ ਲੇਟ ਪੱਕਣੀ ਹੈ। ਮੈਨੂੰ ਫਿਰ ਸਲਾਹ ਕਰਕੇ ਤੇ ਗੁੱਸਾ ਆਉਣ ਡਿਆ ਵੀ ਫਸਲ ਕੀ ਪਾਥੀਆਂ ਜਿਹੜੀਆਂ ਵੀ ਬਾਹਰ ਸੂਰਜ ਨੇ ਨਿਕਲਿਆ ਤੇ ਸੁੱਕੀਆਂ ਨੇ ਅੰਦਰ ਕਦੋਂ ਰੱਖਾਂਗੇ? ਫਸਲ ਤੇ ਆਪਣੇ ਟਾਈਮ ਨਾਲ ਪੱਕ ਹੀ ਪੈਣੀ ਆ, ਮੰਡੀ ਜਾ ਕੇ ਵੇਖ ਲਓ ਭਾਈ ਵੀ ਝੋਨਾ ਤੇ ਆਉਣ ਡਿਆ ਤੇ ਤੁਸੀਂ ਕਹਿੰਦੇ ਨਹੀਂ ਆ ਵੀ ਨਾ ਥੋੜੀ ਬਾਰਿਸ਼ ਹੈ ਉਸ ਵਜ੍ਹਾ ਸੇ ਥੋੜਾ ਨਾ ਵੀ ਕਮ ਪੱਕ ਰਹੀ ਹੈ।
ਹੁਣ ਇਹ ਜਿਹੜੀਆਂ ਮਤਲਬ ਮੇਰੇ ਖਿਆਲ ਨਾਲ ਇਦਾਂ ਦੀਆਂ ਗੱਲਾਂ ਕਰ ਕਰਕੇ ਤੇ ਜਦੋਂ ਚਿੱਠੀਆਂ ਆਉਣਗੀਆਂ ਉਹ ਹੀ ਪਤਾ ਨਹੀਂ ਕਿ ਮੈਂ ਨਹੀਂ ਆਂਦਾ ਵੀ ਉਹ 'ਚ ਕੋਈ ਸਿਆਸਤ ਆ, ਪਰ ਪਤਾ ਨਹੀਂ ਕਿਉਂ ਲੱਗਦਾ ਵੀ ਉਹ ਵੀ ਕਿਤੇ ਨਾ ਕਿਤੇ ਪਿੱਛੋਂ ਇੱਕ ਚੂੜੀ ਥੋੜੀ ਚੂੜੀ ਹੋਰ ਟੈਟ ਕਰ 10 ਕੁ ਦਿਨ ਜਦੋਂ ਚੀਕਾਂ ਵੱਜੀਆਂ ਨਾ ਫਿਰ ਚੰਨੀ ਸਾਹਿਬ ਦੱਸਣਗੇ ਵੀ ਹਾਂ ਮਹਾਰਾਜ ਹੁਣ ਕਰਨਾ ਕੀ ਹੈ। ਸੰਧਾਲੀਆ ਸਾਹਿਬ ਤੁਹਾਨੂੰ ਪਤਾ ਹੈ ਕਿ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਫਸਲ ਬਹੁਤੀ ਖਰੀਦੀ ਜਾਂਦੀ ਹੈ, ਬਾਕੀ ਸਾਰੇ ਥਾਵਾਂ ਦੇ ਉੱਤੇ ਫਸਲ ਦੀ ਖਰੀਦ ਸਰਕਾਰ ਬਹੁਤੀ ਨਹੀਂ ਕਰਦੀ ਤੇ ਦੋਨਾਂ ਸੂਬਿਆਂ ਦੇ ਲਈ ਸਾਂਝੀ ਚਿੱਠੀ ਹੈ। ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹਨਾਂ ਨੂੰ ਵੀ ਸਮੱਸਿਆ ਆਉਣੀ ਹੈ। ਇੱਥੇ ਕਾਂਗਰਸ ਦੀ ਸਰਕਾਰ ਹੈ, ਸਮੱਸਿਆ ਇਹਨਾਂ ਨੂੰ ਵੀ ਆਉਣੀ ਹੈ। ਉਹ ਕਹਿੰਦੇ ਜੀ ਮੀਂਹ ਪੈ ਗਿਆ, ਅਜੇ ਨਮੀ ਬਹੁਤ ਹੈ, ਅਜੇ ਫਸਲ ਪੱਕੀ ਨਹੀਂ, 10 ਦਿਨ ਲੇਟ ਕਰ ਦੇਣੇ। ਚੰਨੀ ਸਾਹਿਬ ਨੇ ਨਾਲ ਹੀ ਬੇਨਤੀ ਕਰਤੀ, ਚਿੱਠੀ ਲਿਖਤੀ ਹੈ ਕਿ ਨਾ ਕਰੋ ਭਾਈ ਇੱਦਾਂ, ਕਿਸਾਨਾਂ ਦੇ ਮਨ ਦੇ ਵਿੱਚ ਦੁਵਿਧਾ ਪੈਦਾ ਹੋਊਗੀ, ਤੁਸੀਂ ਹੁਣੇ ਹੀ ਖਰੀਦ ਸ਼ੁਰੂ ਕਰੋ ਤੇ ਪੁਰਾਣੇ ਨਿਯਮਾਂ ਤੇ ਕਰੋ। ਭਾਵੇਂ ਟੋਟੇ ਦੀ ਗੱਲ ਹੈ, ਭਾਵੇਂ ਦਾਣਾ ਬਦਰੰਗ ਹੋਣ ਦੀ ਗੱਲ ਹੈ, ਭਾਵੇਂ ਨਮੀ ਦੀ ਮਾਤਰਾ ਦੀ ਗੱਲ ਹੈ, ਕਿ ਤੁਸੀਂ ਉਹਨੂੰ ਘਟਾਓ ਨਾ। ਇਹਦੇ ਨਾਲ ਕਿਸਾਨ ਤੰਗ ਪਰੇਸ਼ਾਨ ਹੋਊਗਾ, ਤੁਸੀਂ ਉਹਨੂੰ ਓਨਾ ਹੀ ਰਹਿਣ ਦਿਓ ਜਿੰਨਾ ਪਹਿਲਾਂ ਸੀ। ਪਰ ਕੇਂਦਰ ਦੇ ਮੰਨਣ ਦੀ ਸੰਭਾਵਨਾ ਥੋੜੀ ਹੈ। ਪਰ ਇਹਨਾਂ 10 ਦਿਨਾਂ ਦੇ ਵਿੱਚ ਤੁਸੀਂ ਦੇਖੋ ਨਾ, ਪ੍ਰਬੰਧ ਕੀਤੇ ਹੁੰਦੇ ਆ। 1 ਤਰੀਕ ਤਾਂ ਹੋ ਗਈ, ਕੰਬਾਈਨਾਂ ਵਾਲੇ ਆ ਕੇ ਬੈਠੇ ਹੋਣੇ ਆ, ਨਾਲ ਉਹਨਾਂ ਦੇ 4-4 5-5 ਬੰਦੇ ਹੁੰਦੇ ਆ, ਉਹਨਾਂ ਦੇ ਪੈਸੇ ਦੇਣੇ ਆ। ਕਿਸਾਨਾਂ ਨੇ ਟਰਾਲੀਆਂ ਦਾ ਪ੍ਰਬੰਧ ਕੀਤਾ ਹੋਣਾ, ਕੋਈ ਕਿਸਾਨ ਅੰਦੋਲਨ ਦੇ ਵਿੱਚੋਂ ਆਇਆ ਹੋਊਗਾ ਕਿ ਭਾਈ ਝੋਨਾ ਪਹਿਲਾਂ ਵਢਾ ਲਈਏ ਕਿਉਂਕਿ ਅਗੇਤਾ ਬੀਜ ਦਿੱਤਾ ਸੀ। ਹੁਣ ਜੇ ਤਾਂ ਉਹ ਦਫ਼ਤਰਾਂ ਦੇ ਵਿੱਚ ਬੈਠ ਕੇ ਖੇਤੀਬਾੜੀ ਦੇ ਮੁੱਦੇ ਤੇ ਨੀਤੀਆਂ ਬਣਾਉਣ ਵਾਲੇ ਬੰਦੇ ਕਦੇ ਝੋਨੇ ਦੀ ਵੱਟ ਤੇ ਚੜੇ ਹੋਣ, ਜਾਂ ਉਹਨਾਂ ਨੂੰ ਪਤਾ ਹੋਵੇ ਕਿ ਜਾੜ ਕਿੱਦਾਂ ਹੁੰਦਾ, ਜਾਂ ਵਿੱਚ ਕੱਖ ਜਿਹੜਾ ਕਿੱਦਾਂ ਪੱਟੀ ਦਾ, ਜਾਂ ਮੁੰਜਰ ਜਿਹੜੀ ਹੈ ਉਹ ਕਿੰਨੀ ਕੁ ਭਾਰੀ ਹੁੰਦੀ ਹੈ, ਜਾਂ ਉਹਦੇ ਵਿੱਚ ਨਮੀ ਜਿਹੜੀ ਹੈ ਉਹਨੂੰ ਕਿੱਦਾਂ ਪਰਖਣਾ, ਚੌਲ ਦਾ ਟੋਟਾ ਕਿੱਦਾਂ ਹੁੰਦਾ, ਕਈ ਵਾਰੀ ਕੰਬਾਈਨ ਕੇਰਦੀ ਬਹੁਤ ਹੁੰਦੀ ਹੈ। ਜੇ ਤਾਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਤਾ ਹੁੰਦੀਆਂ ਤਾਂ ਸ਼ਾਇਦ 1 ਸਾਲ ਕਿਸਾਨਾਂ ਨੂੰ ਦਿੱਲੀ ਬੈਠਿਆਂ ਨੂੰ ਵੀ ਨਹੀਂ ਸੀ ਲੱਗਣਾ ਤੇ ਇਦਾਂ ਦੇ ਫੈਸਲੇ ਵੀ ਨਾ ਹੁੰਦੇ। ਅਜੇ ਵੀ ਜੇ ਕੋਈ ਜਾ ਕੇ ਸਮਝਾ ਦੇ ਤਾਂ ਚੰਗਾ ਨਹੀਂ, ਪਰ ਮੈਨੂੰ ਸਮਝਣ ਦੀ ਆਸ ਘੱਟ ਲੱਗਦੀ, ਕਿਉਂਕਿ ਜਦੋਂ ਤੁਸੀਂ ਹਰਿਆਣੇ ਦੀ ਗੱਲ ਕੀਤੀ ਨਾ, ਹੁਣ ਹੋ ਸਕਦਾ ਵੀ ਇਸ ਚੀਜ਼ ਨੂੰ ਵਿਖਾਉਣ ਲਈ ਉਹ ਕਹਿ ਦੇਣ ਵੀ ਹਾਂਜੀ हरियाणा भी तो साथ ही है, उन्होंने तो कोई एतराज़ नहीं किया, ये चन्नी साहब बोल रहे हैं कुछ ऐसा एतराज़ है, पंजाब में तो वही धान है, वो वहाँ पे धान है। ਚੱਕਰ ਇਹ ਹੈ ਵੀ ਪੰਜਾਬ ਵਾਲਿਆਂ ਨੂੰ ਤੇ ਉਹ ਭਾਵ ਅੰਤਰ ਭਰਪਾਈ ਹੋਏ ਇਹਨਾਂ ਬਾਰੇ ਵੈਸੇ ਹੀ ਨਹੀਂ ਪਤਾ ਜੀ। ਤੇ ਮੇਰੇ ਖਿਆਲ ਨਾਲ ਖੱਟਰ ਸਾਹਿਬ ਦਾ ਤਾਂ ਪਿਛਲੇ ਦਿਨੀ ਮਸ਼ਹੂਰੀ ਵੀ ਹੈਗੀ, ਇੱਕ ਫਸਲ ਉਹਨਾਂ ਨੇ ਹੋਰ ਵਿੱਚ ਫਿੱਟ ਕਰਤੀ। ਉਹ ਕਹਿੰਦੇ ਵੀ ਜੇ 600 ਰੁਪਈਆ ਵੀ ਦੇਣਾ ਪਿਆ ਸਾਨੂੰ ਭਾਵ ਅੰਤਰ ਦਾ, ਉਹ ਵੀ ਦਿਆਂਗੇ, ਬਸ ਤੁਸੀਂ ਰਜਿਸਟ੍ਰੇਸ਼ਨ ਕਰਾ ਲਓ। ਹੁਣ ਗੱਲ ਤੇ 10 ਦਿਨਾਂ ਦੀ ਹੈ। ਜੇ 10 ਦਿਨਾਂ ਚੋਂ ਮੰਨ ਲਓ ਵੀ ਹਰਿਆਣੇ ਨੂੰ ਜਾਪੇ ਵੀ ਸਾਡੇ ਕੋਲ ਇੰਨੇ ਕੁ ਝੋਨੇ ਦਾ ਯਾਰ ਕਿਸਾਨਾਂ ਨੂੰ ਬਾਹਰ ਵੇਚਣਾ ਪੈ ਗਿਆ ਜਾਂ ਸਸਤਾ ਵੇਚ ਗਿਆ, ਉਹਦੇ 'ਚ ਇੰਨਾ ਫਰਕ ਸੀਗਾ। ਹੁਣ ਇੱਕ ਜਿਹੜੀ ਸਰਕਾਰ ਆ ਉਹ ਤੇ ਦੇ ਦੂ ਪੈਸੇ, ਦੂਜੀ ਜਿਹੜੀ ਵਿਚਾਰੀ ਅੱਗੇ ਮਤਲਬ ਮੀਮਸ ਬਣਨੀ ਆ ਵੀ ਖਜ਼ਾਨਾ ਖਾਲੀ ਆ, ਉੱਤੋਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਭਾਈ ਸਾਹਿਬ ਉਹ ਭਾਵ ਅੰਤਰ ਭਰਪਾਈ ਯੋਜਨਾ ਹੈ ਕੀ। ਇਹਨਾਂ ਦੇ 10 ਦਿਨਾਂ ਦੇ ਵਿੱਚ ਜਿਹੜੀਆਂ ਚੀਕਾਂ ਵੱਜਣੀਆਂ ਨਾ ਚੂੜੀ ਟੈਟ ਕਰਨ ਨਾਲ, ਉਹ ਮੈਨੂੰ ਲੱਗਦਾ ਵੀ ਤੰਗ ਕਰਨਗੀਆਂ 11 ਤਰੀਕ ਦਾ ਜਾਂਦੇ ਨਹੀਂ ਤੰਗ ਤਾਂ ਕਰਨਗੇ। ਕਿਸਾਨ ਤਾਂ ਅੱਗੇ ਬੈਠੇ ਆ, ਕਿਸਾਨ ਤਾਂ ਪਹਿਲੇ ਇੱਥੇ ਬੈਠੇ ਤੇ ਇੱਥੇ ਕੇਂਦਰ ਸਰਕਾਰ ਨੂੰ ਤਾਂ ਸੇਕ ਕੋ ਵੱਜਣਾ ਨਹੀਂ, ਸੇਕ ਪੰਜਾਬ ਸਰਕਾਰ ਨੂੰ ਵੱਜਣਾ। ਇਹਨਾਂ ਨੂੰ ਚਾਹੀਦਾ ਕਿ ਚੰਗੇ ਤਰੀਕੇ ਕਨੈਕਸ਼ਨ ਜੋੜ ਲਓ। ਬਾਕੀ ਆ ਜਿਹੜੀ ਭਾਵ ਅੰਤਰ ਸਕੀਮ ਦੀ ਤੁਸੀਂ ਗੱਲ ਕਰਦੇ ਨਾ, ਕੇਂਦਰ ਦੀ ਹੈ, ਉਹਦੇ ਵਿੱਚ ਸੂਬੇ ਦਾ ਰੁਪਈਆ ਨਹੀਂ ਚਾਹੀਦਾ। ਹੁਣ ਕੇਂਦਰ ਕਹਿੰਦਾ ਕਿ ਭਾਈ ਆ ਦੇਖੋ ਘੱਟੋ ਘੱਟ ਮੁੱਲ ਇੰਨਾ, ਜੇ ਬਾਜ਼ਾਰ ਦੇ ਵਿੱਚ ਸਸਤੀ ਹੈ ਤਾਂ ਜੇ ਮੰਨ ਲਓ 3000 ਦੀ ਹੈ ਤੁਹਾਨੂੰ 2800 ਮਿਲਿਆ, 200 ਰੁਪਈਆ ਤੁਸੀਂ ਇਸ ਸਕੀਮ ਦੇ ਅਧੀਨ ਗੱਲ ਕਰੋ, ਅਸੀਂ ਭੇਜ ਦਿਆਂਗੇ। ਇਦਾਂ ਹੀ ਆ ਪਰ ਉਹ ਕਰਨਾ ਸੂਬੇ ਨੇ ਪਰ ਸੂਬੇ 'ਚ ਪਹਿਲਾਂ ਮੁੱਖ ਮੰਤਰੀ ਹੋਰ ਸਨ। ਹੁਣ ਵਾਲੇ ਮੁੱਖ ਮੰਤਰੀ ਸਾਹਿਬ PhD ਕਰ ਰਹੇ ਆ। ਹੁਣ ਵਾਲੇ ਮੁੱਖ ਮੰਤਰੀ ਸਾਹਿਬ ਆਮ ਲੋਕਾਂ ਨੂੰ ਹੇਠਾਂ ਤੋਂ ਜਾਣਦੇ ਆ, ਉਹਨਾਂ ਨੂੰ ਛੱਪੜ ਦੇ ਵਿੱਚੋਂ ਮਿੱਟੀ ਲਿਆਉਣ ਦਾ ਵੀ ਪਤਾ ਹੈ, ਕੰਧਾਂ ਲਿਪਣ ਦਾ ਵੀ ਪਤਾ ਹੈ। ਉਹਨਾਂ ਨੇ ਕੌਂਸਲਰ ਤੋਂ ਲੈ ਕੇ ਮੁੱਖ ਮੰਤਰੀ ਦਾ ਅਹੁਦਾ ਜਿਹੜਾ ਉਹ ਦੇਖਿਆ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਭਾਈ ਡਸਟਬਿਨ ਦੇ ਵਿੱਚੋਂ ਕਮਿਸ਼ਨ ਕਿੰਨਾ ਜਾਂਦਾ ਹੈ, ਆਪ ਹੀ ਕਿਹਾ ਸੀ ਉਹਨਾਂ ਨੇ ਸਾਰੀਆਂ ਗੱਲਾਂ। ਸ਼ਾਇਦ ਕਿਉਂਕਿ ਪੜ੍ਹੇ ਲਿਖੇ ਮੁੱਖ ਮੰਤਰੀ ਦਾ ਸਾਨੂੰ ਇੰਨਾ ਕੁ ਲਾਹਾ ਤਾਂ ਹੋਣਾ ਚਾਹੀਦਾ ਕਿ ਜੇ ਕੇਂਦਰ ਸਰਕਾਰ ਦੀ ਕਿਸੇ ਸਕੀਮ ਦੇ ਨਾਲ ਪੰਜਾਬ ਦੇ ਕਿਸਾਨ ਨੂੰ ਜਿਹੜੀ ਉਹਦੀ ਫਸਲ ਬਾਜ਼ਾਰ ਦੇ ਵਿੱਚ ਵਿਕਦੀ ਹੈ ਮੁੱਲ ਘੱਟ ਮਿਲਦਾ, ਜਦ ਪੈਸੇ ਕੇਂਦਰ ਨੇ ਦੇਣੇ ਆ, ਜੇ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ, ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ, ਡਾਟਾ ਉਹਨਾਂ ਨੂੰ ਦੇਣਾ ਪੈਂਦਾ, ਦਿਓ ਪੈਸੇ ਲਿਆ ਕੇ ਕਿਸਾਨਾਂ ਨੂੰ ਦਿਓ। ਤੁਹਾਡੀ ਤਾਂ ਉਦੋਂ ਬੱਲੇ ਬੱਲੇ ਹਿੰਗ ਲੱਗੇ ਨਾ ਫਟਕੜੀ ਤਰੰਗ, ਫਿਰ ਚੋਖਾ ਹੀ ਆਵੇ। ਨਾਲੇ ਦੇਖੋ ਇਲੈਕਸ਼ਨਾਂ ਨੇ, ਕੱਲ ਨੂੰ ਇਹ ਵੀ ਕਿਹਾ ਜਾ ਸਕਦਾ, ਮੰਨ ਲਓ ਤੁਸੀਂ ਜਨਵਰੀ ਮਹੀਨੇ ਤੱਕ ਜਦੋਂ ਸਾਰਾ ਕੁਝ ਨਿਬੜ ਜਵੇ, ਫਿਰ ਪਿੰਡਾਂ 'ਚ ਗੱਲਾਂ ਆਉਣ ਬਈ ਬੱਲੇ ਬੱਲੇ ਬਈ ਨਜ਼ਾਰਾ ਲਿਆ ਤਾਂ ਇਹ ਨਵੇਂ ਮੁੱਖ ਮੰਤਰੀ ਨੇ, ਅਸੀਂ ਨਹੀਂ ਕਦੀ ਵੇਖਿਆ। ਆਹ ਨਾਲ ਦਾ ਮੇਰਾ 1700 ਨੂੰ ਵੇਚ ਗਿਆ ਤੇ ਜਦੋਂ ਅਸੀਂ ਭਾਅ ਵੇਖਿਆ ਕਹਿੰਦਾ ਉਹਦੇ 350 ਦਾ ਫਰਕ ਆ, ਉਹ ਸਾਨੂੰ ਚੈੱਕ ਆ ਗਏ 350 ਦੇ, ਬਈ ਬਹਿ ਜਾ ਕਰਾਤੀ। ਆਹ ਫਰਕ ਹੁੰਦਾ ਬੰਦੇ ਦਾ, ਮਤਲਬ ਜੇ ਤੇ ਗੱਲਾਂ ਕਰਾਉਣ ਚੋਂ ਕਾਮਯਾਬ ਹੋ ਗਈ ਫਿਰ ਤੇ ਠੀਕ ਹੈ ਜੀ। ਬਾਕੀ ਮੈਨੂੰ ਲੱਗਦਾ ਵੀ ਆਪਣੀਆਂ ਗੱਲਾਂ ਵੀ ਕਿਤੇ ਚੰਨੀ ਸਾਹਿਬ ਸੁਣਦੇ ਹੋਣ ਨਾ, ਇੱਕ ਵਾਰ ਉਹਨਾਂ ਨੇ ਮਨ 'ਚ ਜ਼ਰੂਰ ਕੱਢਣੀ ਆ ਆਪਾਂ ਨੂੰ। ਨਹੀਂ ਉਹਨਾਂ ਨੇ ਕਹਿਣਾ ਯਾਰ ਤੁਸੀਂ ਕਿਉਂ ਮੇਰੀ ਜਾਨ ਦੁਖੀ ਕੀਤੀ ਹੈ, ਕਿਸ ਥੋੜੇ ਸਿਆਪੇ ਅੱਗੇ 2.5 ਘੰਟੇ ਮੀਟਿੰਗਾਂ ਕਰਨੀਆਂ ਪੈਂਦੀਆਂ। ਆ ਹੁਣ ਭਾਵ ਅੰਤਰ ਤਾਂ ਉੱਥੋਂ ਨਹੀਂ ਨਿਕਲਦਾ ਪਾਰਟੀ 'ਚੋਂ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਕਿਸਾਨ ਜਿਹੜੇ ਆ ਨਾ, ਕਿਉਂਕਿ ਕਿਸਾਨਾਂ ਦੀ ਗੱਲ ਚੱਲਦੀ ਹੈ, ਇਹਨਾਂ ਨੇ ਬੈਸਟ ਪ੍ਰਾਈਸ ਵਾਲਮਾਰਟ ਵਾਲਿਆਂ ਦਾ ਘੇਰ ਲਿਆ ਪੰਜਾਬ 'ਚ।
ਉਹ ਇਸ ਕਰਕੇ ਘੇਰ ਲਿਆ ਕਿਉਂਕਿ ਪਿਛਲੇ ਦਿਨੀ ਉਗਰਾਹਾਂ ਜਥੇਬੰਦੀ ਦੇ ਕੋਲ ਉਸ ਮਾਲ ਦੇ ਵਿੱਚ ਕੰਮ ਕਰਦੇ ਕਰਮਚਾਰੀ ਆਏ ਜੀ, ਸਾਨੂੰ ਚਿੱਠੀਆਂ ਫੜਾਈ ਜਾਂਦੇ ਆ, ਕਹਿੰਦੇ ਜਾਂ ਤਾਂ ਉਹ ਫਲਾਣੇ ਸੂਬੇ 'ਚ ਬਦਲੀ ਕਰਾ ਲਓ, ਨਹੀਂ ਤਾਂ ਨੌਕਰੀ ਛੱਡ ਜਾਓ। ਕਾਰਨ ਇਹ ਦੱਸਿਆ ਜੀ ਆਹ ਨਹੀਂ ਚੀਜ਼ ਆਉਂਦੀ, ਆਹ ਕਿਸਾਨ ਅੰਦੋਲਨ ਨਾਲ ਨੂੰ ਕੰਮ ਲੱਗਦਾ ਸੀ ਉਂਗਲਾਂ। ਉਹ ਕਹਿੰਦੇ ਜੀ ਸਾਡੀ ਬਾਂਹ ਫੜੋ। ਇਹਨਾਂ ਨੇ ਚੇਤਾਵਨੀ ਵੀ ਦਿੱਤੀ, ਅਗਲਿਆਂ ਕੱਢਤੇ। ਇਹਨਾਂ ਨੇ ਜਾ ਕੇ ਮੂਹਰੇ ਧਰਨਾ ਲਾਤਾ, ਕਹਿੰਦੇ ਅੱਜ ਇੱਕ ਮੂਹਰੇ ਲਾਇਆ, ਕੱਲ ਨੂੰ ਪੰਜਾਂ ਮੂਹਰੇ ਕਰ ਦੇਣਾ ਜਿਹੜੇ ਪੰਜਾਬ 'ਚ ਹੈਗੇ ਆ। ਤੇ ਨਾਲ ਹੀ ਕਹਿੰਦੇ ਟੱਲੀਆਂ ਕਰਮਚਾਰੀਆਂ ਨੂੰ ਖੜਕਣ ਲੱਗ ਪਏ, ਅਧਿਕਾਰੀਆਂ ਆਓ ਫੇ ਬਹਿ ਕੇ ਗੱਲ ਕਰ ਲੈਨੇ ਆ, ਐਦਾਂ ਦੀ ਕਿਹੜੀ ਗੱਲ ਹੈ। ਹੁਣ ਕਿਸਾਨ ਜਥੇਬੰਦੀਆਂ ਨੇ ਤਾਂ ਦੋਸ਼ ਇੱਥੋਂ ਤੱਕ ਵੀ ਲਾਤਾ। ਉਹ ਕਹਿੰਦੇ ਅਸਲ ਦੇ ਵਿੱਚ ਇਹਨਾਂ ਕਾਮਿਆਂ ਨੂੰ ਕਿਸਾਨਾਂ ਦੇ ਨਾਲ ਲੜਾਉਣਾ ਚਾਹੁੰਦੇ ਸੀ ਕਿ ਤੁਹਾਡੀਆਂ ਨੌਕਰੀਆਂ ਜਾਣੀਆਂ ਨਹੀਂ ਸੀ, ਤੁਸੀਂ ਵਰਿਆਂ ਤੋਂ ਕੰਮ ਕਰ ਰਹੇ ਸੀ, ਆਹ ਕਿਸਾਨ ਅੰਦੋਲਨ ਦੇ ਕਰਕੇ ਤੁਹਾਡੀਆਂ ਨੌਕਰੀਆਂ ਜਾ ਰਹੀਆਂ। ਤੇ ਹੁਣ ਜਦੋਂ ਖੇਤੀ ਨਾਲ ਉਹਨਾਂ ਕਾਮਿਆਂ ਦਾ ਸੰਬੰਧ ਕੋਈ ਨਹੀਂ, ਪਰ ਕਿਸਾਨ ਜਥੇਬੰਦੀ ਨੇ ਜਦੋਂ ਨੋਟਿਸ ਲਿਆ ਤੇ ਜਾ ਕੇ ਮੂਹਰੇ ਧਰਨਾ ਲਾਤਾ, ਫਿਰ ਭਾਈ ਫਰਕ ਤਾਂ ਪਊਗਾ, ਸਾਂਝ ਤਾਂ ਵਧੂਗੀ ਨਾ। ਨਹੀਂ ਉਹ ਵਧੂਗੀ, ਪਰ ਨਾ ਆ ਜਿਹੜਾ ਮੇਰਾ ਖਿਆਲ ਨਾਲ ਹੁਣ ਸਰਕਾਰ ਆਪ ਲਾਂਭੇ ਹੋ ਗਏ ਤੇ ਕਿਸੇ ਹੋਰ ਨਾਲ ਸਿੰਘ ਫਸਾਉਣ ਵਾਲਾ ਕੰਮ ਕਰਦੀ ਹੈ। ਇਹ ਕਿਤੇ ਹੁਣੇ ਥੋੜਾ ਹੋਇਆ। ਸ਼ੁਰੂ 'ਚ ਯਾਦ ਹੋਣਾ ਜਦੋਂ ਇੱਥੇ ਪੰਜਾਬ ਦੇ ਵਿੱਚ ਰੋਕਾਂ ਲੱਗਣੀਆਂ ਸ਼ੁਰੂ ਹੋਈਆਂ ਸੀ, ਸਾਲ ਤਾਂ ਹੋ ਹੀ ਗਿਆ, ਕਿਸਾਨ ਜਥੇਬੰਦੀਆਂ ਨੇ ਸਮਾਗਮ ਵੀ ਕਰਨੇ 1 ਸਾਲ ਦੇ, ਉਦੋਂ ਵੀ ਤੇ ਇਹ ਸੀ ਨਾ ਵੀ ਹਾਂ ਯਾਰ ਵਪਾਰੀ ਤਬਕਾ ਬਹੁਤ ਪਰੇਸ਼ਾਨ ਆ ਜੀ, ਸਾਡਾ ਸਮਾਨ ਨਹੀਂ ਆਉਂਦਾ ਜੀ, ਰੇਲਾਂ ਰੁਕੀਆਂ, ਰੇਲਾਂ ਬੰਦ ਨੇ ਜੀ, ਹੁਣ ਅਸੀਂ ਕਰੀਏ ਤੇ ਕਰੀਏ ਕੀ ਜੀ। ਫਲਾਣੇ ਥਾਂ ਤੋਂ ਤੇ ਯਾਦ ਦੇ ਕੋਈ ਸੌਦਾ ਮੰਗਾਇਆ ਸੀ, ਪਹੁੰਚਿਆ ਨਹੀਂ, ਕੋਈ ਕਹਿੰਦਾ ਜੀ ਮੈਂ ਤਾਂ ਭੇਜਣਾ ਸੀ, ਉਹ ਜਾਂਦਾ ਨਹੀਂ ਜੀ, ਮੇਰੇ ਤਾਂ ਪੈਸੇ ਮਾਰੇ ਗਏ। ਉਹ ਵੀ ਤੇ ਟਾਈਮ ਲੰਘ ਗਿਆ, ਕੋਈ ਲੜਾਈ ਨਹੀਂ ਹੋਈ। ਹੁਣ ਜਿਹੜਾ ਇਹ ਕੇਸ ਵਾਲਾ ਕੰਮ ਆ, ਉਹ ਵੀ ਤੇ ਮੇਰੇ ਖਿਆਲ ਨਾਲ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ, ਉਹ ਵੀ ਤੇ ਕੋ ਬੀਬੀ ਜੀ ਨੇ ਜਾ ਕੇ ਕੇਸ ਪਾਇਆ ਨਾ ਵੀ ਦੇਖੋ ਜੀ ਮੈਨੂੰ 20 ਮਿੰਟ ਲੱਗਦੇ ਸੀ ਦਿੱਲੀ ਜਾਣ ਤੇ ਹੁਣ ਮੈਨੂੰ ਇੰਨਾ ਟਾਈਮ ਲੱਗਦਾ ਕਿਉਂਕਿ ਇੱਥੇ ਸੜਕਾਂ ਘੇਰੀਆਂ ਗਈਆਂ, ਸੜਕਾਂ ਬੰਦ ਨੇ। ਹੁਣ ਉਹਦੇ 'ਚ ਵੀ ਦੇਖੋ ਵੀ ਨਾ ਤਾਂ ਕੋਈ ਸਿੱਧਾ ਬੰਦਾ ਕਲੀਅਰ ਹੋ ਰਿਹਾ ਤੇ ਨਾ ਹੀ ਹੁਣ ਤੱਕ ਉਸ ਕੇਸ 'ਚ ਕਿਸਾਨਾਂ ਨੂੰ ਪਾਰਟੀ ਬਣਾਇਆ ਗਿਆ, ਪਰ ਮਸਲਾ ਉਹੀ ਹੈ ਜਿਹਦਾ ਕਰਕੇ ਕਿਸਾਨ ਅੰਦੋਲਨ ਚੱਲਦਾ। ਬਿਲਕੁਲ ਸੰਧਾਲੀਆ ਸਾਹਿਬ, ਉਹ ਜਿਹੜੀ ਬੀਬੀ ਜੀ ਨੇ ਕਿਹਾ ਸੀ ਕਿ 20 ਮਿੰਟ ਲੱਗਦੇ ਸੀ ਮੈਨੂੰ ਜਾਣ ਨੂੰ, ਕਿਸਾਨਾਂ ਦੀਆਂ ਸੜਕਾਂ ਬੰਦ ਕਰਨ ਦੇ ਕਰਕੇ ਮੈਨੂੰ 2 ਘੰਟੇ ਲੱਗਦੇ ਆ। ਮਰੀਜ਼ ਪਰੇਸ਼ਾਨ ਨੇ, ਲੋਕ ਪਰੇਸ਼ਾਨ ਨੇ, ਕੰਮ ਧੰਦੇ ਠੱਪ ਨੇ, ਕਈ ਕੁਛ ਸੀ। ਪਹਿਲਾਂ ਸੁਣਵਾਈ ਹੋਈ ਤਾਂ ਉਹਨਾਂ ਨੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਨੂੰ ਕਿਹਾ ਸੀ ਦੱਸੋ ਭਾਈ ਖੋਲਦੇ ਨਹੀਂ, ਰਸਤੇ ਕਿੱਦਾਂ ਬੰਦ ਆ। ਉਹਦੇ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਕਿ ਕਈ ਮੀਟਿੰਗਾਂ ਹੋਈਆਂ ਸੀ ਜਿਹਦੇ ਵਿੱਚ ਸਥਾਨਕ ਪ੍ਰਸ਼ਾਸਨ ਕਿਸਾਨਾਂ ਨੂੰ ਸੱਦਦਾ ਸੀ ਤੇ ਕਿਸਾਨਾਂ ਨੇ ਰੌਲਾ ਪਾਇਆ ਸੀ, ਕਹਿੰਦੇ ਅਸੀਂ ਤਾਂ ਪਾਰਟੀ ਨਹੀਂ ਹੈਗੇ, ਸਾਈਂ ਤਾਂ ਵਿੱਚ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ। ਹੁਣ ਸੁਪਰੀਮ ਕੋਰਟ ਨੇ ਜਦੋਂ ਸਰਕਾਰੀ ਵਕੀਲਾਂ ਨੂੰ ਉੱਥੇ ਪੁੱਛਿਆ ਕਿ ਭਾਈ ਜਦ ਤੁਹਾਨੂੰ ਕਿਹਾ ਸੀ ਰਾਹੇ ਖਿਲਾਓ, ਸੜਕਾਂ ਖਿਲਾਓ, ਸੜਕਾਂ ਥੋੜੀ ਬੰਦ ਰਹਿ ਸਕਦੀਆਂ, ਲੋਕ ਥੋੜੀ ਪਰੇਸ਼ਾਨ ਹੋ ਸਕਦੇ ਆ, ਤੁਹਾਡੀ ਡਿਊਟੀ ਹੈ ਕਿ ਤੁਸੀਂ ਕਾਨੂੰਨ ਲਾਗੂ ਕਰਾਉਣਾ, ਜੇ ਤੁਸੀਂ ਕਾਨੂੰਨ ਲਾਗੂ ਨਹੀਂ ਕਰਾਉਂਦੇ ਤਾਂ ਗਲਤ ਗੱਲ ਹੈ। ਤੇ ਉੱਥੇ ਫਿਰ ਸਰਕਾਰ ਵਾਲੇ ਕਹਿੰਦੇ ਜੀ ਉਹ ਕਿਸਾਨਾਂ ਰੋਕੀਆਂ, ਪਾਰਟੀ ਬਣਾਓ, ਉਹਨਾਂ ਨੂੰ ਧਿਰ ਬਣਾਈ, ਉਹ ਕਹਿੰਦੇ ਲਿਖ ਕੇ ਦੇ ਦਿਓ। ਹੁਣ 4 ਅਕਤੂਬਰ ਨੂੰ ਦੁਬਾਰਾ ਸੁਣਵਾਈ ਹੈ ਤੇ 4 ਅਕਤੂਬਰ ਤਾਂ ਆਈ ਖੜੀ। ਹੁਣ ਉਹਦੇ ਵਿੱਚ ਕਿਸਾਨ ਧਿਰ ਵੀ ਇੱਕ ਪਾਰਟੀ ਹੋਣਗੇ। ਹੁਣ ਕਿਸਾਨ ਉੱਥੇ ਜਾ ਕੇ ਸਰਕਾਰ ਆਖੂ ਕਿ ਅਸੀਂ ਨਹੀਂ ਬੰਦ ਕੀਤੀਆਂ, ਕਿਸਾਨ ਆਖਣਗੇ ਅਸੀਂ ਨਹੀਂ ਬੰਦ ਕੀਤੀਆਂ। ਕਿਸਾਨਾਂ ਨੇ ਕਹਿਣਾ ਦੇਖੋ ਜੀ ਇਹਨਾਂ ਨੇ ਬੈਰੀਕੇਡ ਲਾਏ, ਅਸੀਂ ਤਾਂ ਦਿੱਲੀ ਨਹੀਂ ਜਾਂਦੇ, ਸਾਨੂੰ ਰੋਕਿਆ। ਇਹਨਾਂ ਨੇ ਉੱਥੇ ਟਿੱਪਰ ਭਰ ਕੇ ਖੜੇ ਕੀਤੇ ਆ ਮਿੱਟੀ ਦੇ, ਇਹਨਾਂ ਨੇ ਵਿੱਚ ਸਰੀਏ ਗੱਡੇ ਆ, ਅਸੀਂ ਤਾਂ ਕੁਛ ਕੀਤਾ ਹੀ ਨਹੀਂ। ਉੱਥੇ ਕਿਸਾਨ ਆਪਣੀ ਗੱਲ ਕਿੰਨੇ ਕੁ ਚੰਗੇ ਤਰੀਕੇ ਰੱਖਣ 'ਚ ਕਾਮਯਾਬ ਹੁੰਦੇ ਆ। ਸਰਕਾਰ ਉਸ ਮਸਲੇ ਨੂੰ ਕਿੱਧਰ ਲਿਜਾਣਾ ਚਾਹੁੰਦੀ ਹੈ ਤੇ ਉਹ ਬੀਬੀ ਜੀ ਦੇ ਵਕੀਲ ਸਾਹਿਬ ਕੀ ਕਹਿੰਦੇ ਆ। ਪਰ ਇੰਨੀ ਗੱਲ ਜ਼ਰੂਰ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਬਹੁਤ ਮੁਸਤੈਦ ਹੋ ਕੇ ਸਿਖਰਲੀ ਅਦਾਲਤ ਦੇ ਵਿੱਚ ਆਪਣਾ ਪੱਖ ਰੱਖਣਾ ਪਊਗਾ, ਨਹੀਂ ਤਾਂ ਜਿੰਨੀ ਛੇਤੀ ਤਰੀਕਾਂ ਪੈ ਰਹੀਆਂ ਕਹਾਣੀ ਕਿਸੇ ਪਾਸੇ ਜਾ ਸਕਦੀ ਹੈ। ਹਾਂ, ਵੈਸੇ ਤਾਂ ਇਸ ਕੇਸ ਦੀ ਤਰੀਕ ਤੇ ਬਹੁਤ ਛੇਤੀ ਅਦਾਲਤ 'ਚ ਪੈ ਗਈ ਹੈ, ਪਰ ਇੱਕ ਕੇਸ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਤੇ ਜਨਵਰੀ ਫਰਵਰੀ ਦਾ ਡੀਕਿਆ ਜਾ ਰਿਹਾ ਵੀ ਯਾਰ ਉਹ 3 ਮੈਂਬਰੀ ਕਮੇਟੀ ਨੇ ਰਿਪੋਰਟ ਦੇਣੀ ਸੀ, ਫਿਰ ਉਸ ਤੋਂ ਬਾਅਦ ਜੱਜ ਸਾਹਿਬ ਨੇ ਦੱਸਣਾ ਸੀ ਵੀ ਹਾਂਜੀ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਗਲਤ ਆ। ਉਹ 3 ਮੈਂਬਰੀ ਕਮੇਟੀ ਨੇ ਰਿਪੋਰਟ ਕਿੱਥੇ ਦਿੱਤੀ, ਉੱਤੇ ਕਦੋਂ ਸੁਣਵਾਈ ਹੋਈ ਕਦੋਂ ਨਹੀਂ ਹੋਈ, ਉਹ ਵੀ ਅਜੇ ਤੱਕ ਡੀਕੀ ਜਾ ਰਹੀ। ਹੁਣ ਮੈਨੂੰ ਲੱਗਦਾ ਵੀ ਹੋ ਸਕਦਾ ਇਸ ਕੇਸ ਨੂੰ ਉਹਦੇ ਨਾਲ ਜੋੜ ਲਿਆ ਜਾਵੇ, ਜੁੜਦਾ ਨਹੀਂ ਜੁੜਦਾ ਮੈਨੂੰ ਨਹੀਂ ਪਤਾ, ਪਰ ਕਿਤੇ ਦਲੀਲ ਤੇ ਦਿੱਤੀ ਜਾ ਸਕਦੀ ਹੈ ਨਾ ਜੀ ਵੀ ਇੱਕ ਚੀਜ਼ ਆ ਵੀ ਸਰ ਵਿਚਾਰਨ ਅਧੀਨ ਹੈਗੀ ਹੈ ਮਾਣਯੋਗ ਅਦਾਲਤ ਦੇ ਕੋਲ, ਵੀ ਤੁਸੀਂ ਉਸ ਚੀਜ਼ ਦੇ ਥਰੂ ਹੀ ਕੋਈ ਨਾ ਕੋਈ ਫੈਸਲਾ ਕਰਾ ਦਿਓ, ਕਿਉਂਕਿ ਸਰਕਾਰ ਤੇ 11 ਮੀਟਿੰਗਾਂ ਤੋਂ ਬਾਅਦ 12ਵੀਂ ਕਰਨ ਨੂੰ ਤਿਆਰ ਨਹੀਂ। ਪਤਾ ਨਹੀਂ ਕਿ ਜੋਸ਼ੀ ਨੇ ਦੱਸਿਆ ਵੀ ਉਹ 12ਵੀਂ ਨਾ ਕਰਿਓ, ਕਿਤੇ ਬਹੁਤ ਮਾੜੀ ਮੀਟਿੰਗ ਹੈ, ਅਭੀ ਉਚਿਤ ਸਮੇਂ ਨਹੀਂ ਚੱਲ ਰਿਹਾ ਹੈ ਨਾ। ਹੁਣ ਇਹ ਗੱਲ ਕੱਲ ਨੂੰ ਹੋ ਹੀ ਸਕਦੀ ਹੈ ਵੀ ਦੇਖੋ ਜੀ ਇੰਨੇ ਮਹੀਨੇ ਹੋ ਗਏ ਉਦੋਂ ਬਾਅਦ ਕੋਈ ਗੱਲ ਹੀ ਨਹੀਂ ਹੋਈ, ਨਾ ਇਧਰੋਂ ਗੱਲ ਹੋਈ ਆ ਨਾ ਦੂਸਰੇ ਪਾਸੇ ਕੋਈ ਫੈਸਲਾ ਆਇਆ। ਭਲਾ ਇੱਕ ਗੱਲ ਹੋ ਰਹੀ ਆ, ਜੇ ਆਪਾਂ ਕਾਨੂੰਨਾਂ ਦੀ ਗੱਲ ਕਰੀਏ ਤੇ ਜੇ ਮੈਂ ਗਲਤ ਨਹੀਂ ਤੇ ਉਦੋਂ ਤਾਂ ਜਿਹੜਾ ਮਾਣਯੋਗ ਅਦਾਲਤ ਦਾ ਫੈਸਲਾ ਸੀ ਉਹਦੇ ਹਿਸਾਬ ਨਾਲ ਸਟੇ ਆ ਉੱਤੇ ਵੀ ਤੁਸੀਂ ਲਾਗੂ ਨਹੀਂ ਕਰਨੇ ਉਨੀ ਦੇਰ ਤੱਕ ਜਿੰਨ ਤੱਕ ਰਿਪੋਰਟ ਨਹੀਂ ਆਉਂਦੀ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਕਾਨੂੰਨ ਜੇ ਵੇਖਿਆ ਜਾਵੇ ਤੇ ਕਾਨੂੰਨੀ ਤੌਰ ਤੇ ਜੇ ਉਹਨਾਂ ਤੇ ਰੋਕਿਆ, ਪਰ ਫੈਸਲੇ ਜਿਹੜੇ ਨੇ ਉਹ ਰਾਹ 'ਚ ਹੀ ਨੇ। ਨਹੀਂ ਬਿਲਕੁਲ ਇੱਦਾਂ ਹੀ ਆ ਸੰਧਾਲੀਆ ਸਾਹਿਬ, ਤੇ ਹੁਣ ਅਦਾਲਤ 4 ਤਰੀਕ ਨੂੰ ਕੀ ਕਰਦੀ ਉਹ ਦੇਖਣਾ ਹੋਊਗਾ। ਬਾਕੀ ਅੱਜ ਉਹ ਤਰੀਕ ਹੈ, ਠੀਕ 1 ਸਾਲ ਪਹਿਲਾਂ ਪੰਜਾਬ 'ਚ ਅਣਮਿੱਥੇ ਸਮੇਂ ਦੇ ਲਈ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਪਹਿਲਾਂ 7-7 ਦਿਨ ਦਾ ਸੀ ਪਟਿਆਲੇ ਤੇ ਬਾਦਲ ਪਿੰਡ 'ਚ। 1 ਤਰੀਕ ਤੋਂ ਇਹ ਕਲੀਅਰ ਕਰ ਦਿੱਤਾ ਗਿਆ ਸੀ ਕਿ ਹੁਣ ਅਣਮਿੱਥੇ ਸਮੇਂ ਦਾ ਅੰਦੋਲਨ ਹੈ ਜਦੋਂ ਤੱਕ ਖੇਤੀ ਅੰਦੋਲਨ ਕਾਨੂੰਨ ਵਾਪਸ ਨਹੀਂ ਹੁੰਦੇ।
ਤੇ ਅੱਜ 1 ਸਾਲ ਮੁਕੰਮਲ ਹੋ ਗਿਆ ਪੰਜਾਬ 'ਚ। ਦਿੱਲੀ ਗਏ ਆ ਨਵੰਬਰ ਦੇ ਅੰਤ 'ਚ। ਸੋ ਅੱਜ 125 ਥਾਵਾਂ ਦੇ ਉੱਤੇ ਜਿੱਥੇ ਕਿਸਾਨੀ ਅੰਦੋਲਨ ਚੱਲਦਾ, ਕਿਤੇ ਟੋਲ ਪਲਾਜ਼ਿਆਂ ਦੇ ਕੋਲ, ਕਿਤੇ ਵੱਡੇ ਸ਼ਾਪਿੰਗ ਮਾਲਸ ਦੇ ਕੋਲ, ਕਿਤੇ ਸਟੇਸ਼ਨਾਂ ਦੇ ਕੋਲ, ਉਹ ਸਾਰੀ ਜਗ੍ਹਾ ਦੇ ਉੱਤੇ ਅੱਜ ਵੱਡੇ ਸਮਾਗਮ ਕੀਤੇ ਜਾਣਗੇ। ਪੜਚੋਲ ਕੀਤੀ ਜਾਊਗੀ ਕਿ ਕਿੰਨੀਆਂ ਹਵੀਆਂ ਨਵੀਆਂ ਆਈਆਂ, ਉਤਰਾ ਚੜਾ ਕਿੰਨੇ ਕਾਏ। ਆਪਣੀ ਪੜਚੋਲ ਕਰਕੇ ਹੁਣ ਭਵਿੱਖ ਦੇ ਲਈ ਅਗਲਿਆਂ ਨੇ ਫੈਸਲੇ ਵੀ ਲੈਣੇ ਆ। ਪਰ ਉਧਰ ਕਿਸਾਨੀ ਅੰਦੋਲਨ ਦੀ ਜਦੋਂ ਗੱਲ ਚੱਲਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ ਚੇਤਾ ਆਉਂਦਾ। ਹਾਂਜੀ, ਉਹਨਾਂ ਦੇ ਤੇ ਕਿਸਾਨ ਜਥੇਬੰਦੀਆਂ ਬੋਲੀਆਂ, ਜਿੰਨੇ ਲੀਡਰ ਸਾਰੇ ਹੀ ਬੋਲੇ। ਉਹ ਕਹਿੰਦੇ ਵੀ ਸਾਡੀ ਸਮਝੋ ਬਾਹਰ ਹੋਇਆ ਵਾ ਕੰਮ ਮਹਾਰਾਜ। ਵੀ ਦੇਖੋ ਕੈਪਟਨ ਸਾਹਿਬ ਕਹਿੰਦੇ ਵੀ ਮੈਂ ਤਾਂ ਖੇਤੀ ਕਾਨੂੰਨਾਂ ਦਾ ਕਰਕੇ ਗਿਆ ਭਾਈ ਸਾਹਿਬ ਉੱਥੇ। ਉਹ ਕਹਿੰਦੇ ਮੈਨੂੰ ਇਹ ਨਹੀਂ ਸਮਝ ਆਈ, ਮਤਲਬ ਰਾਜੇਵਾਲ ਸਾਹਿਬ ਦਾ ਬਿਆਨ ਸੀਗਾ। ਉਹ ਕਹਿੰਦੇ ਵੀ ਮੈਨੂੰ ਸਮਝ ਨਹੀਂ ਆਈ ਗੱਲ ਦੀ ਵੀ ਯਾਰ ਜਦੋਂ ਇੱਕ ਬੰਦਾ ਮੁੱਖ ਮੰਤਰੀ ਹੋਵੇ ਸਟੇਟ ਦਾ, ਉਦੋਂ ਦਾ ਬੋਲੇ ਨਾ ਹੋਵੇ ਵੀ ਜਾ ਕੇ ਮੈਂ ਕਿਸੇ ਨਾਲ ਮੁਲਾਕਾਤ ਕਰ ਲੈਣੀ, ਤੇ ਜਦੋਂ ਇੱਕ ਹੈਸੀਅਤ ਜਿਹੜੀ ਉਹ ਸਿੰਪਲ MLA ਦੀ ਹੋਵੇ ਉਦੋਂ ਕਹਾਂ ਵੀ ਹਾਂ ਯਾਰ ਇਹ ਖੇਤੀ ਕਾਨੂੰਨ ਆਪਾਂ ਰੱਦ ਕਰਾ ਦੇਣੇ। ਮਤਲਬ ਇਹ ਜਿਹੜੀ ਗੱਲ ਉਹ ਟਕੈਤ ਸਾਹਿਬ ਨੇ ਵੀ ਦੇਖਿਆ। ਉਹ ਕਹਿੰਦੇ ਵੀ ਦੇਖੋ ਹਰੇਕ ਲੀਡਰ ਜਿਹੜਾ ਜਾਂ ਹਰੇਕ ਪੋਲੀਟੀਕਲ ਪਾਰਟੀ, ਉਹਨਾਂ ਨੇ ਪੰਜਾਬ ਦਾ ਤਾਂ ਨਾਂ ਹੀ ਨਹੀਂ ਲੈਣਾ, ਉਹਨਾਂ ਹਰੇਕ ਜਦੋਂ ਨਾਂ ਲੈ ਲਿਆ ਤਾਂ ਮਤਲਬ ਪੂਰੇ ਇੰਡੀਆ ਦੀਆਂ ਆ ਗਈਆਂ ਵੀ ਉਹਨਾਂ ਜ਼ਮੀਨ ਤਲਾਸ਼ ਰਿਹਾ ਵੀ ਇਸ ਵਕਤ ਵਾਹ ਕਿਸਾਨਾਂ ਨੇ ਵਾਹ ਬੂ ਕੇ ਵਧੀਆ ਕੀਤੀ ਹੈ ਤੇ ਕੋਈ ਨਾ ਕੋਈ ਆਪਾਂ ਬੂਟਾ ਲਾ ਲਈਏ ਜਿਹੜਾ ਆਪਣਾ ਉਹ ਰਾਜਨੀਤੀ ਵਾਲਾ ਬੂਟਾ ਉੱਗ ਪਵੇ। ਨਹੀਂ, ਇਦਾਂ ਹੀ ਆ ਕਿਸਾਨ ਜਥੇਬੰਦੀਆਂ ਸਾਰੀਆਂ ਉਹ ਕੰਮ ਸਿੱਧਾ ਜਾਂ ਨਹੀਂ ਲੱਗਦਾ ਜਿੰਨਾ ਸਿੱਧਾ ਸਮਝ ਰਹੇ ਨੇ। ਬਾਕੀ ਕਈ ਪਾਸਿਓਂ ਚਰਚਾ ਇਹ ਵੀ ਚੱਲਦੀ ਆ ਕਿ ਜਦੋਂ ਤਾਂ ਮੁੱਖ ਮੰਤਰੀ ਹੁੰਦੇ ਸੀ ਉਦੋਂ ਮਿੰਟ 15 ਮਿਲਦੇ ਹੁੰਦੇ ਸੀ, ਐਤਕੀ 45 ਮਿਲੇ ਆ ਕਿ ਵਾਹ ਜਾਣੀ ਉੱਥੇ ਚੋਖੀਆਂ ਗੱਲਾਂ ਹੋਈਆਂ। ਡੋਭਾਲ ਸਾਹਿਬ ਨਾਲ ਵੀ ਗੱਲਬਾਤ ਕਰਕੇ ਆਏ ਆ। ਹੁਣ ਜਿੱਦਾਂ ਹੀ ਚੰਡੀਗੜ੍ਹ ਮੁਹਾਲੀ ਆਏ ਕੈਪਟਨ ਅਮਰਿੰਦਰ ਸਿੰਘ, ਜਿੱਥੇ ਸਦੀਕ ਸਾਹਿਬ ਮੂਹਰੇ ਲੈਣ ਖੜੇ ਸੀ ਕਿ ਆਓ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ, ਦਿੱਲੀੋਂ ਆਏ ਹੋ, ਠੀਕ ਹੈ, ਸਫ਼ਰ ਠੀਕ ਰਿਹਾ, ਚਾਹ ਪਾਣੀ ਕਿੱਦਾਂ। ਉੱਥੇ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੱਤਰਕਾਰਾਂ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਤੇ ਇੱਕ ਵਾਰੀ ਫੇਰ ਉਹੀ ਕਿਹਾ ਕਿ ਭਾਜਪਾ 'ਚ ਜਾਣਾ ਨਹੀਂ, ਕਾਂਗਰਸ 'ਚ ਮੈਂ ਰਹਿਣਾ ਨਹੀਂ, ਸਿੱਧੂ ਨੂੰ ਜਿੱਤਣ ਨਹੀਂ ਦੇਣਾ, ਬੰਦਾ ਉਹ ਠੀਕ ਨਹੀਂ ਸੂਬੇ ਪੰਜਾਬ ਦੇ ਲਈ। ਚੰਨੀ ਸਾਹਿਬ ਠੀਕ ਕੰਮ ਕਰਦੇ ਆ, ਜਿੰਨੀ ਦੇਰ ਪ੍ਰਧਾਨ ਮੇਰੀ ਸਰਕਾਰ ਦੇ ਦੌਰਾਨ ਕਾਂਗਰਸ ਦੇ ਬੰਦੇ ਰਹੇ ਆ ਉਹ ਬਿਲਕੁਲ ਦਖਲਅੰਦਾਜ਼ੀ ਨਹੀਂ ਸੀ ਕਰਦੇ, ਸਲਾਹ ਕਰ ਲਈਦੀ ਸੀ। ਪਰ ਨਵਜੋਤ ਸਿੰਘ ਸਿੱਧੂ ਤਾਂ ਕਾਂਗਰਸ ਦਾ ਪ੍ਰਧਾਨ ਹੈ, ਮੁੱਖ ਮੰਤਰੀ ਤਾਂ ਨਹੀਂ, ਫੈਸਲੇ ਆਪਣੇ ਹਿਸਾਬ ਨਾਲ ਕਰਾਉਣਾ ਚਾਹੁੰਦਾ। ਬਸ ਕੁੱਲ ਮਿਲਾ ਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਭਾਜਪਾ 'ਚ ਜਾਣਾ ਨਹੀਂ, ਕਾਂਗਰਸ 'ਚ ਰਹਿਣਾ ਨਹੀਂ ਤੇ ਸਿੱਧੂ ਜਿੱਤਣ ਨਹੀਂ ਦੇਣਾ। ਯਾਨੀ ਕੁੱਲ ਮਿਲਾ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਜਿਹੜੀ ਹੈ ਇੱਥੇ ਤੱਕ ਉਹ ਸੀਮਤ ਰਹੀ। ਬਾਕੀ ਕਹਿੰਦੇ ਕਰਨਾ ਕੀ ਆ, ਜਿੱਦਾਂ ਜਿੱਦਾਂ ਸਮਾਂ ਆਊ ਕਹਿੰਦੇ ਦੱਸ ਦਿਆਂਗੇ। ਤੇ ਸਰਕਾਰ ਦਾ ਕੀ ਆ, ਕਹਿੰਦੇ ਰਾਜਪਾਲ ਸਾਹਿਬ ਨੇ ਜਾਂ ਸਪੀਕਰ ਸਾਹਿਬ ਨੇ ਫੈਸਲਾ ਲੈਣਾ ਹੁੰਦਾ ਕਿ ਫਲੋਰ ਟੈਸਟ ਕਦੋਂ ਕਰਾਉਣਾ ਹੈ। ਹਾਂ ਨਹੀਂ, ਚੱਕਰ ਤੇ ਉਹੀ ਹੈ ਨਾ, ਇਨਡਾਇਰੈਕਟ ਵੀ ਉਹਨਾਂ ਨੇ ਕਈ ਤਰ੍ਹਾਂ ਦੇ ਇਸ਼ਾਰੇ ਕਰਤੇ। ਪਰ ਮੈਨੂੰ ਲੱਗਦਾ ਵੀ ਹੌਲੀ ਹੌਲੀ ਜਿੱਦਾਂ ਕਪੂਰਥਲਾ ਹਾਊਸ 'ਚੋਂ ਸਮਾਨ ਲੈ ਕੇ ਆਏ ਨੇ ਜੀ, ਇੱਦਾਂ ਹੌਲੀ ਹੌਲੀ ਸਮਾਨ ਉਹ ਇਕੱਠਾ ਕਰ ਰਹੇ। ਕਿਉਂਕਿ ਦੇਖੋ ਇੰਨੇ ਪੁਰਾਣੇ ਲੀਡਰ ਨੇ ਕਾਂਗਰਸ 'ਚ, ਇੰਨੀਆਂ ਪੁਰਾਣੀਆਂ ਜੜ੍ਹਾਂ ਨੇ, ਤੇ ਫਿਰ ਇੱਕਦਮ ਤੇ ਸਾਰਾ ਕੁਝ ਸਮੇਟ ਕੇ ਨਿਕਲੇ ਨਹੀਂ ਜਾਣਾ। ਆਪਣੇ ਉਹ ਸੋਸ਼ਲ ਮੀਡੀਆ ਦੇ ਉੱਪਰ ਵੀ ਉਹਨਾਂ ਨੇ ਕਾਂਗਰਸ ਸ਼ਬਦ ਉੱਥੋਂ ਹਟਾਤਾ। ਜਸਟ ਉਹਨਾਂ ਨੇ ਉੱਥੇ ਆਪਣਾ ਉਹ ਜਿਹੜਾ ਫੌਜੀ ਵਾਲਾ ਰੈਂਕ ਸੀਗਾ ਉਹੀ ਰੱਖਿਆ, ਜਾਂ ਉਹਨਾਂ ਨੇ ਜ਼ਿਕਰ ਕੀਤਾ ਵੀ ਭਾਈ ਸਾਹਿਬ ਸਾਬਕਾ ਚੀਫ ਮਿਨਿਸਟਰ। ਹੁਣ ਗੇਮ ਇਹ ਹੈ ਵਾਰ ਸਾਹਿਬ ਕਿ ਜੇ ਮੰਨ ਲਓ ਕੈਪਟਨ ਸਾਹਿਬ ਇਹ ਗੱਲਾਂ ਇੱਦਾਂ ਹੀ ਕਰਦੇ ਵੀ ਮੈਂ BJP ਜਾਣਾ ਨਹੀਂ, ਕਾਂਗਰਸ ਮੈਂ ਛੱਡ ਦੇਣੀ ਹੈ, ਤੇ ਉਹਦੀ ਲੋੜ ਵੀ ਕੀ ਹੁੰਦੀ ਹੈ ਵੈਸੇ। ਮੰਨ ਲਓ ਹੁਣ ਬਾਠ ਸਾਹਿਬ ਆਖਣ ਵੀ ਮੈਂ ਭਾਈ ਸਾਹਿਬ ਅੱਜ ਤੋਂ ਬਾਅਦ ਪ੍ਰੋਗਰਾਮ ਛੱਡੇ ਤੇ ਉਦੋਂ ਬਾਅਦ ਮੈਂ ਪ੍ਰਾਈਮ ਏਸ਼ੀਆ 'ਚ ਵੀ ਕੰਮ ਨਹੀਂ ਕਰਨਾ। ਹੁਣ ਪ੍ਰੋਗਰਾਮ ਛੱਡੇ ਤੇ ਪ੍ਰਾਈਮ ਏਸ਼ੀਆ 'ਚ ਕੰਮ ਨਹੀਂ ਕਰਨਾ ਤੇ ਫਿਰ ਕਰਨਾ ਕੀ ਹੈ। ਹੁਣ ਇਹ ਮੈਨੂੰ ਲੱਗਦਾ ਵੀ ਇਹਦੇ ਵਿੱਚ ਇੱਕ ਗੇਮ ਤੇ ਹੈਗੀ ਆ ਵੀ ਭਾਈ ਸਾਹਿਬ ਮੈਂ ਪ੍ਰੋਗਰਾਮ ਛੱਡੇ ਪਰ ਮੈਂ ਕੁਝ ਹੋਰ ਗੱਲ ਤੇ ਕਰ ਹੀ ਸਕਦਾ। ਫਿਰ ਪਾਸਨਾ ਤੇ ਜਾਣਾ ਹੋਊਗਾ ਹੈ, ਜਿੱਥੇ ਕੇਜਰੀਵਾਲ ਸਾਹਿਬ ਜਾਂਦੇ ਹੁੰਦੇ ਆ। ਨਹੀਂ, ਉਧਰ ਨਹੀਂ ਜਾਣਾ ਉਹਨਾਂ ਨੇ, ਕਿਉਂਕਿ ਉਹ ਤਾਂ 4.5 ਸਾਲ ਚੱਲਦਾ ਹੀ ਰਿਹਾ ਨਾ ਕੰਮ। ਉਹ ਤਾਂ ਜੀ ਉਹ ਕੰਮ ਹੀ ਹੁਣ ਕਰ ਲਿਆ, ਸਾਹ ਤਾਂ ਲੈਂਦੇ ਰਹੇ ਆ। ਠੀਕ ਹੈ, ਅੱਛਾ ਨਹੀਂ, ਚਲੋ ਆਪਾਂ ਦੁਬਾਰਾ ਦੂਜੇ ਬੰਨੇ ਆਉਂਦੇ ਹਾਂ। ਕਹਿਣ ਤੋਂ ਭਾਵ ਇਹ ਕਿ ਵੀ ਜੇ ਕੈਪਟਨ ਸਾਹਿਬ ਹੁਣ ਮੰਨ ਲਓ ਉਸ ਪਾਸੇ ਨਹੀਂ ਜਾਣਾ ਚਾਹੁੰਦੇ, ਉਸ ਪਾਸੇ ਨਹੀਂ ਜਾਣਾ ਚਾਹੁੰਦੇ, ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਵੀ ਜੇ ਸਿਆਸੀ ਤੌਰ ਤੇ ਵੇਖਿਆ ਜਾਵੇ ਤੇ ਤਿਕੜਮ ਵਧੀਆ। ਕਿਉਂਕਿ BJP ਦਾ ਜੋ ਠੱਪਾ ਲਵਾਉਂਦੇ ਤੇ ਫਿਰ ਵੀ ਰੌਲਾ ਪੈਣਾ, ਜੇ ਉਹ ਕਾਂਗਰਸ ਦੇ ਵਿੱਚ ਰਹਿੰਦੇ ਤੇ ਉਹਦਾ ਰੌਲਾ ਹੈਗਾ ਹੀ ਹੈਗਾ। ਇਹਦੇ ਨਾਲ ਇਹ ਹੋਊਗਾ ਵੀ ਕਾਂਗਰਸ ਨਾਲ ਵੀ ਨਾਰਾਜ਼ਗੀ ਰਹਿ ਗਈ, ਤੇ ਦੂਸਰੇ ਪਾਸੇ ਜੇ BJP ਦੇ ਵਿੱਚ ਨਾ ਜਾ ਕੇ ਇੱਕ ਨਾ ਬਾਹਰੋਂ ਸਪੋਰਟ ਕਰਾਂਗੇ ਆਪਾਂ ਤੁਹਾਡੇ ਨਾਲ ਆ, ਵੈਸੇ ਆਪਾਂ ਵਿੱਚ ਨਹੀਂ ਜੇ ਆਉਣਾ ਪਾਰਟੀ ਦੀ, ਇਹਦੇ ਕੋਲ ਇਦਾਂ ਦੀ ਗੱਲ ਕੋਈ ਸੰਭਾਵਨਾ ਲੱਗਦੀ ਆ। ਆਲ ਇੰਡੀਆ ਜੱਟ ਮਹਾਸਭਾ ਦੀ ਵੀ ਉਹ ਮੁਖੀ ਰਹੇ ਆ, ਹੁਣ ਕੀ ਭੂਮਿਕਾ ਉਹਨਾਂ ਦੀ ਪਤਾ ਨਹੀਂ। ਪਰ ਇਹ ਜਿਹੜੀ ਚਰਚਾ ਚੱਲਦੀ ਸੀ ਨਾ ਕਿ ਹਾਲ ਦੀ ਘੜੀ ਉਹ 1-2 ਮਹੀਨੇ ਹੋ ਸਕਦਾ ਕੋਈ ਗੈਰ ਸਰਕਾਰੀ ਗੈਰ ਸਿਆਸੀ ਸੰਗਠਨ ਬਣਾ ਕੇ, NGO ਕੋਈ ਬਣਾ ਕੇ, ਕੋਈ ਇਦਾਂ ਦਾ ਹੀ ਜਥੇਬੰਦੀ ਬਣਾ ਕੇ ਉਹਨੂੰ ਲੀਡ ਕਰਨਗੇ। ਉਹਦੇ ਵਿੱਚ 2-4 ਫਾਇਦੇ ਹੈਗੇ ਆ, ਕਿਉਂਕਿ ਬਹੁਤ ਸਾਰੇ ਬੰਦੇ ਜਿਹੜੇ ਕਾਂਗਰਸ ਦੇ ਵਿੱਚ ਉਹਨਾਂ ਦੇ ਸਮਰਥਕ ਹੋਣਗੇ, ਪਾਰਟੀ ਛੱਡਣ ਦੀ ਵੀ ਲੋੜ ਨਹੀਂ, ਪਾਰਟੀ 'ਚ ਵੀ ਰਹੀ ਜਾਣ, ਉਹਨਾਂ ਦੇ ਨਾਲ ਵੀ ਜੁੜ ਜਾਣ। ਕਿਉਂਕਿ ਜੇ ਉਹ ਕਹਿ ਹੀ ਦੇਣਗੇ ਕਿ ਭਾਈ ਮੈਂ ਹਾਲ ਦੀ ਘੜੀ ਸਿਆਸਤ 'ਚ ਨਹੀਂ ਹਾਂ, ਕਿਉਂਕਿ ਜੇ ਬਾਹਰ ਆਉਣ ਨੂੰ ਟਾਈਮ ਨਹੀਂ ਲੱਗਦਾ, ਵਿੱਚ ਆਉਣ ਨੂੰ ਵੀ ਨਹੀਂ ਟਾਈਮ ਲੱਗਦਾ, ਅੱਜ ਕਹਿ ਦੇਣਗੇ ਸਿਆਸਤ 'ਚ ਨਹੀਂ, ਫਿਰ ਬਹੁਤ ਸਾਰੇ ਲੋਕਾਂ ਨੂੰ ਐਂ ਲੱਗਦਾ ਸੀ ਕਿ ਫਿਰ ਹੋ ਸਕਦਾ ਕਿ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਆ ਕੇ ਮੀਡੀਏਟਰ ਦੀ ਭੂਮਿਕਾ ਅਦਾ ਕਰਨ ਦੀ ਕੋਸ਼ਿਸ਼ ਕਰਨ। ਇਹ ਤਾਂ ਕਿਸਾਨਾਂ ਨੇ ਵੀ ਮਨਾ ਨਹੀਂ ਕਰਨਾ, ਜੇ ਕੋਈ ਬੰਦਾ ਉਹਨਾਂ ਦੀ ਗੱਲਬਾਤ ਕਰਾਊਗਾ,
ਜੇ ਕਿਸਾਨਾਂ ਦੇ ਪੱਖ ਤੋਂ ਕਰਾਊਗਾ ਤਾਂ ਕਿਸੇ ਨੇ ਮਨਾ ਨਹੀਂ ਕਰਨਾ, ਪਰ ਉਹ ਇੰਨਾ ਸੁਖਾਲਾ ਨਹੀਂ, ਨਾ ਕੇਂਦਰ ਸਰਕਾਰ ਛੇਤੀ ਮੰਨਣ ਲੱਗੀ ਹੈ। ਕਿਸਾਨਾਂ ਨੇ ਆਪਣੀਆਂ ਗੱਲਾਂ ਤੋਂ ਟਸ ਤੋਂ ਮਸ ਨਹੀਂ ਹੋਣਾ, ਪਰ ਯਤਨ ਉਹ ਕਰਨਗੇ ਜ਼ਰੂਰ, ਕਿਉਂਕਿ 77 ਵਿਧਾਨ ਸਭਾ ਹਲਕੇ ਪੰਜਾਬ ਦੇ 117 ਦੇ ਵਿੱਚੋਂ ਇਦਾਂ ਦੇ ਨੇ ਸੰਧਾਲੀਆ ਸਾਹਿਬ, ਜਿੱਥੇ ਖੇਤੀਬਾੜੀ ਦੇ ਨਾਲ ਸੰਬੰਧਿਤ ਵੋਟ ਬੈਂਕ ਭਾਵੇਂ ਉਹ ਕਿਸਾਨ ਦੀ ਹੋਵੇ, ਭਾਵੇਂ ਮਜ਼ਦੂਰ ਦੀ ਹੋਵੇ, ਆੜਤੀਏ ਦੀ, ਪੱਲੇਦਾਰ ਦੀ, ਕੰਬਾਈਨ ਮਾਲਕਾਂ ਦੀ, ਥ੍ਰੈਸ਼ਰ ਮਾਲਕਾਂ ਦੀ ਹੋਵੇ, ਜਾਂ ਟਰੈਕਟਰਾਂ ਦੇ ਜਿਹੜੇ ਕਾਰੋਬਾਰ ਕਰਦੇ ਆ, ਜਿਹੜੇ ਮਕੈਨਿਕੀ ਕਰਦੇ ਆ, ਉਹਨਾਂ ਦੀ ਮੁਰੰਮਤ ਦਾ ਕੰਮ ਕਰਦੇ, ਚਾਹੇ ਉਹਨਾਂ ਦੀਆਂ ਦੁਕਾਨਾਂ ਹੋਣ। 77 ਵਿਧਾਨ ਸਭਾ ਹਲਕੇ, ਜਾਣੀ ਕਿ ਬਹੁਮਤ ਤੋਂ 18 ਵੱਧ, ਉੱਥੇ ਖੇਤੀਬਾੜੀ ਸੈਕਟਰ ਦੇ ਨਾਲ ਜੁੜੇ ਹੋਏ ਲੋਕਾਂ ਦੀ ਗਿਣਤੀ ਚੋਖੀ ਹੈ। ਤੇ ਕੈਪਟਨ ਸਾਹਿਬ ਨੇ ਸਿਆਸੀ ਜ਼ਮੀਨ ਤਲਾਸ਼ਣੀ ਹੈ, ਭਾਜਪਾ ਨੇ ਪੰਜਾਬ 'ਚ ਸੱਤਾ ਤਲਾਸ਼ਣੀ ਹੈ, ਤੇ ਨਾਲ ਖੇਤੀਬਾੜੀ ਅੰਦੋਲਨ ਤੋਂ ਹੁੰਦਾ ਨੁਕਸਾਨ ਨੂੰ ਠੱਲ੍ਹ ਪਾਉਣੀ ਹੈ। ਤਾਂ ਜੇ ਕੋਈ ਵਿੱਚ ਬੰਦਾ ਪੈਂਦਾ ਤੇ ਭਾਜਪਾ ਦੇ ਵਿੱਚ ਜਾ ਕੇ ਪੈਂਦੇ ਤਾਂ ਬਹੁਤ ਔਖਾ ਹੋਣਾ ਸੀ, ਵਿਚਾਲੇ ਦਾ ਰਾਹ ਕੱਢ ਸਕਦੇ ਆ। ਨਹੀਂ, ਉਹ ਕੁੱਲ ਮਿਲਾ ਕੇ ਤੇ ਹੁਣ ਤੇ ਇਹੀ ਗੱਲ ਲੱਗਦੀ ਹੈ ਨਾ, ਪਰ ਜਿਸ ਹਿਸਾਬ ਨਾਲ ਤਬਦੀਲੀ ਆਉਂਦੀ ਆ ਵੀ ਇੱਕ ਦਿਨ ਕੁਛ, ਅਗਲੇ ਦਿਨ ਕੁਛ, ਉਦੋਂ ਅਗਲੇ ਦਿਨ ਹੋਰ ਕੁਛ, ਉਤੋਂ ਤਾਂ ਇਹ ਜਾਪਦਾ ਵੀ ਅੱਜ ਦਾ ਦਿਨ ਨਵਾਂ, ਜਿਹੜੇ ਅੱਜ ਪਤਾ ਨਹੀਂ ਸ਼ਾਮ ਤੱਕ ਕੀ ਕੁਝ ਹੋਏਗਾ। ਪਰ ਚਲੋ ਜਿਹੜੇ ਬੰਦੇ 2 ਦਿਨ ਰਹਿ ਕੇ ਗਏ ਪੰਜਾਬ 'ਚ, ਆਪਾਂ ਉਹਨਾਂ ਦੀ ਗੱਲ ਵੀ ਕਰ ਲਈਏ। ਨਹੀਂ, ਬਹੁਤ ਜ਼ਰੂਰੀ ਹੈ। ਇਹ ਦਿੱਲੀ ਨੂੰ ਗਏ ਸੀ, ਉਹ ਦਿੱਲੀੋਂ ਆਏ ਸੀ। ਹਾਂ, ਦੇਖੋ ਕੇਜਰੀਵਾਲ ਸਾਹਿਬ ਆਏ, ਪਹਿਲੀ ਗੱਲ ਤੇ ਗਰੰਟੀ ਦੇ ਕੇ ਗਏ ਨੇ। ਅੱਜ ਕੱਲ੍ਹ ਗਰੰਟੀ ਵਾਲੀ ਚੀਜ਼ ਮਿਲਦੀ ਘੱਟ ਹੈ ਨਾ ਪੰਜਾਬ ਦੇ ਵਿੱਚ। ਉਹਨਾਂ ਦੇਖਿਆ ਵੀ ਯਾਰ ਇਹ ਇੱਕ ਗੱਲ ਹੈ, ਦੇਖੋ ਸੁਖਬੀਰ ਬਾਦਲ ਹੋਰਾਂ ਬਹੁਤ ਵਧੀਆ ਸ਼ਬਦ ਫੜਿਆ। ਉਹ ਕਹਿੰਦੇ ਪਹਿਲਾਂ ਸਹੁੰ ਵਾਲੀ ਗੱਲ ਵਾਹਵਾ ਚੱਲਦੀ ਹੁੰਦੀ ਸੀ, ਉਹਨਾਂ ਨੇ ਵੇਖਿਆ ਵੀ ਇਹਨੇ ਕੋਈ ਰਲਦਾ ਮਿਲਦਾ ਇਹ ਸ਼ਬਦ ਕੱਢੋ ਯਾਰ, ਕੁਛ ਵੱਖਰਾ ਜਿੱਥੇ ਲੋਕ ਯਕੀਨ ਕਰ ਲੈਣਗੇ। ਗਰੰਟੀ ਕੱਢ ਲਈ ਉਹਨਾਂ ਨੇ। ਹੁਣ 1 ਨਹੀਂ 2 ਨਹੀਂ 3 ਨਹੀਂ 4 ਨਹੀਂ, ਇਕੱਠੀਆਂ 6 ਗਰੰਟੀਆਂ ਦੇ ਗਏ ਆ ਭਾਈ ਸਾਹਿਬ, ਉਹ ਵੀ ਪੰਜਾਬ ਦੇ ਲੋਕਾਂ ਨੂੰ। ਕੇਜਰੀਵਾਲ ਸਾਹਿਬ ਸਿਹਤ ਨਾਲ ਸੰਬੰਧਿਤ ਨਹੀਂ, ਹੁਣ ਗੱਲ ਕਰਨੀ ਤੇ ਪੈਣੀ। ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਕਿਉਂਕਿ ਆਸ ਸੀ ਕਿ ਰੁਜ਼ਗਾਰ ਦੇ ਮੁੱਦੇ ਤੇ ਬੋਲਣਗੇ ਕਿ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਇੰਨੇ % ਪੰਜਾਬੀਆਂ ਨੂੰ ਕੰਮ ਮਿਲੂਗਾ, ਸਰਕਾਰ ਬਣਾ ਦਿਓ, ਪਰ ਬਿਲਕੁਲ ਦੂਸਰੀ ਦਿਸ਼ਾ ਚੱਲੇ। ਅਰਵਿੰਦ ਕੇਜਰੀਵਾਲ ਹੋਰਾਂ ਨੇ 6 ਚੀਜ਼ਾਂ ਕਹੀਆਂ ਤੇ ਉਹਨਾਂ ਨੇ ਪੰਜਾਬ ਦੇ ਹੈਲਥ ਸਿਸਟਮ ਨੂੰ ਨੁੱਕਰ ਚ ਲਿਆ। ਇਹ ਗੱਲ ਤਾਂ ਸਾਰੇ ਜਾਣਦੇ, ਆਪਾਂ ਕਈ ਵਾਰੀ ਕਿਹਾ ਕਿ ਪੰਜਾਬ ਦਾ ਇੱਕ ਵੀ ਬੰਦਾ ਇਦਾਂ ਦਾ ਨਹੀਂ, ਇੱਕ ਵੀ, ਜੇ ਹੈਗਾ ਤਾਂ ਟਿੱਪਣੀਆਂ ਕਰ ਦਿਓ, ਜਿਹਦੇ ਪਰਿਵਾਰ ਦਾ ਕੋਈ ਜੀਅ ਬਿਮਾਰ ਹੋਵੇ, ਜ਼ਖਮੀ ਹੋਵੇ, ਕੋਈ ਹਵੀ ਨਵੀ ਹੋ ਜਵੇ, ਤਾਂ ਉਹ ਕਿਸੇ ਨੂੰ ਆਵਾਜ਼ ਮਾਰਦਾ ਹੋਵੇ, ਆਈ ਲਿਆਓ ਗੱਡੀਆਂ, ਗੱਡੀ ਲਿਆਓ, ਸਰਕਾਰੀ ਹਸਪਤਾਲ ਜਾਣਾ। ਕਦੇ ਵੀ ਨਹੀਂ। ਬੰਦਾ ਕਹਿੰਦਾ ਭਾਈ ਇਹਨੂੰ ਪਹਿਲਾਂ ਕਿਸੇ ਨਿੱਜੀ ਹਸਪਤਾਲ ਲੈ ਕੇ ਜਾਓ, ਬੰਦਾ ਬਚਾਓ, ਕਿਉਂਕਿ 26 ਬਣਾਉਣੀ, 25 ਬਣਾਉਣੀ, 24 ਬਣਾਉਣੀ, 23 ਬਣਾਉਣੀ, ਪਤਾ ਨਹੀਂ ਕੀ ਬਣਾਉਣਾ, ਉਹਦੇ ਲਈ ਤਾਂ ਹੋ ਸਕਦਾ ਸਰਕਾਰੀ ਹਸਪਤਾਲ ਠੀਕ ਹੋਵੇ। ਨਹੀਂ ਤਾਂ ਡਾਕਟਰਾਂ ਦੀਆਂ ਅਸਾਮੀਆਂ ਘੱਟ, ਦਵਾਈਆਂ ਮਿਲਦੀਆਂ ਨੇ, ਆਪਰੇਟ ਕਰਨ ਦੇ ਸਾਧਨ ਘੱਟ, ਸਾਰਿਆਂ ਨੂੰ ਪਤਾ ਹੈ। ਇਹ ਹੁਣ ਨਹੀਂ, ਪਿਛਲੇ 20 ਸਾਲਾਂ ਤੋਂ ਇਹੀ ਵਰਤਾਰਾ ਹੈ, ਕਿਉਂਕਿ ਜਿਹੜੇ ਸਿਆਣਪ ਭਰਪੂਰ ਬੰਦੇ 1 ਕਰੋੜ 2 ਕਰੋੜ ਰੁਪਈਆ 5 ਕਰੋੜ ਰੁਪਈਆ ਲਾ ਕੇ ਪੜ੍ਹਾਈ ਮੁਕੰਮਲ ਕਰਨ ਵਾਲੇ ਬੰਦੇ ਨੂੰ 15,600 ਰੁਪਈਏ ਦੇ ਉੱਤੇ ਮਹੀਨੇ ਦਾ ਡਾਕਟਰ ਰੱਖਣਗੇ, ਉਹ ਕਿੰਨਾ ਕੁ ਵਧੀਆ ਹੈਲਥ ਸਿਸਟਮ ਦੇਣ ਦੇ ਵਿੱਚ ਕਾਮਯਾਬ ਹੋਏ ਹੋਣਗੇ, ਉਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ। ਹੁਣ ਅਰਵਿੰਦ ਕੇਜਰੀਵਾਲ ਨੇ ਦੇਖਿਆ ਕਿ ਬਹੁਤ ਦੁੱਖ ਦੀ ਰਾਗ ਹੈ ਪੰਜਾਬ ਦੇ ਲੋਕਾਂ ਦੀ। ਉਹ ਕਹਿੰਦੇ ਜੀ ਪੰਜਾਬ ਦੇ 13,000 ਪਿੰਡ ਹੈ, ਕੁਝ ਕਸਬੇ ਤੇ ਕੁਝ ਸ਼ਹਿਰ ਨੇ ਜਿੱਥੇ 1 ਤੋਂ ਵੱਧ ਖੋਲ੍ਹਣੇ ਪੈ ਸਕਦੇ ਆ। ਜਿੱਦਾਂ ਅਸੀਂ ਦਿੱਲੀ ਦੇ ਵਿੱਚ ਸਫਲਤਾਪੂਰਵਕ ਮੁਹੱਲਾ ਕਲੀਨਿਕ ਚਲਾਏ ਆ, ਪੰਜਾਬ ਦੇ ਵਿੱਚ ਪਿੰਡ ਕੰਮ ਮੁਹੱਲਾ ਕਲੀਨਿਕ ਖੋਲਾਂਗੇ, 16,000 ਲੋਕਾਂ ਨੂੰ ਘਰ ਦੇ ਨੇੜੇ ਟ੍ਰੀਟਮੈਂਟ ਮਿਲੂ। ਦੂਸਰਾ, ਉਹ ਕਹਿੰਦੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਉੱਥੇ ਹੀ ਮੁਫਤ ਟੈਸਟ ਹੋਣਗੇ, ਉੱਥੇ ਹੀ ਮੁਫਤ ਦਵਾਈ ਮਿਲੂ, ਉੱਥੇ ਹੀ ਮੁਫਤ ਆਪਰੇਸ਼ਨ ਹੋਊਗਾ, ਸਾਰੀਆਂ ਸਹੂਲਤਾਂ ਹੋਣਗੀਆਂ। ਜਿਹੜੀਆਂ ਦਵਾਈਆਂ ਵਾਲੀਆਂ ਦੁਕਾਨਾਂ ਸਰਕਾਰੀ ਹਸਪਤਾਲਾਂ ਦੇ ਅੰਦਰ ਨੇ, ਉਹਨਾਂ ਦੀਆਂ ਖਿੜਕੀਆਂ ਦੁਬਾਰਾ ਖੁੱਲਣਗੀਆਂ ਜਿਹੜੀਆਂ ਕਿ ਬੰਦ ਪਈਆਂ। ਤੀਸਰੇ ਨੰਬਰ ਤੇ ਕਹਿੰਦੇ ਕੋਈ ਬੰਦਾ ਜ਼ਖਮੀ ਹੋ ਜਾਏ, ਮੁਫਤ ਇਲਾਜ ਹੋਊਗਾ। ਚੌਥਾ, ਕਹਿੰਦੇ ਵੱਡੇ ਹਸਪਤਾਲ ਵੀ ਖੋਲਾਂਗੇ। ਹੁਣ ਸੰਧਾਲੀਆ ਸਾਹਿਬ ਇਹ ਗੱਲ ਤਾਂ ਪੱਕੀ ਹੈ, ਪਹਿਲਾਂ 3 ਤੇ ਹੁਣ 2 ਜਗ੍ਹਾ ਤੇ ਪੰਜਾਬੀਆਂ ਦੀ ਇਨਕਮ ਦਾ ਸਭ ਤੋਂ ਵੱਡਾ ਹਿੱਸਾ ਖਰਚ ਹੁੰਦਾ। ਇੱਕ ਬੱਚਿਆਂ ਦੀ ਪੜ੍ਹਾਈ ਤੇ, ਦੂਸਰਾ ਬਿਮਾਰੀ ਤੇ, ਇੱਕ ਤੀਸਰਾ ਜਿਹੜਾ ਹੁਣ ਥੋੜਾ ਜਿਹਾ ਘਟਿਆ ਉਹ ਵਿਆਹਾਂ ਤੇ, ਕਿਉਂਕਿ ਕੋਵਿਡ ਸੀ, ਵੱਡੇ ਇਕੱਠ ਘੱਟ ਹੁੰਦੇ ਸੀ। ਹੁਣ ਕੋਵਿਡ ਕਰਕੇ ਘਟਿਆ, ਕੋਵਿਡ ਕਰਕੇ ਨਹੀਂ, ਮੈਂ ਵੈਸੇ ਆਪਾਂ ਢਿੱਲ ਨਹੀਂ ਕੀਤੀ। ਆਪਾਂ ਦੇ ਥੁੱਕੀ ਫਿਰਦੇ ਹੱਥਾਂ 'ਚ ਵੀ ਕਰਾਂ ਖੁੱਲੇ ਸਹੀ ਡੀਜੇ ਕਰਾਂ, ਪਤਾ ਲਾ ਦੇਣਾ ਪਿੰਡ 'ਚ ਫਲਾਣਾ ਉਹਦੇ ਮੁੰਡੇ ਦਾ ਵਿਆਹ ਹੈ, ਬਾਠ ਹੋਣਾ ਤੂੰ ਗੱਲਾਂ ਹੁਣ ਪਿੰਡ ਦੇ ਵਿੱਚ ਮੁੜ ਕੇ। ਆਹੋ, ਹੁਣ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਸਾਰਾ ਕੁਝ ਆਖਿਆ ਜੀ, ਤੇ ਉਹਦੇ ਤੋਂ ਕਿਤੇ ਨਾ ਕਿਤੇ ਤੇ ਲੋਕਾਂ ਨੂੰ ਲੱਗੂਗਾ। ਮੈਂ ਵੈਸੇ ਖੁਸ਼ ਬੜਾ ਹੈ, ਜੇ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਦੀ ਗੱਲ ਚੱਲਦੀ ਹੈ, ਪੰਜਾਬ ਦੇ ਵਿੱਚ ਹੈਲਥ ਸਿਸਟਮ ਦੀ ਗੱਲ ਚੱਲਦੀ ਹੈ ਕਿ ਡਾਕਟਰ ਚਾਹੀਦੇ ਆ, ਟੈਸਟ ਚਾਹੀਦੇ, ਆਪਰੇਸ਼ਨ ਚਾਹੀਦੇ, ਬਹੁਤ ਖੁਸ਼ ਹਾਂ। ਉਹਦਾ ਕਾਰਨ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਚੈੱਕ ਵੰਡ ਹੁੰਦੇ ਸੀ, ਉਦਘਾਟਨ ਹੁੰਦੇ ਸੀ, ਨੀਂਹ ਪੱਥਰ ਰੱਖੇ ਜਾਂਦੇ ਸੀ, ਲੋਕਾਂ ਨੂੰ ਆਪਸ 'ਚ ਲੜਾਇਆ ਜਾਂਦਾ ਸੀ। 25 ਪਰਿਵਾਰ ਸਾਡੇ ਸ਼ਾਮਲ ਹੋ ਗਏ, 26 ਉੱਧਰ ਚਲ ਗਏ, ਪੋਸਟਰ ਲੱਗੇ ਹੁੰਦੇ ਸੀ। ਪਰ ਐਤਕੀ ਚਾਹੇ ਕੋਈ ਸਿਆਸੀ ਕਾਰਨਾਂ ਦੇ ਕਰਕੇ ਹੀ ਸਹੀ, ਜੇ ਲੋਕਾਂ ਦੇ ਇਹਨਾਂ ਮੂਲ ਮੁੱਦਿਆਂ ਦੇ ਵੱਲ ਪਰਤਣਾ ਪੈ ਰਿਹਾ ਸਾਡੀ ਲੀਡਰਸ਼ਿਪ ਨੂੰ, ਤਾਂ ਬਹੁਤ ਚੰਗਾ। ਮੈਂ ਤਾਂ ਇਹ ਵੀ ਕਹਿਣਾ ਕਿ ਆਮ ਆਦਮੀ ਪਾਰਟੀ ਨੇ ਅੱਜ ਜਿਹੜਾ ਪਰਚਾ ਜਿਹਾ ਵੰਡਿਆ ਹੋਣਾ ਨਾ ਕਿ ਅਸੀਂ ਡਾਕਟਰ ਰੱਖਾਂਗੇ, ਆਹ ਕਰਾਂਗੇ,
ਪਰਚੇ ਦੇ ਉੱਪਰੋਂ ਆਮ ਆਦਮੀ ਪਾਰਟੀ ਵਾਲਾ ਬੇਸ਼ੱਕ ਪਾੜ ਦਿਓ ਜੇ ਕਿਸੇ ਨੂੰ ਇਤਰਾਜ਼ ਹੈ। ਤੁਸੀਂ ਕਿਸੇ ਵੀ ਪਾਰਟੀ ਨਾਲ ਆਪਣੀ ਪਾਰਟੀ ਦੇ ਲੀਡਰਾਂ ਨੂੰ ਦਿਖਾਓ ਕਿ ਆਹ ਸਾਨੂੰ ਚਾਹੀਦਾ, ਇਹ ਤੁਸੀਂ ਕਰੋ। ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਜਦੋਂ ਲਾਲ ਬੱਤੀ ਕਲਚਰ, VIP ਕਲਚਰ, ਕਈ ਤਰ੍ਹਾਂ ਦੇ ਕਲਚਰ ਦੀ ਗੱਲ ਕੀਤੀ ਸੀ ਕਿ ਹਟਾਵਾਂਗੇ, ਬਾਕੀ ਪਾਰਟੀਆਂ ਨੂੰ ਅਡਾਪਟ ਕਰਨਾ ਪਿਆ ਸੀ। ਐਤਕੀ ਆ ਵੀ ਕੰਮ ਕੀਤਾ ਤਾਂ ਅਡਾਪਟ ਕਰਨਾ ਪਊਗਾ। ਇਹ ਲੋਕਾਂ ਦਾ ਮੁੱਦਾ ਚੰਗਾ ਹੋਇਆ ਕੇਜਰੀਵਾਲ ਸਾਹਿਬ ਨੇ ਚੁੱਕਿਆ। ਨਹੀਂ, ਵਧੀਆ ਗੱਲ, ਇਹਦੇ ਵੱਲੋਂ ਤੇ ਮੇਰੇ ਖਿਆਲ ਨਾਲ ਵੀ ਤਾਰੀਫ ਕਰਨੀ ਬਣਦੀ ਹੈ ਵੀ ਚਲੋ ਸਿਸਟਮ ਤੇ ਚੰਗਾ ਲੈ ਕੇ। ਬਾਕੀ ਵੱਡੀ ਚੀਜ਼ ਦੇਖਣ ਵਾਲੀ ਇਹ ਸੀ ਵੀ ਭਗਵੰਤ ਮਾਨ ਹੋਰਾਂ ਨੂੰ ਐਤਕੀ ਨਾਲ ਬਿਠਾਇਆ, ਬੋਲਣ ਦਾ ਟਾਈਮ ਨਹੀਂ ਦਿੱਤਾ। ਐਂਡ ਮਾਨ ਸਾਹਿਬ ਨੇ ਘੁੰਮਦਿਆਂ ਘਮਾਉਂਦਿਆਂ ਤਾਰੀਫ ਵੀ ਕੀਤੀ। ਮਤਲਬ ਸਾਰੀਆਂ ਗੱਲਾਂ ਗਰੰਟੀਆਂ ਦੇਣ ਤੋਂ ਪਹਿਲਾਂ ਮਾਨ ਸਾਹਿਬ ਨੇ ਸਮਝਾਈ ਪੂਰੀ ਸਕੀਮ ਉੱਥੇ। ਉਹ ਕਹਿੰਦੇ ਦੇਖੋ ਗੱਲ ਹੈ ਵੀ ਮੈਨੂੰ ਇੱਥੇ ਦੂਜੇ ਚੌਥੇ ਦਿਨ ਕੋਈ ਨਾ ਕੋਈ ਆ ਜਾਂਦਾ ਹੈ ਵੀ ਅਸੀਂ ਗਰੀਬ ਹੈ ਜੀ, ਸਾਡਾ ਇਲਾਜ ਕਰਾ ਦਿਓ। ਕਹਿੰਦੇ ਹੁਣ ਐਜ਼ ਏ MP ਮੈਨੂੰ ਇਹ ਤਾਂ ਪਤਾ ਹੈ ਵੀ ਇੱਥੇ ਦੇ ਇਲਾਜ ਕਿੰਨੇ ਕਰਨਾ ਇਹਨਾਂ ਦਾ, ਮੈਂ ਫਿਰ ਦਿੱਲੀ ਰੈਫਰ ਕਰ ਦਿੰਦਾ। ਸਾਡੇ ਸਿਹਤ ਮੰਤਰੀ ਸਾਹਿਬ ਉੱਥੋਂ ਇਲਾਜ ਕਰਾ ਦਿੰਦੇ, ਫਿਰ ਬੰਦਾ ਉੱਥੋਂ ਠੀਕ ਹੋ ਕੇ ਦੁਬਾਰਾ ਫਿਰ ਮੇਰਾ ਧੰਨਵਾਦ ਕਰਨਾ ਆਉਂਦਾ ਹੈ ਵੀ ਯਾਰ ਤੁਹਾਡਾ ਦਿੱਲੀ 'ਚ ਤੇ ਬਹੁਤ ਵਧੀਆ, ਆਪਣੇ ਪੰਜਾਬ 'ਚ ਕਿਉਂ ਨਹੀਂ ਇੱਦਾਂ। ਫਿਰ ਮੈਂ ਉਹਨਾਂ ਨੂੰ ਕਹਿੰਦਾ ਵੀ ਯਾਰ ਸਾਡੀ ਸਰਕਾਰ ਇੱਥੇ ਵੀ ਬਣਾ ਦਿਓ, ਆਪਾਂ ਇੱਥੇ ਵੀ ਬਣਾ ਲਾਂਗੇ। ਹਾਂ, ਨਹੀਂ ਭਗਵੰਤ ਮਾਨ ਹੋਰੀ, ਕਿਉਂਕਿ ਜਦੋਂ ਫਿਰ ਪੱਤਰਕਾਰਾਂ ਨਾਲ ਸਵਾਲ ਜਵਾਬ ਹੋਏ ਤਾਂ ਜਿਹੜੀ ਮੇਨ ਗੱਲ ਹੈ, ਚਲੋ ਹਾਂ ਤੁਸੀਂ ਕਰਨੀ ਸੀ, ਆਧਾਰ ਜਿਹਾ ਤਿਆਰ ਕੀਤਾ। ਉਹ ਪੱਤਰਕਾਰਾਂ ਨੇ ਪੁੱਛਿਆ, ਕਹਿੰਦੇ ਜੀ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ? ਨਾਲ ਹੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਹੱਥ ਰੱਖ ਦਿੱਤਾ, ਕਹਿੰਦੇ ਭਗਵੰਤ ਮੇਰਾ ਭਰਾ ਨਿੱਕਾ। ਹਾਂ, ਭਗਵੰਤ ਮੇਰਾ ਭਰਾ। ਇਹ ਤਾਂ ਜਦੋਂ ਸਾਡੀ ਪਾਰਟੀ 'ਚ ਵੀ ਨਹੀਂ ਸੀ, ਉਦੋਂ ਲੱਖਾਂ ਰੁਪਈਆਂ ਦੇ ਆਪਣੇ ਕਲਾਕਾਰ ਦੇ ਤੌਰ ਤੇ ਪ੍ਰੋਗਰਾਮ ਛੱਡ ਕੇ ਪੰਜਾਬ ਦੀ ਸੇਵਾ ਕਰਨ ਲੱਗ ਪਿਆ ਸੀ। ਤੇ ਤੁਸੀਂ ਚਿੰਤਾ ਨਾ ਕਰੋ, ਸਾਡੇ 'ਚ ਮਨਮੁਟਾਵ ਕੋਈ ਨਹੀਂ, ਅਸੀਂ ਇੱਕ ਹਾਂ, ਪਰ ਸਮਾਂ ਆਉਣ ਦੇ ਉੱਤੇ ਦੱਸਾਂਗੇ ਮੁੱਖ ਮੰਤਰੀ ਦਾ ਦਾਅਵੇਦਾਰ ਕੌਣ ਹੈ। ਯਾਨੀ ਭਗਵੰਤ ਮਾਨ ਸਾਹਿਬ ਨੂੰ ਬੋਲਣ ਦਾ ਵੀ ਟਾਈਮ ਦਿੱਤਾ। ਉਹਨਾਂ ਨੇ ਰੱਜ ਕੇ ਦਿੱਲੀ ਸਰਕਾਰ ਦੀਆਂ ਸਿਫਤਾਂ ਵੀ ਕੀਤੀਆਂ, ਕੇਜਰੀਵਾਲ ਸਾਹਿਬ ਦੇ ਨਾਲ ਵੀ ਬੈਠੇ, ਪਰ ਭੇਤ ਨਹੀਂ ਦਿੱਤਾ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿ ਮੁੱਖ ਮੰਤਰੀ ਦਾ ਦਾਅਵੇਦਾਰ ਹੋਏਗਾ ਕੌਣ। ਪਰ ਕੰਮ ਕੁਛ ਨੇੜੇ ਹੁੰਦਾ ਲੱਗਦਾ। ਨਹੀਂ ਹੋਇਆ ਲੱਗਦਾ। ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਦੇਖੋ ਐਤਕੀ ਮਾਨ ਸਾਹਿਬ ਦਾ ਐਲਾਨ ਨਹੀਂ ਕੀਤਾ, ਇਹਦਾ ਦੁੱਖ ਹੋਰ ਕਿਸੇ ਨੂੰ ਹੋਇਆ, ਭਾਵੇਂ ਨਹੀਂ ਹੋਇਆ, ਸੁਖਬੀਰ ਬਾਦਲ ਸਾਹਿਬ ਨੂੰ ਹੋਇਆ ਹੈ ਨਾ। ਉਹ ਕਹਿੰਦੇ ਦੇਖੋ ਗੱਲ ਇਹ ਆ ਵੀ ਉਹ ਬੰਦਾ ਕਹਿੰਦਾ ਵੀ ਮੈਂ ਤੁਹਾਨੂੰ ਐਸਾ ਮੁੱਖ ਮੰਤਰੀ ਦੇਣਾ ਜਿੱਤੇ ਤੁਹਾਨੂੰ ਮਾਣ ਹੋਊਗਾ। ਕਹਿੰਦੇ ਵੀ ਮਾਣ ਤੇ ਹੋਊਗਾ, ਤੇ ਇਹ ਕਿਉਂ ਨਹੀਂ ਕਹਿੰਦੇ ਵੀ ਅਗਲਾ ਮੁੱਖ ਮੰਤਰੀ ਭਗਵੰਤ ਮਾਨ ਹੋਊਗਾ, ਲਾਗੇ ਤੇ ਬੈਠਾ। ਕਹਿੰਦੇ ਉਸ ਮਾਨ ਦੀ ਗੱਲ ਨਹੀਂ ਕਰਦੇ, ਕਹਿੰਦੇ ਹੋਰ ਮਾਨ ਦੀ ਗੱਲ ਕਰੀ ਜਾਂਦੇ। ਅੱਛਾ, ਦੂਜੀ ਚੀਜ਼ ਜਿਹੜੀ ਉਹ ਲਾਈਨ ਨੋਟ ਕਰਨ ਵਾਲੀ ਸੀ ਹੁਣ ਤੱਕ, ਤੇ ਮੈਂ ਇਹੋ ਸੁਣਿਆ ਵੀ ਭਗਵੰਤ ਮਾਨ ਹੋਣੀ ਜਦੋਂ ਸ਼ੁਰੂ ਹੁੰਦੇ ਉਹਨਾਂ ਨੇ ਬੜੇ ਪੁੱਠ ਸਿੱਧੇ ਨਾਂ ਰੱਖੇ ਆ। ਤੇ ਜੇ ਆਪਾਂ ਸੁਖਬੀਰ ਬਾਦਲ ਸਾਹਿਬ ਦੀ ਜਾਂ ਮਜੀਠੀਆ ਸਾਹਿਬ ਦੀ ਗੱਲ ਕਰੀਏ ਤੇ ਨਾਂ ਉਹ ਵੀ ਸਿਰੇ ਦੇ ਲੈਂਦੇ ਭਗਵੰਤ ਮਾਨ ਹੋਰਾਂ ਦਾ। ਪਰ ਬੜੇ ਸਤਿਕਾਰ ਨਾਲ ਬੋਲਿਆ ਐਤਕੀ। ਕਹਿੰਦੇ ਭਗਵੰਤ ਮਾਨ ਜੀ ਦੀ ਬੇਇੱਜ਼ਤੀ ਕੀਤੀ ਇੱਕ ਤਰ੍ਹਾਂ ਨਾਲ ਉਹਨਾਂ ਨੇ, ਇਦਾਂ ਨਹੀਂ ਸੀ ਚਾਹੀਦਾ ਉਹਨਾਂ ਨੂੰ। ਨਹੀਂ, ਜਿੰਨਾ ਸਤਿਕਾਰ ਐਤਕੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਭਗਵੰਤ ਮਾਨ ਦਾ ਕੀਤਾ, ਉਹ ਸਦਾ ਭਗਵੰਤ ਮਾਨ ਨੂੰ ਹਫਤਾ ਭੁੱਖ ਨਾ ਲੱਗੇ। ਵੈਸੇ ਗੱਲ ਹੀ ਆ, ਜਾਂ ਹੋ ਸਕਦਾ ਉਹਨਾਂ ਨੇ ਅਜੇ ਗੱਲ ਹੀ ਛੇੜੀ ਹੋਈ ਵੀ ਜੇ ਅੰਦਰ ਕਿਤੇ ਧੁਖਦੀ ਹੋਈ ਨਾ ਤੇ ਇਧਰੋਂ ਉਧਰੋਂ ਆਪਾਂ ਫਿਰ ਪਤਾ ਕਰ ਲੈਣਾ। ਕਿਉਂਕਿ ਕਾਰਨ ਪਤਾ ਕੀ ਹੈ, ਸੰਗਰੂਰ ਵਾਲੇ ਪਾਸਿਓਂ ਗੱਲ ਕਰੀਏ ਤੇ ਢੀਂਡਸਾ ਪਰਿਵਾਰ ਤੇ ਹੁਣ ਬਾਹਰ ਆ ਜੀ, ਤੇ ਬੰਦਾ ਤੇ ਕੋਈ ਇਦਾਂ ਦਾ ਚਾਹੀਦਾ ਹੀ ਆ ਜਿਹੜਾ ਕੱਲ ਨੂੰ ਮਤਲਬ ਆਖੇ ਵੀ ਲੈ ਵੀ ਆਪਣੀ ਝੰਡੀ ਆ। ਮੈਂ ਨਹੀਂ ਕਹਿੰਦਾ ਵੀ ਉਹ ਹੋ ਜਾਣਾ, ਨਹੀਂ, ਬਾਕੀ ਇਹ ਸਿਆਸਤ ਆ। ਕੈਪਟਨ ਸਾਹਿਬ ਵੀ ਤੇ BJP 'ਚ ਨਹੀਂ ਗਏ। ਦੇਖੋ, ਜਦੋਂ ਨਾ ਇੱਟਾਂ ਰੱਖ ਕੇ ਬਾਹਰ ਕਿਤੇ ਖੇਤਾਂ ਦੇ ਵਿੱਚ ਚੁੱਲ੍ਹਾ ਬਣਾਈਏ ਤਾਂ ਅੱਗ ਬਾਲੀਏ, ਪੱਖੀ ਦੋ ਕੰਮ ਆਉਂਦੀ ਆ, ਜਾਂ ਗੱਤਾ। ਜੇ ਤਾਂ ਹਵਾ ਬਹੁਤ ਵਗਦੀ ਹੋਵੇ ਤੇ ਜਿੱਧਰੋਂ ਹਵਾ ਆਉਂਦੀ ਉਧਰ ਰੱਖ ਦਿੱਤਾ ਕਿ ਅੱਗ ਨਾ ਬੁਝੇ, ਤਾਂ ਜੇ ਹਵਾ ਬਿਲਕੁਲ ਨਾ ਵਗਦੀ ਹੋਵੇ ਤਾਂ ਗੱਤੇ ਨਾਲ ਫਿਰ ਐ ਮਾੜਾ ਕਿ ਭਾਈ ਤਾੜਾ ਲੱਗ ਜਾਵੇ। ਹੁਣ ਇਦਾਂ ਦਾ ਕੰਮ ਲੱਗਦਾ। ਪਰ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਪ੍ਰਤੀ ਅਕਾਲੀ ਦਲ ਦੇ ਇਹ ਬਿਆਨ ਕਿ ਭਾਈ ਭਗਵੰਤ ਮਾਨ ਨੂੰ ਐਲਾਨ ਕਿਉਂ ਨਹੀਂ ਕੀਤਾ, ਭਗਵੰਤ ਮਾਨ ਦਾ ਮਾਣ ਕਿਉਂ ਨਹੀਂ ਰੱਖਿਆ, ਅਸਲ 'ਚ ਅਕਾਲੀ ਦਲ ਦਾ ਇਸ, ਕਿਉਂਕਿ ਛੇਤੀ ਪ੍ਰੈਸ ਕਾਨਫਰੰਸ ਕਰਤੀ ਉਹਨਾਂ ਨੇ ਤੁਰੰਤ ਬਾਅਦ। ਸੁਖਬੀਰ ਸਿੰਘ ਬਾਦਲ ਸਾਹਿਬ ਖੁਦ ਆਏ। ਬਹੁਤੀ ਵਾਰੀ ਵੈਸੇ ਅਕਾਲੀ ਦਲ ਕਹਿੰਦਾ ਹੁੰਦਾ ਆਮ ਆਦਮੀ ਪਾਰਟੀ ਗਈ ਹੈ ਹੀ ਨਹੀਂ, ਪਰ ਹੁਣ ਉਹਨਾਂ ਨੇ ਕਿਹਾ ਜੀ ਸਾਡਾ ਮੈਨੀਫੈਸਟੋ ਚੋਰੀ ਕਰ ਲਿਆ, ਅਸੀਂ ਤਾਂ ਇੰਨੇ ਦਿਨ ਪਹਿਲਾਂ ਸਾਰੀਆਂ ਚੀਜ਼ਾਂ ਪਹਿਲਾਂ ਐਲਾਨ ਚੁੱਕੇ ਹਾਂ। ਤੇ ਨਾਲ ਹੀ ਜਿਹੜਾ ਉਹਨਾਂ ਨੇ ਕਿਹਾ, ਬਹੁਤੀ ਧਾਰ ਉਹਨਾਂ ਨੇ ਇਸੇ ਗੱਲ ਦੇ ਉੱਤੇ ਤਲਵਾਰ ਦੀ ਰੱਖੀ, ਸਿਆਸੀ ਤਲਵਾਰ ਦੀ, ਕਿ ਦੇਖੋ ਜੀ ਦਿੱਲੀੋਂ ਆ ਦੱਸਦੇ ਆ ਪੰਜਾਬੀ ਕੋ ਲੱਭਦਾ ਨਹੀਂ ਇਹਨਾਂ ਨੂੰ, ਇਹ ਹੁਣ ਦਿੱਲੀ ਵਾਲੇ ਆ ਕੇ ਪੰਜਾਬੀ ਨੂੰ ਦੱਸਣਗੇ ਅਸੀਂ ਤੁਹਾਨੂੰ ਗਰੰਟੀ ਕਿਹੜੀ ਦੇਣੀ। ਬਾਕੀ ਉਹ ਕਹਿੰਦੇ ਪੰਜਾਬ ਦੇ ਲੋਕੋ ਇਹਨਾਂ ਦੀ ਗਰੰਟੀ ਦੀ ਕੀ ਗਰੰਟੀ ਆ, ਇਹ ਗਰੰਟੀ। ਹੁਣ ਸੰਧਾਲੀਆ ਸਾਹਿਬ ਇੱਥੇ ਦੋ ਚੀਜ਼ਾਂ ਧਿਆਨ ਰੱਖਣ ਵਾਲੀਆਂ। ਜਦੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਰੀ ਇਕੱਠੇ ਬੈਠੇ ਸੀ ਨਾ, ਪੱਤਰਕਾਰਾਂ ਨੇ ਇੱਕ ਸਵਾਲ ਕੀਤਾ ਟੇਢਾ, ਕਹਿੰਦੇ ਪੈਸੇ ਕਿੱਥੋਂ ਆਉਣੇ ਆ, ਡਾਕਟਰ ਕਿੱਥੋਂ ਭਰਤੀ ਕਰਨੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕਿਹਾ, ਕਹਿੰਦੇ 16,000 ਡਾਕਟਰ ਕਿੱਥੋਂ ਲਿਆਉਣਾ ਹੈ ਹੀ ਨਹੀਂ, ਕਹਿੰਦੇ ਪੰਜਾਬ 'ਚ ਡਾਕਟਰ ਹੈ ਨਹੀਂ। ਪਰ ਉਹ ਦੇਖੋ, ਉਹ ਮੈਨੂੰ ਲੱਗਦਾ ਪੁਆਇੰਟ ਦੇ ਕੇ ਆਮ ਆਦਮੀ ਪਾਰਟੀ ਨੂੰ ਜੀ ਹੁਣ ਅੱਜ ਬਿਆਨ ਆਇਆ ਲਓ ਵੀ ਲਓ ਜੀ ਉਹ ਮੰਨ ਗਏ ਵੀ ਅਸੀਂ ਵੀ ਸਰਕਾਰ ਹੰਡਾਈ, ਕਾਂਗਰਸ ਨੇ ਵੀ ਹੰਡਾਈ, ਤੇ 16,000 ਅਸੀਂ ਡਾਕਟਰ ਨਹੀਂ ਭਰਤੀ ਕਰ ਸਕੇ, ਅਸੀਂ ਆਏ ਤਾਂ ਅਸੀਂ ਕਰਾਂਗੇ ਕਿਉਂਕਿ ਸਾਨੂੰ ਲੋੜ ਆ। ਹੁਣ ਸੰਧਾਲੀਆ ਸਾਹਿਬ ਇਹ ਬਹੁਤ ਮੁੱਦੇ ਦੀ ਗੱਲ ਹੈ ਕਿ ਪੰਜਾਬ ਦੀਆਂ ਦੋ ਵੱਡੀਆਂ ਪਾਰਟੀਆਂ ਸਿਹਤ ਦੇ ਬੋਲੀਆਂ, ਤੇ ਲੋਕ ਹੁਣ ਇਹਨਾਂ ਨੂੰ ਸਿਹਤ ਤੋਂ ਉਖੜਨ ਨਾ ਦੇਣ, ਵੋਟਾਂ ਜਿਹੇ ਜਿਹਨੂੰ ਮਰਜ਼ੀ ਪਾਉਣ। ਅਰਵਿੰਦ ਕੇਜਰੀਵਾਲ ਹੋਰੀ ਕਹਿੰਦੇ ਕਿ ਸਾਡੇ ਕੋਲੇ ਤਰੀਕਾ ਹੈਗਾ। ਉਹ ਕਹਿੰਦੇ ਪਹਿਲੀ ਗੱਲ, ਮੈਂ 49 ਦਿਨ ਮੁੱਖ ਮੰਤਰੀ ਰਿਹਾ ਤੇ ਮੈਂ 32 ਭ੍ਰਿਸ਼ਟ ਬੰਦੇ ਫੜੇ। ਭ੍ਰਿਸ਼ਟਾਚਾਰ ਪਰੇ ਕਰੋ, ਜੇ ਭ੍ਰਿਸ਼ਟਾਚਾਰ ਖਤਮ ਕਰ ਦਿਓਗੇ ਤੁਹਾਡੇ ਖਜ਼ਾਨੇ 'ਚ ਪੈਸੇ ਆਉਣਗੇ। ਦੂਸਰਾ,
ਉਹ ਕਹਿੰਦੇ ਜਿੱਦਣ ਮੈਂ ਮੁੱਖ ਮੰਤਰੀ ਬਣਿਆ ਦਿੱਲੀ 'ਚ ਘਾਟੇ ਵਾਲਾ ਬਜਟ ਹੁੰਦਾ ਸੀ। ਆ ਕੇਂਦਰ ਸਰਕਾਰ ਦੇ ਅਧਿਕਾਰੀ ਦੀ ਰਿਪੋਰਟ ਦੇਖ ਲਓ, ਦਿੱਲੀ ਭਾਰਤ ਦਾ ਇੱਕੋ ਇੱਕ ਸੂਬਾ ਜਿਹਦਾ ਬਜਟ ਘਾਟੇ ਵਾਲਾ ਨਹੀਂ। ਤੀਸਰਾ, ਉਹ ਕਹਿੰਦੇ 300 ਕਰੋੜ ਦਾ ਫਲਾਈਓਵਰ ਬਣਨਾ ਸੀ, ਅਸੀਂ 150 ਕਰੋੜ ਦਾ ਬਣਾਇਆ, ਭ੍ਰਿਸ਼ਟਾਚਾਰ ਰੋਕਿਆ। ਉਹੀ 150 ਕਰੋੜ ਰੁਪਈਆ ਜਿਹੜਾ ਮੁਹੱਲਾ ਕਲੀਨਿਕਾਂ ਦੇ ਉੱਤੇ ਲਾਇਆ। ਇੱਕ ਗੱਲ ਉਹਨਾਂ ਨੇ ਹੋਰ ਆਖ ਦਿੱਤੀ, ਉਹ ਕਹਿੰਦੇ ਗੱਲ ਬੜੀ ਸਿੱਧੀ ਪੱਧਰੀ ਹੈ, ਸਾਨੂੰ ਤਾਂ ਕੰਮ ਕਰਨਾ ਆਉਂਦਾ, ਅਸੀਂ ਕੰਮ ਕਰਕੇ ਦਿੱਲੀ 'ਚ ਦਿਖਾਇਆ, ਜੇ ਕਿਸੇ ਨੂੰ ਭੁਲੇਖਾ ਤਾਂ ਘੰਟੇ 7 ਲੱਗਦੇ ਆ, ਉੱਥੇ ਜਾ ਕੇ ਦੇਖ ਲਓ। ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੁਝ ਤਸਵੀਰਾਂ ਦਿਖਾਤੀਆਂ, ਉਹ ਕਹਿੰਦੇ ਆਹ ਦੇਖੋ ਇਹਨਾਂ ਦੇ ਮੁਹੱਲਾ ਕਲੀਨਿਕ, ਕਹਿੰਦਾ ਬੰਦੇ ਹੈ ਨਹੀਂ ਗਾਵਾਂ ਹੈਗੀਆਂ, ਕੂੜਾ ਕਰਕਟ ਦਾ ਢੇਰ ਲੱਗਾ। ਫਿਰ ਉਹ ਕਹਿੰਦੇ ਆਹ ਦੇਖੋ ਆਰਟੀਆਈ, ਇੱਕ ਵੀ ਵੱਡਾ ਹਸਪਤਾਲ ਨਹੀਂ ਇਹਨਾਂ ਨੇ ਦਿੱਲੀ 'ਚ ਖੋਲਿਆ ਤੇ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਕਿ ਅਸੀਂ ਹਸਪਤਾਲ ਖੋਲਾਂਗੇ। ਹੁਣ ਮੈਨੂੰ ਨਹੀਂ ਪਤਾ ਕਿ ਮੁਹੱਲਾ ਕਲੀਨਿਕ ਉਹਦੇ ਵਿੱਚ ਸ਼ਾਮਲ ਹੁੰਦੇ ਆ ਵੱਡੇ ਹਸਪਤਾਲ ਦੇ ਵਿੱਚ ਕਿ ਨਹੀਂ ਹੁੰਦੇ, ਪਰ ਹੋ ਸਕਦਾ ਹਸਪਤਾਲ ਨਾ ਖੁੱਲਿਆ ਹੋਵੇ। ਹੁਣ ਇਹ ਤਾਂ ਪ੍ਰਾਈਮ ਮਿਨਿਸਟਰ ਮੁਹੱਲਾ ਕਲੀਨਿਕਾਂ ਦਾ ਤਾਂ ਵੱਖਰੀ ਗੱਲ ਕੀਤੀ ਨਾ ਉਹਨਾਂ ਨੇ, ਉਹ ਕਹਿੰਦੇ ਵੀ ਇਹਦੇ ਕਹਿੰਦੇ ਵੀ 1000 ਖੋਲਾਂਗੇ, ਪੌਣੇ 500 ਇਹਨਾਂ ਨੇ ਖੋਲਿਆ ਜੀ ਤੇ ਪੌਣੇ 300 ਚੋਂ ਬੰਦ ਆ। ਵਾਹ ਜੀ ਵਾਹ। ਮਤਲਬ ਹੁਣ ਮੈਂ ਨਹੀਂ ਆਂਦਾ ਵੀ ਉਹ ਉਹਨਾਂ ਦੀ ਆਰਟੀਆਈ ਸਹੀ ਆ ਗਲਤ ਆ, ਪਰ ਗੱਲ ਇਹ ਆ ਵੀ ਜੇ ਸਾਰਾ ਕੁਝ ਇਦਾਂ ਹੀ ਆ ਤੇ ਇਹਨੂੰ ਆਪਾਂ ਉਲਟਾ ਵੀ ਵੇਚ ਦਿੰਦੇ, ਅੱਧੇ ਭਰੇ ਗਲਾਸ ਵਾਲੀ ਗੱਲਬਾਤ ਵੀ ਉਹਨਾਂ ਨੇ 1000 ਕਿਹਾ ਸੀ, ਇਹਦਾ ਮਤਲਬ ਕਦੀ ਪਹਿਲਾਂ ਹੈ ਨਹੀਂ ਸੀ ਉੱਥੇ, ਫਿਰ ਵੀ ਪੌਣੇ 500 ਖੋਲਿਆ ਤੇ ਹੈ ਕਿ ਨਹੀਂ। ਉਹਨਾਂ ਦੇ ਵਿੱਚੋਂ ਮੰਨ ਲਓ 200 ਹੀ ਚੱਲਦੇ ਆ, ਆਪਾਂ ਮੰਨ ਲੈਂਦੇ ਆ। ਆਪਾਂ ਪ੍ਰਾਈਮ ਮਿਨਿਸਟਰ ਟੀਵੀ ਤੇ ਪਰਿਵਾਰ ਦੇ ਮੈਂਬਰਾਂ ਤੇ ਛੱਡਿਆ ਕਿ ਭਾਈ ਠੀਕ ਹੈ ਮੈਨੀਫੈਸਟੋ ਚੋਰੀ ਕਰ ਲਿਆ ਹੋਊ ਆਮ ਆਦਮੀ ਪਾਰਟੀ ਨੇ, ਠੀਕ ਹੈ, ਪਰ ਉਹਨਾਂ ਨੂੰ ਮੈਨੀਫੈਸਟੋ ਬਣਾਉਣ ਦਾ ਮੌਕਾ ਕਿਉਂ ਦਿੱਤਾ ਗਿਆ? ਕਿ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਕਿ ਅਸੀਂ ਆ ਵੀ ਹਸਪਤਾਲ ਬਣਾਇਆ, ਅਸੀਂ ਆ ਵੀ ਬਣਾਇਆ ਹੋਣਾ, ਅਸੀਂ ਇਤਰਾਜ਼ ਨਹੀਂ ਕਰਦੇ। ਹੁਣ ਜੇ ਪੰਜਾਬ 'ਚ 16000 ਡਾਕਟਰ ਵੀ ਹੈ ਨਹੀਂ, ਜੇ ਪੰਜਾਬ ਦੇ ਵਿੱਚ ਇੱਕ ਦਿੱਲੀੋਂ ਆ ਕੇ ਬੰਦਾ ਕਹਿੰਦਾ ਕਿ ਅਸੀਂ ਤੁਹਾਡੇ ਮੁਹੱਲਾ ਕਲੀਨਿਕ ਬਣਾਵਾਂਗੇ, ਜੇ ਕੋਈ ਦਿੱਲੀੋਂ ਆਣ ਕੇ ਬੰਦਾ ਕਹਿੰਦਾ ਕਿ ਅਸੀਂ ਵੱਡੇ ਹਸਪਤਾਲ ਬਣਾਵਾਂਗੇ, ਤਾਂ ਮੰਨ ਲਓ ਪੰਜਾਬ 'ਚ ਲੋੜ ਹੈ। ਇਹ ਜੇ ਤਾਂ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਬੰਦ ਹੋਏ ਆ, ਸਾਨੂੰ ਤਾਂ ਵੀ ਟਿੱਪਣੀਆਂ ਕਰ ਦਿਓ। ਜੇ ਪੰਜਾਬ ਦੇ ਵਿੱਚ ਪਿਛਲੇ 20 ਸਾਲਾਂ 'ਚ, ਜਿਹਦੇ ਵਿੱਚੋਂ 9.5 ਸਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹਕੂਮਤ ਰਹੀ, 10 ਸਾਲ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਉਪ ਮੁੱਖ ਮੰਤਰੀ ਸੀ, ਜੇ ਤਾਂ ਉਹ 10 ਸਾਲ ਲਗਾਤਾਰ ਰਾਜ ਦੇ ਵਿੱਚ ਪੰਜਾਬ ਦੇ ਲੋਕ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਉਣ ਜਾਂਦੇ ਸੀ, ਪੇਂਡੂ ਡਿਸਪੈਂਸਰੀਆਂ 'ਚ ਡਾਕਟਰ ਆ ਗਏ ਸੀ, ਫਿਰ ਤਾਂ ਠੀਕ ਹੈ। ਬਾਕੀ ਮੈਂ ਇੱਕ ਗੱਲ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਕਹਿ ਦਿੰਦਾ, ਕਾਂਗਰਸ ਤੇ ਅਕਾਲੀਆਂ ਨੂੰ ਵੀ, ਪੰਜਾਬ ਦੇ ਵਿੱਚੋਂ ਬਹੁਤ ਬੱਚੇ ਨੇ ਜਿਹੜੇ MBBS ਕਰਦੇ ਆ, ਬਾਹਰੋਂ ਵੀ ਕਰਕੇ ਆਉਂਦੇ ਆ, ਬਾਹਰੋਂ ਦਾ ਮੰਨ ਲਓ ਬਾਹਰਲੇ ਸੂਬਿਆਂ 'ਚੋਂ ਵੀ, ਉਹ ਸਰਕਾਰੀ ਹਸਪਤਾਲਾਂ 'ਚ ਕਿਉਂ ਨਹੀਂ ਜਾਂਦੇ? ਕਿ ਤੁਸੀਂ ਉਹਨਾਂ ਦੇ ਬੈਠਣ ਨੂੰ ਸਾਫ਼ ਸੁਥਰਾ ਵਾਤਾਵਰਣ ਦਿੰਦੇ ਹੋ? ਕਿ ਉਹਨਾਂ ਨੂੰ ਕੰਮ ਕਰਨ ਨੂੰ ਸਹਾਇਕ ਦਿੰਦੇ ਹੋ? ਕਿ ਜਿਹੜਾ ਬੰਦਾ ਸਰਜਨ ਹੈ ਉਹਦੇ ਸਰਜਰੀ ਕਰਨ ਦੇ ਲਈ, ਆਪਰੇਟ ਕਰਨ ਦੇ ਲਈ ਪੂਰੇ ਉੱਥੇ ਇਕਵਿਪਮੈਂਟ ਹੁੰਦੇ ਆ, ਕਿ ਉਹਨਾਂ ਦੇ ਨਾਲ ਸਹਾਇਕ ਹੁੰਦਾ ਹੈ? ਕਿ ਉੱਥੇ ਲੋਕ ਜਾਣਗੇ ਉਹਨਾਂ ਦੇ ਕੋਲੇ ਕਿ ਭਾਈ ਦਵਾਈ ਵੀ ਇੱਥੋਂ ਮਿਲ ਜਾਣੀ ਹੈ? ਯਾਨੀ ਦੱਸਣ ਨਾ ਕਿ 15600 ਰੁਪਏ ਦੇ ਵਿੱਚ MBBS ਤੁਹਾਡੇ ਕੋਲੇ ਨੌਕਰੀ ਕਿਉਂ ਕਰੂਗਾ? ਕਿਉਂ ਜਾਂਦੇ ਆ ਨਿਆਣੇ ਅਮਰੀਕਾ ਬਈ? ਫਿਰ MBBS ਕਰਕੇ BDS ਕਰਕੇ ਤੁਹਾਡੇ ਕੰਮ ਕਿਉਂ ਨਹੀਂ ਕਰਦੇ? ਸਵਾਲ ਹੈ ਕਿ ਜੇ ਸਿਸਟਮ ਪਹਿਲਾਂ ਚੰਗੇ ਤਰੀਕੇ ਚਲਾਇਆ ਹੁੰਦਾ, ਅੱਜ ਬਾਹਰਲੇ ਬੰਦੇ ਦੀ ਹਿੰਮਤ ਕੀ ਸੀ ਕਿ ਭਾਈ ਉਹ ਆ ਕੇ ਤੁਹਾਨੂੰ ਇੱਥੇ ਕਹਿ ਜਾਂਦਾ? ਪਰ ਕੋਈ ਗੱਲ ਨਹੀਂ, ਦੋਨਾਂ ਧਿਰਾਂ ਨੇ ਆਪੋ ਆਪਣਾ ਪੱਖ ਰੱਖਿਆ। ਪੰਜਾਬ ਦੇ ਲੋਕ ਫੈਸਲਾ ਕਰਨਗੇ ਚੰਗਾ ਕੌਣ ਤੇ ਮਾੜਾ ਕੌਣ। ਪਰ ਜੇ ਅਰਵਿੰਦ ਕੇਜਰੀਵਾਲ ਦਾ ਮੁਹੱਲਾ ਕਲੀਨਿਕ ਦਿੱਲੀ 'ਚ ਫੇਲ ਹੋ ਗਿਆ, ਟਿੱਪਣੀਆਂ ਠੋਕ ਵਜਾ ਕੇ ਕਰਦੇ ਹੋ, ਇਹ ਸਵਾਲ ਪੁੱਛਾਂਗੇ ਉਹਨਾਂ ਤੋਂ। ਨਹੀਂ ਉਹ ਤੇ ਹੁਣ ਅਗਲੇ ਜਵਾਬ ਦੇਣਗੇ ਤਾਂ ਹੀ ਆ ਨਾ ਜੀ। ਤੂੰ ਹੀ ਪੁੱਛਣੇ ਵੀਰਾਂ ਪੁੱਛਿਓ ਸਵਾਲ, ਤੇ ਜਿਹਨੂੰ ਮਰਜ਼ੀ ਪੁੱਛਿਓ। ਸਵਾਲ ਵਾਲਾ ਕੰਮ ਤੇ ਇਦਾਂ ਆਇਆ ਪਿਆ ਵੀ ਜਿਹਨੂੰ ਮਰਜ਼ੀ ਕਹਿੰਦੇ ਵੀ ਅਸੀਂ ਸਵਾਲ ਪੁੱਛਣਾ, ਕਹਿੰਦਾ ਵੀ ਜਾ ਮੈਂ ਜਵਾਬ ਨਹੀਂ ਦਿੰਦਾ। ਪਰ ਚਲੋ ਇਹ ਸਾਰੇ ਕੁਝ ਆਪਾਂ ਇੱਕ ਚੀਜ਼ ਕਰਨੀ ਨਾ ਭੁੱਲ ਜਾਈਏ, ਉਹ ਇਹ ਹੈ ਵੀ ਹੁਣ ਹੌਲੀ ਹੌਲੀ ਜਦੋਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਤਬਦੀਲੀ, ਪਤਾ ਨਹੀਂ ਮੈਨੂੰ ਕਿਉਂ ਲੱਗਦਾ ਮੈਂ ਸ਼ਰਤ ਹਾਰ ਜਾਣੀ ਹੁਣ, ਜਿਸ ਹਿਸਾਬ ਨਾਲ ਤਬਦੀਲੀ। ਨਹੀਂ ਅਜੇ ਮੈਂ ਹਾਰਿਆ ਨਹੀਂਗਾ, ਇਦਾਂ ਕਿਦਾਂ? ਇਹ ਕੈਪਟਨ ਸਾਹਿਬ ਨਹੀਂ ਮੰਨੇ ਤੇ ਮੈਂ ਮੰਨ ਜਾ। ਮੈਂ ਜੇਬ ਨੂੰ ਬਟਨ ਲਵਾ ਕੇ ਬੈਠਾ, ਮੈਂ $5 ਉੱਥੇ ਰੱਖਣੇ ਤੇ ਮੈਂ ਖਰਚਣੇ ਨਹੀਂ ਮੁੜ ਕੇ। ਮੈਂ ਵੀਰ ਖੁਦ ਜੇਬ 'ਚ ਪਾਊਂ, ਐਡੀ ਗੱਲ ਨਹੀਂ, ਕੋਈ ਨਹੀਂ, ਆਪਣੀ ਗੱਲ ਹੀ ਤੇ ਸਾਹਮਣੇ ਆਪਾਂ ਕਿਹੜਾ ਲੁਕਾ ਕੇ ਕਰਦੇ। ਮੈਂ ਤਬਦੀਲੀ ਦੀ ਗੱਲ ਕਰਦਾ ਵੀ ਹੁਣ ਦੇਖੋ, ਹੁਣ ਮੈਂ ਨਹੀਂ ਕਦੀ ਵੇਖਿਆ ਲਿਖਿਆ, ਪਹਿਲਾਂ ਰੋਡਵੇਜ਼ ਦੀਆਂ ਬੱਸਾਂ 'ਚ ਲਿਖਿਆ ਹੁੰਦਾ ਸੀ ਇਹ ਸੀਟ MLA ਲਈ ਰਾਖਵੀਂ, ਇਹ ਸੀਟ MP ਲਈ ਰਾਖਵੀਂ, ਹੈ ਨਾ। ਹੁਣ ਤੇ ਮੇਰੇ ਖਿਆਲ ਨਾਲ ਕੋਈ ਗੱਲਬਾਤ ਹੈ ਹੀ ਨਹੀਂ। ਪਰ ਉਸ ਰਾਖਵੀਂ ਸੀਟ ਤੋਂ ਬਿਨਾਂ ਵੀ ਪੰਜਾਬ ਦੀ ਇੱਕ ਸਰਕਾਰੀ ਬੱਸ ਦੇ ਵਿੱਚ ਮੰਤਰੀ ਸਾਹਿਬ, ਜਿਨ੍ਹਾਂ ਦਾ ਮਹਿਕਮਾ ਹੀ ਬੱਸਾਂ ਵਾਲਾ, ਉਹਨਾਂ ਨੇ ਬਹਿ ਕੇ ਸਫ਼ਰ ਕੀਤਾ। ਕਹਿੰਦੇ ਮੈਂ ਦੁੱਖ ਤਕਲੀਫਾਂ ਜਾਣਨਾ ਚਾਹੁੰਦਾ। ਮਤਲਬ ਤੁਸੀਂ ਦੇਖੋ, ਚੇਤਾ ਤੇ ਆਇਆ ਨਾ ਵੀ ਯਾਰ ਦੁੱਖ ਤਕਲੀਫ ਕੋਈ ਤੇ ਹੁੰਦੀ ਹੋਊਗੀ ਬੱਸ 'ਚ ਬਹਿ ਕੇ, ਜਿਹੜੀ ਕਿ ਇੰਨੇ ਸਾਲਾਂ ਦੀ ਨਹੀਂ ਸੀ। ਹੁਣ ਜਿਸ ਹਿਸਾਬ ਨਾਲ ਉਹਨਾਂ ਨੇ ਮੰਤਰਾਲਾ ਸਾਂਭਿਆ ਤੇ ਜਿਸ ਹਿਸਾਬ ਨਾਲ ਉਹਨਾਂ ਨੇ ਕਿਹਾ ਵੀ ਤੁਸੀਂ 15 ਦਿਨਾਂ 'ਚ ਵੇਖੋ ਮੈਂ ਵੱਟ ਕਦਾਂ ਕੱਢਦਾ, ਮੈਨੂੰ ਲੱਗਦਾ ਵੀ ਹੋਰ ਕੁਝ ਹੋਵੇ ਨਾ ਹੋਵੇ, ਮਾਲਵੇ ਵਾਲੇ ਪਾਸੋਂ ਚੰਗਿਆੜੇ ਨਿਕਲਣੇ ਆ। ਦੇਖੋ ਬਠਿੰਡੇ ਵਾਲੇ ਇਲਾਕੇ ਦੇ ਵਿੱਚੋਂ ਰਾਜਾ ਵੜਿੰਗ ਸਾਹਿਬ ਨੂੰ ਲਿਆ ਕੇ ਦੜਵਾਹੇ ਤੋਂ ਟਰਾਂਸਪੋਰਟ ਮਹਿਕਮਾ ਦਿੱਤਾ, ਖੁਸ਼ ਬੜੇ ਆ ਉਹ। ਕਹਿੰਦੇ 12 ਕੁ ਦਿਨ ਦੇ ਦਿਓ, ਸਮਝਣ ਲੈਣ ਦਿਓ ਇੱਕ ਵਾਰੀ ਮਾੜਾ ਜਿਹਾ। ਨਾਲ ਹੀ ਬਠਿੰਡੇ ਜਾ ਕੇ ਕਹਿਤਾ ਕਿ ਬੱਸ ਅੱਡਿਆਂ ਦੇ ਅੰਦਰ ਜਿਹਦਾ ਨਜਾਇਜ਼ ਕਬਜ਼ਾ ਹੁਣੇ ਹੀ ਚੁਕਾਓ, ਕਿਉਂਕਿ ਬਹੁਤ ਵਾਰੀ ਦੇਖਿਆ ਕਿ ਪ੍ਰਾਈਵੇਟ ਬੱਸਾਂ ਵਾਲੇ ਆਪਣਾ ਹੀ ਉੱਥੇ ਜੁਗਾੜ ਲਾ ਕੇ ਬੈਠੇ ਹੁੰਦੇ ਆ, ਰੁਪਈਆ ਧੇਲਾ ਸਰਕਾਰ ਨੂੰ ਦਿੰਦੇ ਆ ਕਿ ਨਹੀਂ ਦਿੰਦੇ। ਜੇ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ, ਗਿੱਦੜਬਾਹੇ ਦੇ ਦੂਸਰੀ ਵਾਰੀ ਵਾਲੇ MLA ਤੇ ਮੌਜੂਦਾ ਕੈਬਨਿਟ ਮੰਤਰੀ, ਬਿਨਾਂ ਪਰਮਿਟ ਤੋਂ ਚੱਲਦੀਆਂ ਬੱਸਾਂ ਰੋਕਣ 'ਚ ਕਾਮਯਾਬ ਹੋ ਗਏ, ਜੇ
ਉਹ ਜਿਨ੍ਹਾਂ ਨੇ ਐਵੇਂ ਹੀ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਬੱਸਾਂ ਚਲਾਈਆਂ ਤੇ ਰੋਡਵੇਜ ਵਾਲਿਆਂ ਨੂੰ ਟਾਈਮ ਘੱਟ, ਤੇ ਜੇ ਟਾਈਮ ਟੇਬਲ ਸੈੱਟ ਕਰਾਉਣ ਚ ਕਾਮਯਾਬ, ਬਹੁਤਾ ਟਾਈਮ ਨਹੀਂ ਲੱਗਣਾ। ਬੜੇ ਬੰਦੇ ਬੈਠੇ ਆ ਰੋਡਵੇਜ ਦੀਆਂ ਜਥੇਬੰਦੀਆਂ ਦੇ ਵਿੱਚ ਵੀ, ਜਿਹੜੇ ਕੱਲੀ ਕੱਲੀ ਚੀਜ਼ ਰਾਜਾ ਵੜਿੰਗ ਸਾਹਿਬ ਨੂੰ ਦੱਸ ਦੇਣਗੇ ਕਿ ਗਲਤੀ ਇੱਥੋਂ ਹੁੰਦੀ ਆ, ਆਹ ਬੰਦਾ ਰਲਿਆ ਤੇ ਆਹ ਬੰਦਾ ਸੱਚਾ। ਉਹਨਾਂ ਨੂੰ ਜਾ ਕੇ ਇੱਕ ਵਾਰੀ ਪੁੱਛ ਲਓ, ਜਿਹੜੇ ਬੱਸ ਅੱਡੇ ਘੇਰਦੇ ਫਿਰਦੇ ਹੁੰਦੇ ਆ ਕਿ ਤੁਹਾਡੀ ਰੋਡਵੇਜ ਤੇ ਤੁਹਾਡੀ ਪੈਪਸੂ ਗਈ। ਤੀਸਰੀ ਗੱਲ, ਬਹੁਤ ਚੰਗਾ ਰਾਜਾ ਵੜਿੰਗ ਸਾਹਿਬ, ਤੁਸੀਂ ਟਰਾਂਸਪੋਰਟ ਦੇ ਵਿੱਚੋਂ ਘਪਲਾ ਖਤਮ ਕਰ ਦਿਓ, ਤੁਹਾਡੇ ਖਜ਼ਾਨੇ 'ਚ 4 ਪੈਸੇ ਆਉਣਗੇ। ਉਹ ਕਹਿੰਦੇ ਮੈਂ ਇਹਨਾਂ ਨੂੰ ਸਰਪਲਸ ਕਰਨਾ ਹੀ, ਬਹੁਤ ਵਧੀਆ। ਪਰ ਇੱਕ ਕੰਮ ਰਾਜਾ ਵੜਿੰਗ ਸਾਹਿਬ ਹੋਰ ਕਹਿਣ ਤੇ ਸਾਡੇ ਬੇਨਤੀ ਪ੍ਰਵਾਨ ਕਰਨ ਕਿ ਸਵੇਰੇ 7:30 ਤੋਂ ਲੈ ਕੇ 9:30-10 ਵਜੇ ਤੱਕ ਉਹ ਦੇਖਣ ਉਹਨਾਂ ਵਿਦਿਆਰਥੀਆਂ ਦੇ ਨਾਲ ਖੜੇ ਹੋ ਕੇ ਚੁੱਪ ਚਪੀਤੇ ਕਿਸੇ ਚੀਜ਼ ਦੀ ਬੁੱਕਲ ਮਾਰ ਕੇ ਕਿਸੇ ਛੋਟੇ ਅੱਡੇ ਤੇ ਚਲੇ ਜਾਣ ਕਿ ਬੱਚਿਆਂ ਨੇ ਸਰਕਾਰੀ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਸਕੂਲਾਂ 'ਚ ਪੜ੍ਹਨ ਜਾਣਾ ਹੁੰਦਾ, ਪਾਸ ਉਹਨਾਂ ਦੇ ਕੋਲ ਹੁੰਦਾ। 2407 ਬੱਸਾਂ ਰੋਡਵੇਜ ਦੀਆਂ ਸੀ, ਹੁਣ 1200-1300 ਰਹਿ ਗਈਆਂ। ਕਿ ਕੀ ਬੱਚਿਆਂ ਨੂੰ ਉਸ ਵੇਲੇ ਰੋਡਵੇਜ ਮਿਲਦੀ ਹੈ? ਕੀ ਰੋਡਵੇਜ ਵਾਲੇ ਬ੍ਰੇਕ ਮਾਰਦੇ ਆ? ਜਾਂ ਫਿਰ ਉਸ ਵੇਲੇ ਬਹੁਤੀਆਂ ਪ੍ਰਾਈਵੇਟ ਲਾ ਦਿੱਤੀਆਂ ਜਾਂਦੀਆਂ? ਇਹ ਕਿਤੇ ਨਾ ਕਿਤੇ ਵੜਿੰਗ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਚਾਹੇ 5-5 ਬੱਚੇ ਅਲਾਉਡ ਕਰਨ ਕਿ ਭਾਈ ਕੋਈ ਵੀ ਪ੍ਰਾਈਵੇਟ ਬੱਸ ਹੋਵੇ, ਚਲਦੀ ਤਾਂ ਸਰਕਾਰੀ ਸੜਕ ਤੇ ਆ, ਚਲਦੀ ਤਾਂ ਸਰਕਾਰ ਦੇ ਨਿਯਮਾਂ ਦੇ ਅਧੀਨ ਹੈ ਕਿ ਰੋਡਵੇਜ ਦੇ ਵਿੱਚ ਬੋਝ ਘਟ ਜੂਗਾ। ਪ੍ਰਾਈਵੇਟ ਬੱਸਾਂ ਦੇ ਵਿੱਚ 5-5 ਬੱਚੇ ਪਾਸ ਹੋਲਡਰ ਅਲਾਉਡ ਕਰੋ, ਘੱਟੋ ਘੱਟ 5-5 ਬੱਚੇ, ਜਿਹਦੇ ਨਾਲ ਕੋਈ ਵੇਲੇ ਸਿਰ ਆਪਣੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਪਹੁੰਚ ਸਕਣ। ਜੇ ਤਾਂ ਵੜਿੰਗ ਸਾਹਿਬ ਕਿਤੇ ਸਵੇਰੇ ਸ਼ਾਮ ਇਦਾਂ ਸਫ਼ਰ ਕਰ ਗਏ ਤੇ ਬੱਚਿਆਂ ਵਾਲਾ ਕੰਮ ਕਰ ਗਏ, ਬੱਲੇ ਬੱਲੇ ਹੋ ਜੂ, ਨਹੀਂ ਤਾਂ ਫਿਰ ਬੱਸਾਂ ਤਾਂ ਚੱਲੀ ਜਾਂਦੀਆਂ। ਨਹੀਂ, ਇਹ ਵੈਸੇ ਵਧੀਆ ਢੰਗ ਆ, ਜਿਹਦੇ ਨਾਲ ਹੋ ਜਵੇ ਨਾ ਤੇ ਮੇਰੇ ਖਿਆਲ ਨਾਲ ਕੁਝ ਕੁ ਬੰਦਿਆਂ ਦਾ ਬੀਪੀ ਕੰਟਰੋਲ ਹੋ ਜਾਣਾ। ਇਹ ਬੀਪੀ ਪਤਾ ਕਿੰਨਾ ਦਾ ਵੱਧਦਾ ਜੀ, ਮੋਸਟਲੀ ਵਿਚਾਰੇ ਜਿਹੜੇ ਸਰਕਾਰੀ ਬੱਸਾਂ ਦੇ ਵਿੱਚ ਕੰਡਕਟਰ ਹੁੰਦੇ ਆ ਜੀ, ਕਿਉਂਕਿ ਗੇਮ ਇਹ ਆ ਵੀ ਜਦੋਂ ਸਵੇਰੇ ਉਧਰੋਂ ਆਉਂਦਾ ਵੀ ਹਾਂ ਵੀ ਭਾਂਸਾ ਮੋੜ ਫੇਰ ਗੱਡੀ ਹੈ ਨਾ। ਹੁਣ ਗੱਲ ਹੈ ਵੀ ਭਾਂਸ ਹੋਣਾ ਜਦੋਂ ਮੋੜ ਕੇ ਅੱਡੇ ਤੇ ਲਾਉਣੀ ਬਾਰ-ਬਾਰ, ਪਹਿਲਾਂ ਜਿਹੜੇ ਕਿਹਨਾਂ ਨੇ ਚੜ੍ਹਨਾ ਭਲਾ ਮੁਲਾਜ਼ਮ ਤਬਕਾ, ਉਦੋਂ ਬਾਅਦ ਰਹਿੰਦਾ ਕਹਿੰਦਾ ਵਿਦਿਆਰਥੀ ਤਬਕਾ। ਉਹ ਜਦੋਂ ਫਿਰ ਐਂ ਘੁਮਾ ਕੇ ਧੌਣ ਜੀ ਵੇਂਦਾ, ਉਹ ਕਹਿੰਦਾ ਵੀ ਹੁਣ ਕਿੱਦਾਂ, ਕਹਿੰਦਾ ਵੀ ਅੱਧੀ ਕਿਤੇ ਮੁਲਾਜ਼ਮਾਂ ਨਾਲ ਭਰੀ, ਉਹ ਕੁਛ ਇੱਧਰ ਫਿਰ ਨਿਆਣੇ ਬੈਠੇ ਆ, ਕਹਿੰਦਾ ਮਗਰ ਸੀਟਾਂ ਹੈਗੀਆਂ, ਕਹਿੰਦਾ ਕੋਈ ਨਹੀਂ ਹੁਣ ਬੀਬੀਆਂ ਵੀ ਚੜ੍ਹ ਜਾਣੀਆਂ ਉਹਦੇ 'ਚ। ਕਹਿੰਦਾ ਵੀ ਹੁਣ, ਕਹਿੰਦਾ ਫਿਰ ਮੈਂ ਭਾਂਸਿਆ ਤੇਰੇ ਕੋਲ ਆ ਕੇ ਬਹਿ ਨਾ, ਟਿਕਟ ਤੇ ਕਿਸੇ ਨੇ ਲੈਣੀ ਨਹੀਂ ਹੈ ਨਾ। ਘੱਟੋ ਘੱਟ ਮੇਰੇ ਖਿਆਲ ਨਾਲ ਉਹਨਾਂ ਦਾ ਬੀਪੀ ਦੇ ਕੰਟਰੋਲ ਹੋਊਗਾ ਵੀ ਯਾਰ ਹੁਣ ਸਾਰਾ ਕੁਝ ਵੰਡ ਵਰਤ ਕੇ ਥਾਂ ਥਾਂ ਆਉਂਦਾ। ਕੋਈ 4 ਸਵਾਰੀਆਂ ਸਾਡੇ 'ਚ ਵੀ ਚੜ੍ਹਦੀਆਂ, ਜਿਹੜਾ ਹੱਥ 'ਚ ਝੋਲਾ ਫੜੀ ਫਿਰਦੇ ਰਹਿੰਦੇ ਆ, ਜਾਂ ਜਿਹੜੀ ਉਹ ਮਸ਼ੀਨ ਨਹੀਂ ਹੁੰਦੀ, ਉਹ 'ਚੋਂ ਵੀ 2-4 ਸਲਿੱਪਾਂ ਕੱਢਾਂਗੇ। ਨਹੀਂ, ਬਹੁਤ ਜ਼ਰੂਰੀ ਆ, 3 ਕੰਮ ਕਰਨੇ ਜ਼ਰੂਰੀ ਆ। ਇੱਕ ਤਾਂ ਟਾਈਮ ਟੇਬਲ ਦੀ ਦਰੁਸਤੀ ਕਿ ਪ੍ਰਾਈਵੇਟ ਬੱਸਾਂ ਨੂੰ ਟਾਈਮ ਕਦੋਂ ਮਿਲਦਾ, ਕਿੰਨਾ ਮਿਲਦਾ, ਤੇ ਸਰਕਾਰੀ ਨੂੰ ਬਰਾਬਰ ਮਿਲੇ। ਬਿਨਾਂ ਪਰਮਿਟ ਤੋਂ ਚੱਲਦੀਆਂ ਬੱਸਾਂ ਰੋਕੋ। ਤੀਸਰਾ, ਆ ਪਾਸ ਹੋਲਡਰਾਂ ਦੀ ਜਿਹੜੀ ਕਿ ਉਹਨਾਂ ਨੂੰ ਪ੍ਰਾਈਵੇਟਾਂ 'ਚ ਚੜਾਓ, ਤੇ ਰੋਡਵੇਜ ਵਾਲਿਆਂ ਨੂੰ ਵੀ ਠੋਕ ਵਜਾ ਕੇ ਕਹੋ ਕਿ ਭਾਈ ਜਿੱਥੇ ਕੋਈ ਵਿਦਿਆਰਥੀ ਖੜਾ ਜਾਣ ਵਾਲਾ ਦਿਸਦਾ, ਪਰੇ ਉਹ ਨਹੀਂ ਰੋਕਣੀ, ਉੱਥੇ ਰੋਕੋ। ਖਾਸ ਤੌਰ ਤੇ ਸਾਡੀਆਂ ਬੱਚੀਆਂ, ਮੁੰਡੇ ਤੇ ਕਈ ਦੌੜ ਕੇ ਚੜ ਜਾਂਦੇ ਆ, ਜੇ ਉਰੇ ਪਰੇ ਰੋਕਣ ਤਾਂ ਲੜਕੀਆਂ ਕਿੱਥੇ ਜਾਣ? ਉਹਨਾਂ ਦੇ ਮੁੱਦੇ ਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈ। ਵੜਿੰਗ ਸਾਹਿਬ ਬੱਲੇ ਬੱਲੇ ਹੋ ਜੂ, ਮਹਿਕਮਾ ਤੁਹਾਨੂੰ ਮਿਲਿਆ। ਕਿਸਾਨਾਂ ਨੂੰ ਵੀ ਜਵਾਬ ਤੁਸੀਂ ਦੇ ਦਿੰਦੇ ਸਵਾਲਾਂ ਦੇ, ਥੋੜੇ ਦੇ ਹੁੰਦੇ ਬਹੁਤੇ ਦੇ ਹੁੰਦੇ ਵੱਖਰੀ ਗੱਲ ਹੈ, ਪਰ ਮਹਿਕਮੇ ਵਾਲਾ ਕੰਮ ਕਰ ਜੋ ਲੋਕੀ ਚੇਤੇ ਕਰਨਗੇ। ਦੇਖੋ ਇਹ ਹੁਣ ਦੱਸੂ ਟਾਈਮ ਜੀ, ਕਿਉਂਕਿ ਟਰਾਂਸਪੋਰਟ ਮਹਿਕਮਾ ਜਿਹੜਾ ਉਹ ਕੁੱਲ ਮਿਲਾ ਕੇ ਮੈਂ ਜਿੱਦਾਂ ਅੱਗੇ ਕਿਹਾ ਵੀ ਮਾਲਵੇ 'ਚੋਂ ਨਿਕਲਣੇ ਚੰਗਿਆੜੇ। ਅੱਗੇ ਵੀ ਪੰਜਾਬ ਵਾਲਿਆਂ ਨੇ ਕਿਹਾ ਵੀ ਅਸੀਂ ਏਅਰਪੋਰਟ ਤੱਕ ਬੱਸਾਂ ਚਲਾਉਣੀਆਂ, ਮੈਂ ਇੱਦਾਂ ਕਿੱਦਾਂ ਚਲਾਉਣੀਆਂ ਫਿਰ ਬੱਸਾਂ, ਅਸੀਂ ਵੀ ਹੁੰਨੇ ਕੁਛ ਚੱਲਣ ਦਿੰਦੇ ਫਿਰ ਅਸੀਂ ਆ। ਹੁਣ ਵੇਖਦੇ ਆ ਵੀ ਚੱਲਦੀਆਂ ਰੁਕਦੀਆਂ ਜਾਂ ਫਿਰ ਚੱਲਦੀਆਂ ਨਵੀਆਂ। ਦੇਖੋ ਬੱਸਾਂ ਚੱਲਦੀਆਂ ਕਿ ਨਹੀਂ ਚੱਲਦੀਆਂ, ਆਪਾਂ ਚੱਲਦੇ ਭਰਾ। ਉਹ ਟਾਈਮ ਹੋ ਗਿਆ, ਟਾਈਮ ਹੋ ਗਿਆ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਜੀ। ਲਓ ਫਿਰ ਇਹਦੇ ਨਾਲ ਅਸੀਂ ਕਿਵੇਂ ਐਵੇਂ ਗੱਲੀ ਲੱਗ ਜਾਈਦਾ ਜੀ, ਕਰੀਏ ਕੀ, ਸਾਨੂੰ ਟਾਈਮ ਐ ਗਿਣ ਕੇ ਦਿੰਦੇ ਨੇ ਮਾਲਕ, ਉਹ ਕਹਿੰਦੇ ਨਾ ਸਕਿੰਟ ਵੱਧ ਨਾ ਘੱਟ। ਸੋ ਅਸੀਂ ਹੁਣ ਚੱਲੇ ਹਾਂ ਸਾਡੀਆਂ ਇਹਨਾਂ ਗੱਲਾਂ ਬਾਤਾਂ ਨੂੰ ਜੇ ਤੁਸੀਂ ਪਸੰਦ ਕਰਦੇ ਹੋ, ਇੱਕ ਤਾਂ ਲਾਈਕ ਕਰ ਦਿਆ ਕਰੋ, ਇੱਕ ਅੱਗੇ ਸ਼ੇਅਰ ਕਰ ਦਿਆ ਕਰੋ। ਤੇ ਫਿਲਹਾਲ ਦਿਓ ਛੁੱਟੀਆਂ ਜੀ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।